ਵਾਕਿਆ ਦਾ ਉਹਦੇ ਨਾਲ ਕੋਈ ਹੈ ਲੈਣ ਦੇਣ? ਕੋਈ ਗੱਲ ਵਾਜ਼ੇ ਨਹੀਂ, ਬਸ ਰੌਲਾ ਹੀ ਰੌਲਾ ਹੈ ਤੇ ਕੋਈ ਸੁਣਾਈ ਨਹੀਂ ਦਿੰਦਾ ਇੱਕ ਦੂਸਰੇ ਤੋਂ। ਇੱਕ ਹੁੰਦਾ ਵੀ ਥੋੜਾ ਜਿਹਾ ਆਦਮੀ ਇੱਕ ਗੱਲ ਕਰ ਲਵੇ ਤੇ ਫਿਰ ਉਹਦੀ ਗੱਲ ਸੁਣ ਕੇ ਤੇ ਉਹਦਾ ਜਵਾਬ ਕੋਈ ਦੇ। ਤੇ ਜਦੋਂ ਓਵਰਲੈਪਿੰਗ ਹੋ ਰਹੀ ਹੋਵੇ ਦੋਵੇਂ ਬੰਦੇ ਇੱਕੋ ਵਾਰੀ ਬੋਲ ਰਹੇ ਨੇ, ਬੋਲਣਾ ਚਾਹ ਰਹੇ ਨੇ ਤੇ ਰੌਲਾ ਹੀ ਰੌਲਾ ਹੈ ਤੇ ਇਹ ਨਹੀਂ ਪਤਾ ਅਸਲ ਇਸ਼ੂ ਹੈ ਕਿ ਕਿਸ ਗੱਲ ਨੂੰ ਤੁਸੀਂ ਸਾਬਤ ਕਰਨਾ ਚਾਹੁੰਦੇ ਹੋ। ਐਸੇ ਐਸੇ ਲਫ਼ਜ਼ ਵੀ ਵਿੱਚ ਆ ਜਾਂਦੇ ਨੇ ਜਿਹੜੇ ਨਹੀਂ ਬੋਲਣੇ ਚਾਹੀਦੇ। ਇਸ ਤਰ੍ਹਾਂ ਗੱਲ ਠੀਕ ਹੈ। ਇਹਨਾਂ ਦੀ ਤਰਬੀਅਤ ਇਹ ਹੀ ਹੈ, ਇਹਨਾਂ ਦੀ ਇਸਲਾਮ ਦੀ ਕਿਸੇ ਮੁਰੱਬੀ ਨੂੰ, ਕਿਸੇ ਮੌਲਵੀ ਨੂੰ, ਇਹਨਾਂ ਦੇ ਕਿਸੇ ਇਮਾਮ ਮਸਜਿਦ ਨੂੰ ਵੀ ਕੋਈ ਬੰਦਾ ਗੱਲ ਕਹਿ ਦੇ ਜਾਂ ਟਿਕਟਾਕ ਦੇ ਉੱਤੇ ਕਿਸੇ ਕੰਨ ਟੁੱਟੇ ਮਿਰਜ਼ਾਈ ਨੂੰ ਵੀ ਕੋਈ ਲਫ਼ਜ਼ ਬੋਲ ਦੇਵੇ, ਇਹ ਸਿੱਧਾ ਨਬੀ ਪਾਕ ਦੇ ਉੱਤੇ, ਨਬੀ ਪਾਕ ਦੀ ਜ਼ੌਜਾ ਦੇ ਉੱਤੇ, ਨਬੀ ਪਾਕ ਦੀ ਬੇਟੀ ਦੇ ਉੱਤੇ, ਨਬੀ ਪਾਕ ਦੇ ਘਰ ਦੇ ਉੱਤੇ ਜਾ ਕੇ ਭੌਂਕਣਗੇ। ਇਹ ਤਰਬੀਅਤ ਹੋਈ। ਨਹੀਂ ਤੇ ਤੁਸੀਂ ਜ਼ਰੂਰ ਭੌਂਕਣਾ ਹੁੰਦਾ ਕਿਸੇ ਮੁਰੱਬੀ ਦੇ ਉੱਤੇ। ਤਮੀਜ਼ ਨਾਲ ਗੱਲ ਕਰ ਲਿਆ ਕਰੋ ਯਾਰ। ਤੁਹਾਨੂੰ ਕਿਹੜੀ ਸ਼ੈ ਜਿਹੜੀ ਟਿਕਣ ਨਹੀਂ ਦਿੰਦੀ ਕਿ ਤੁਸੀਂ ਜ਼ਰੂਰ ਕੁੱਤੇ ਵਗਣਾ ਭੌਂਕਣਾ ਹੁੰਦਾ ਕਿਸੇ ਉੱਤੇ ਵੀ, ਮੁਰੱਬੀ ਤੇ ਵੀ। अगर तमीज के दायरे में रहते हुए सारे अपनी अपनी लिमिट्स में रहते हुए बात करें तो फिर किसी, यही तो मैं कहता हूँ ਇੱਥੇ ਕੋਈ ਬੰਦਾ ਨਹੀਂ ਭੌਂਕ ਰਿਹਾ। ਇੱਥੇ ਅਗਰ ਭੌਂਕ ਰਹੇ ਨੇ ਤੇ ਮਿਰਜ਼ਾਈ ਭੌਂਕ ਰਹੇ ਨੇ, ਇੱਥੇ ਹੋਰ ਕੋਈ ਬੰਦਾ ਨਹੀਂ ਭੌਂਕ ਰਿਹਾ। ਇੱਥੇ ਉਹ ਭੌਂਕਣ ਵਾਲਾ ਉਹ ਕੁੱਤਾ ਹੁੰਦਾ ਹੈ ਜਿਹੜਾ ਆਪਣੇ ਤੋਂ ਉਤਾਮੂ ਕਰਕੇ ਨਾ ਉੱਚੀਆਂ ਸ਼ਾਨਾਂ ਵਾਲਿਆਂ ਤੇ ਭੌਂਕਦਾ, ਉਹ ਭੌਂਕਣ ਵਾਲਾ ਹੁੰਦਾ। ਇਨਸਾਨ ਦਾ ਬੱਚਾ ਜਿਹੜਾ ਹੁੰਦਾ ਹੈ ਕਿ ਮੈਂ ਤੇਰੇ ਨਾਲ ਗੱਲ ਕੀਤੀ ਹੈ, ਤੂੰ ਮੇਰੇ ਨਾਲ ਗੱਲ ਕਰ। ਜਿਹੜਾ ਬੰਦੇ ਦਾ ਪੁੱਤਰ ਹੈ ਨਾ, ਜਿਹੜਾ ਬੰਦੇ ਦਾ ਪੁੱਤਰ ਹੈ, ਉਹ ਕਹਿੰਦਾ ਤੂੰ ਮੇਰੇ ਨਾਲ ਗੱਲ ਕਰ, ਮੈਂ ਤੇਰੇ ਨਾਲ ਗੱਲ ਕੀਤੀ ਹੈ। ਜੇ ਤੂੰ ਇਨਸਾਨ ਦਾ ਬੱਚਾ ਹੈ ਤੂੰ ਮੇਰੇ ਨਾਲ ਗੱਲ ਕਰ। ਜਿਹੜੀ ਮੈਂ ਤੇਰੀ ਮਾਂ ਭੈਣੇ ਕੀਤੀ ਹੈ ਤੂੰ ਮੇਰੀ ਮਾਂ ਭੈਣ ਨਾਲ ਕਰ। ਤੂੰ ਬਕਵਾਸ ਜਾ ਕੇ ਉਤਾਂ ਨਾ ਭੌਂਕ। ਉਹ ਕੁੱਤਾ ਹੁੰਦਾ ਹੈ ਔਰ ਬਕੌਲ ਮਿਰਜ਼ਾ ਸਾਹਿਬ ਦੇ ਹਰਾਮ ਜ਼ਿਆਦਾ ਹੁੰਦਾ ਹੈ, ਹਰਾਮੀ ਹੁੰਦਾ ਹੈ। ਉਹਦੇ ਨੁਤਫੇ 'ਚ ਫਰਕ ਹੁੰਦਾ ਹੈ। ਜਿਹੜਾ ਹਰਾਮ ਜ਼ਿਆਦਾ ਜਾ ਕੇ ਨਬੀ ਦੇ ਘਰਾਣੇ ਤੇ ਭੌਂਕਦਾ ਉਹ ਬੰਦੇ ਦਾ ਪੁੱਤਰ ਨਹੀਂ ਹੁੰਦਾ। तुम्हारा कोई नबी है ही नहीं, तुम तो पता नहीं कौन से खंजीर को मानते हो, दले हो। तुम्हारा कोई नबी और लाख दी लानत हो तेरे दज्जाल ते और तेरे हरामजादे कादियानी ते, जिस हरामजादे ने तन्नू जम्मिया लानतिया। कोई इंसान दे बच्चों में तुहाडे च इक भी नहीं है। सारे दज्जाल कादियानी दे पैरोकार हो तुसी, सारे हरामजादे हो बकौल कादियानी दज्जाल दे, ਤੁਸੀਂ ਸਭ ਹਰਾਮਜ਼ਾਦੇ ਹੋ। ਜੇ ਇਨਸਾਨ ਦੇ ਬੱਚੇ ਹੋ ਨਾ, ਜੇ ਬੰਦੇ ਦੇ ਪੁੱਤਰ ਹੋ, ਇੱਕ ਵੀ ਤੁਹਾਡੇ ਚੋਂ ਹਰਾਮਜ਼ਾਦਾ ਨਾ ਹੋਵੇ ਤੇ ਤੁਸੀਂ ਨਬੀ ਦੇ ਘਰਾਣੇ ਤੇ ਨਾ ਜਾ ਕੇ ਭੌਂਕੋ, ਆਖੋ ਕਿ ਅਸੀਂ ਜਾ ਕੇ ਉਹਨੂੰ ਹਾਦੀਆ ਨੂੰ ਪਤਾ ਪਾਈਏ ਜਿਹੜੀ ਭੌਂਕਦੀ ਪਈ ਏ। ਜੇ ਤੁਹਾਡੇ ਚੋਂ ਕੋਈ ਬੰਦੇ ਦਾ ਪੁੱਤਰ ਹੋਵੇ, ਤੁਸੀਂ ਨਬੀ ਦੇ ਭੌਂਕਣ ਦੀ ਬਜਾਏ, ਨਬੀ ਦੇ ਘਰਾਣੇ ਦੇ ਭੌਂਕਣ ਦੀ ਬਜਾਏ ਹਰਾਮਜ਼ਾਦੇ ਹੋ ਔਰ ਮਿਰਜ਼ੇ ਕਾਦੀਆਨੀ ਦज्जाल ਦੇ ਪੈਰੋਕਾਰ ਹੋ। ਇਨਸਾਨ ਦੇ ਬੱਚੇ ਬਣੋ, दज्जाल कादियानी ਦੇ ਪੈਰੋਕਾਰ ਹੋ। इंसान दे बच्चे बनो ते इस कादियानी दज्जाल दी कबर ते जाके मूत्रो, इस कादियानी दज्जाल दी कबर ते जाके मूत्रो ते सच्चे नबी ते घराने ते ना भौंको। हरामजादे हो, हरामजादे हो, मिर्जे कादियानी दी कबर ते जाके मूत्रो। लेकिन तुसी अल्लाह दे सच्चे नबी दे घराने ते ना भौंको। तुहाडे च हलाल ज़्यादा भौंको, तुहाडे च हलाल ज़्यादा एक भी। कोई गल मुमकिन नहीं हो सकी। तौबा 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 तौबा। ये कोई नवा इशू नहीं है, हर रोज़ इको इशू है। ਉਹੀ ਬੰਦੇ ਨੇ, ਉਹੀ ਗੱਲਾਂ ਨੇ ਤੇ ਉਹੀ ਇਹਤਿਆਤਾਂ ਨੇ ਕਿ ਕਿਹਨਾਂ ਕਿਹਨਾਂ ਦੀ ਅਦਬ ਅਦਾਬ ਪੇਸ਼ੇ ਨਜ਼ਰ ਰੱਖਣੇ ਨੇ ਔਰ ਕੈਸੇ ਲਫ਼ਜ਼ ਮੁਨਾਸਿਬ ਜੇ ਇਸਤੇਮਾਲ ਕਰਨੇ ਨੇ ਔਰ ਗੈਰ ਮੁਨਾਸਿਬ। ਇਹ ਗੱਲਾਂ ਨੇ ਜਿਹੜੀਆਂ ਸਾਨੂੰ ਨਸੀਹਤ ਕਰਨ ਵਾਲੇ ਸਾਰੇ ਦੋਸਤ ਆ ਕੇ ਦੱਸ ਕੇ ਜਾਂਦੇ ਨੇ ਤੇ ਅਸੀਂ ਉਹਨਾਂ ਨੂੰ ਇਹ ਦਰਖਾਸਤ ਕਰਨੇ ਆ ਕਿ ਸਾਨੂੰ ਅੱਛੀਆਂ ਗੱਲਾਂ ਸਮਝਾਓ। ਤੇ ਉਹ ਇਹੋ ਹੀ ਕਹਿੰਦੇ ਨੇ ਕਿ ਅਲ ਮੁਸਲਿਮੋ ਮਨ ਸਲਿਮ ਅਲ ਮੁਸਲਿਮੂਨਾ ਮਿਨ ਲਿਸਾਨਿਹੀ व यदिही। ਮੁਸਲਮਾਨ ਉਹ ਹੈ ਜਿਹਦੇ ਹੱਥ, ਜਿਹਦੀ ਜ਼ੁਬਾਨ ਔਰ ਹੱਥੋਂ ਦੂਸਰੇ ਮੁਸਲਮਾਨ ਮਹਿਫੂਜ਼ ਰਹਿਣ। ਤੇ ਇੱਥੇ ਹੱਥ ਵਾਲੀ ਗੱਲ ਤੇ ਹੱਥ ਨਹੀਂ ਆਪਣਾ ਟਿਕਟਾਕ ਤੇ, लेकिन जुबान तो महफूज नहीं। ये बड़ी बदकिस्मती है। लो जनाब अब्दुल रऊफ साहब साडे आ गए ने। बिस्मिल्लाह बिस्मिल्लाह। अब्दुल रऊफ साहब की हाल है, तबीयत किस तरह ने जी? अस्सलाम वालेकुम। वालेकुम रहमतुल्लाह। बड़ी खुशी हुई है तुसी तशरीफ ले आए हो तो तुसी नसीहत करो। जी जी, मुझे आप अक्सर दावत भेजते हैं, इनवाइट करते हैं और मैं नहीं आता। जी जी। और
आज मैं आया हूँ आपकी इज्जत के लिए कि आप मुझे बार बार इनवाइट करते हैं, तो ये अच्छी बात नहीं है कि मैं ये मेहरबानी है आपकी। उस दावत को बार बार रिजेक्ट करूँ, ये अच्छा नहीं लगता। ये आपकी अजमत है, नहीं, जज़ाकल्लाह। अजमत नहीं, मेरी बात ये है कि आमिर नज़ीर साहब ने आपकी आंखों के सामने ये सारी जमात अहमदिया के ऊपर इल्ज़ाम लगाया कि ये रसूल पाक सल्लल्लाहु अलैहि वसल्लम की गुस्ताखी करते हैं या नाजेबा अल्फाज इस्तेमाल करते हैं। जब भी जमात के खिलाफ कोई बात की जाए तो ये डायरेक्ट रसूल पाक सल्लल्लाहु अलैहि वसल्लम पर या उनकी बेटी पर या उनके अज़वाज पर इल्ज़ामात लगाते हैं। जी जी। और आपको ये पता है कि ये झूठ बोल रहा है। आप जानते हैं जी कि जी। जमात अहमदिया ने हजरत मोहम्मद मुस्तफ़ा सल्लल्लाहु अलैहि वसल्लम के हुक्म की वजह से इमाम मेहदी को माना है। सुभान अल्लाह। अगर हजरत मोहम्मद मुस्तफ़ा सल्लल्लाहु अलैहि वसल्लम का हुक्म ना होता या तो इमाम मेहदी की कोई हैसियत नहीं है। अगर हमने माना है ला इलाहा इल्लल्लाह मोहम्मद रसूलुल्लाह पढ़ के कहता हूँ कि सिर्फ हजरत मोहम्मद सल्लल्लाहु अलैहि वसल्लम के हुक्म की इताअत में माना है, और फिर मानने की वजह से हम कुर्बानियां दे रहे हैं। या 28 मई सन 2010 जुमातुल मुबारक के रोज लाहौर की 2 अहमदिया मसाजिद में 86 अहमदी मुसलमानों को शहीद किया गया जब वो अपने रब की इबादत में मसरूफ थे। उनका जुर्म क्या था? क्या वो किसी को गालियां देते हैं? क्या वो किसी की दुकान लूटने की तालीम देते हैं? किसी का घर जलाते हैं? सिर्फ एक ही जुर्म है कि उन्होंने हजरत मोहम्मद सल्लल्लाहु अलैहि वसल्लम के हुक्म को माना और आने वाले इमाम पर ईमान लाए। गलत बात कर रहे हैं आप। दूसरी अभी बात आपने यह सुना, है, अभी आपने सुना है हजरत मोहम्मद सल्लल्लाहु अलैहि वसल्लम की बीवी को गालियां दे रहा था। साहब इसको रोके, मैं अभी इसको आप मुंह देख नहीं रहे थे ना, लगना गालियां दे रहा था हजरत मोहम्मद सल्लल्लाहु अलैहि वसल्लम की बीवी को, आपका जो भाई। कोई हजरत मोहम्मद मुस्तफ़ा सल्लल्लाहु अलैहि वसल्लम को नाउज़ बिल्ला गाली दे या आपके अज़वाज मुतहरा के बारे में नाजेबा अल्फाज इस्तेमाल करे, मैं उसको अहमदी नहीं समझता। वो अहमदी हो ही नहीं सकता। भाई आपके समझने ना समझने से क्या फर्क पड़ता अगर कोई है? आदमी कहता है कि मैं अहमदी हूँ और वो सिर्फ अभी सब ने देखा है, सब ने देखा है, उम्मुल मोमिनीन का नाम ले लेकर वो क्या बकवास करता रहा, सब ने देखा है। अगर कोई अहमदी कहता है अपने आप को और वो अहमदी नहीं है भाई को आपने नहीं सुनी, आपने नहीं सुनी नीचे? नहीं, मैं अभी आया हूँ, मुझे नहीं पता, लेकिन मैंने आपकी गालियां सुनी है। हाँ, आपने सिर्फ मेरी, आप सबका मसला ये है कि आप सिर्फ मेरी सुनते हैं, आप सिर्फ मेरी सुनते हैं। मसला सिर्फ यही है ना। अब तो सब दोनों कान अल्लाह ने दिए हैं, दोनों कान सुनने के लिए दिए। तानी साहब, मैं 2 कान है सुनने के लिए, सिर्फ एक साइड के ना के साथ बहस करने के लिए नहीं आया। नहीं, कोई बहस वाली बात नहीं, वो भी बहस नहीं कर रहे, वो सिर्फ आपकी दावत के ऊपर जी, आया हूँ और मैं बिस्मिल्लाह, सिर्फ ये पैगाम देने के लिए आया हूँ। जी जी बिल्कुल। नबियों, ये जो हमारा अकीदा है, नबियों का इमाम आया, अल्लाह इमाम उसका, अल्लाह है इमाम उसका। सुने गौर से सुने, ये हमारा अकीदा है। हाँ जी। नबियों का इमाम आया, अल्लाह इमाम उसका, सब तख्तों से ऊंचा है, तख्ताली मुकाम उसका, तख्ताली मुकाम उसका। नबियों ने सजाई थी जो बज़्मे महव अंजुम, वल्लाह उसी की थी सब अंजुमन आराई। मिर्जा साहब तो कहते हैं सबसे ऊंचा तख्त मेरा बिछाया गया है, वो आसमान से, वो कहते, सुन लें, वो कहते हैं आसमान से कई तख्त उतारे गए हैं। सबका हबीब आका अब्दुल साहब, पाक मोहम्मद है, हम सबका हबीब आका। सुन तो लें, वो कहते हैं आसमान से कई तख्त उतारे गए हैं। वो कहते हैं अल्लाह ताला ने मुझे कहा है कि आसमान से कई तख्त उतारे गए हैं, सबसे ऊंचा तख्त तेरा बिछाया गया। साहब, मैं आपके लिए आया था, मैं इसकी बातें सुनने के लिए नहीं आया। ओहो, पर ऊंचा तख्त तो बता देना किसका है? नबी पाक का है कि आपके मिर्जा साहब का है? ऊंचा तख्त किसका है? वो कहते हैं मुझे खुदा ने बताया है कि सबसे ऊंचा तख्त तेरा बिछाया गया है। अब मिर्जा साहब के उस खुदा की माननी है या आपके ये अशार मानने हैं? आखिर मरना है, आखिर एक दिन रब के सामने जाना है। चलो दुनिया में, दुनिया के कानून से बंदा बच लेता है, दौड़ लगा लेता है, दुनिया के कानून से बंदा पीछे हट जाता है, लेकिन आखिर कब्र भी तो जाना एक दिन। जी जी जी, वालेकुम सलाम रहमतुल्लाह। जी जी, क्या हाल चाल है? ठीक ठाक है जी अल्हम्दुलिल्लाह, तुसी सुनाओ? बस ठीक ठाक। अमर साहब, ये हमारा अकीदा नहीं है यार। आपका अकीदा हमें नहीं पता क्या है, हम आपका अमल देखते हैं, आपके मुंह से आपका अकीदा झलकता है। अभी आपके मुंह से जो निकलेगा ना, मेरी बात सुने, सबर साहब, जो आपके मुंह से निकलेगा वही आपका अकीदा है। आपके मुंह से, अगर मेरी बात सुने ना,
मेरे मुंह से गाली निकलेगी तो वही मेरा कीदा है, आपके मुंह से गाली निकलेगी वही आपका कीदा है। मैं आपको बताता हूँ आपको, अगर आपके मुंह से अच्छे अल्फाज निकलेंगे तो वही आपका कीदा है। मैं आपको बताता हूँ, ये एक्सक्यूज नहीं है कि मैं अच्छा इसलिए हूँ कि मेरे साथ लोग अच्छे हैं, ये इस्लाम नहीं है। मैं आपको सही बता रहा हूँ। मेरा इस्लाम ये है कि अनकंडीशनली मेरा बिहेवियर हर बंदे के साथ वही है जो उसवा रसूल है। हाँ। मैं कंडीशन नहीं रखता। आपकी जात की तो बात नहीं ना, जो आपके साथी यहाँ पे कर रहे हैं मैं हम तो कहता वो हूँ कि बात जो कर रहे बंदा भी क्लेम करता है कि मैं हैं। मुसलमान सब ने हूँ, जो भी देखा है, ओ भाई क्लेम तो और चीज आप है ना, ये सब ने यहाँ ये देखा गलत है। बात है। ये जो बंदे कंडीशन रखते हैं ना कि मेरे साथ कोई ऐसा करेगा तो मैं ऐसा क्या करूंगा। क्या आपने नहीं सुना जो उसने अल्फाज बोले हैं उम्मुल मोमिनीन के बारे में? क्या आपने नहीं सुने? आप भी किस कह दें बंदे कि ने मैंने बोले? नहीं सुने, मैं अभी आया हूँ। किस बंदे ने बोले हैं? लो, ये सारे अभी आए हैं, इनमें से किसी ने नहीं सुने। मैं कहता हूँ कि इतने जिस दयानतदार बंदे ने- हैं, नहीं, इतना मैं- इनका मैं- तकवा मेरा है। सुन लें, मेरा सुन लें, मेरा सुन लें, मेरा सुन लें। जो ऐसे जय्यद सहाबा जिन्होंने अपनी जान माल वक़्त हर चीज इस्लाम के लिए कुर्बान की है, अगर किसी ऐसे इंसान ने उनके बारे में कोई तहीन अल्फाज अगर कहें, हाँ अगर किए हैं तो सही बात, अगर किए जन्नम हैं। जाएगा। अगर किए हैं तो जन्नम जाएगा, कसमान पक्का जहन्नम जाएगा, हाँ जन्नम जाएगा, ठीक है। क्योंकि अगर किए हैं तो जाएगा। जय्यद साहबा के बारे में अगर कोई तहीन के वर्ड अपने मुंह से निकालता है, हाँ जी, हाँ जी, आपने तो इन्हें सुने, आपने तो मैं- इन्हें मैं सुने। सुन ले, मेरा सुन ले ना पहले। मैं ये पूछना मैंने सबर कहा सर कि साहब, जो आपने लोग- सुने कि नहीं आमर सुने? साहब जो मेरी बात सुने यार क्यों आप नहीं सच सच्चे- बोलते? आप सच क्यों नहीं सच्चे- बोलते? मरना नहीं आप सच्चे लोगों ने? आप सच्चे पक्के मुसलमान है ना? और यार आप छोड़ो, क्लेम करते हैं ना? हमारे मुसलमान होने को छोड़ो। मैं कहता हूँ आपने भी वो अल्फाज नहीं सुने जो उसने बोले हैं। मैं कहता हूँ कि मैंने क्या किया, मैं तो कंडीशन रखी नहीं है। मैं पूछ रहा हूँ कि अभी उसने इम्तियाज बसरा ने उम्मुल मोमिनीन सईदा आयशा सिद्दीका तैयबा ताहिरा के बारे में जो अल्फाज बोले, क्या आपने वो नहीं सुने? सनी भाई मैंने क्या क्या कहा? आपने नहीं सुने? ऐसे जय्यद साहबा के बारे में किसी ने अगर जय्यद साहबा के बारे में, अगर जय्यद साहबा के बारे में वो साबिर मैं क्या- साबिर साहिब साहब सर साबिर साहिब 1 मिनट ठहर जो। हुसैनी साहब हुसैनी साहब मैं कोई ऐसे अल्फाज अपने अल्फाਜ਼ਾं ਦੇ ਵਿੱਚ ਕੋਈ ਐਸੇ ਤੂੰ ਜਿਹੜੇ ਅਲਫਾਜ਼ ਬੋਲੇ ਨੇ ਨਾ ਯਾਰ, ਮੇਰਾ ਇੱਕ ਪੁੱਤਰ, ਮਿੰਟ ਮੈਨੂੰ ਹੁਸੈਨ ਇੱਥੇ ਸਾਹਿਬ ਜਰਮਨੀ ਗੱਲ ਬੋਲ ਲੈ, ਕਰ ਜਿਹੜੇ ਬੋਲਨੇ ਨਹੀਂ ਤੇ ਕਿਸੇ ਦਿਨ ਭਾਈ, ਇਨਸ਼ਾਅੱਲਾ ਹੁਸੈਨੀ ਸਾਹਿਬ ਪਾਕਿਸਤਾਨ ਨਾਲ ਵੀ ਗੱਲ ਕਰ ਪਾਕਿਸਤਾਨ ਵੀ ਆ ਹੀ ਜਾਏਗਾ ਨਾ ਹੁਸੈਨੀ ਕਿਸੇ ਦਿਨ। ਸਾਹਿਬ ਹੁਸੈਨੀ ਸਾਹਿਬ ਤੂੰ ਜਿਹੜਾ ਲਫ਼ਜ਼ ਬੋਲਣਾ ਇੱਥੇ ਬੋਲ ਲੈ, ਕੋਈ ਹੁਸੈਨੀ ਗੱਲ ਸਾਹਿਬ ਨਹੀਂ। ਪਲੀਜ਼ ਹੁਸੈਨੀ ਸਾਹਿਬ ਪਲੀਜ਼ ਮੈਨੂੰ ਇੱਥੇ ਨਹੀਂ ਪਾਕਿਸਤਾਨ ਦਾ ਕਾਨੂੰਨ ਅਪਲਾਈ ਹੁੰਦਾ, ਠੀਕ ਦੋ ਹੈ। ਹੁਸੈਨੀ ਸਾਹਿਬ ਮੈਂ ਬਿਜ਼ੀ ਹੋ ਜਾਣਾ ਪਲੀਜ਼ 2 ਮਿੰਟ ਦੇ ਦਿਓ। ਹੁਸੈਨੀ ਸਾਹਿਬ ਮੈਨੂੰ ਇੱਕ ਗੱਲ ਦੱਸੋ, ਕਿਆ ਤੁਸੀਂ ਇੱਥੇ ਬੈਠੇ ਹੋ, ਤੁਸੀਂ ਇਸ ਬਰਾੜ ਦੇ ਮਾਲਕ ਹੋ, ਤੁਸੀਂ ਮੈਨੂੰ ਇਹ ਦੱਸੋ ਕਿਆ ਮੈਂ ਕੋਈ गलत अल्फाज या कोई हल्के अल्फाज बोले ने? गाली तो चलो दूर दी गल है ना, क्या मैं कोई हल्के अल्फाज बोले या मैं कोई झूठ बोले ते दसो मैनू, मैं ताकि ओदी फिर इत्थे हरजाना पे कर सका। जिन्हां बंदियां नाल तुसी गल करदे रहे हो ना, जी जी, ते सिर्फ मैं ही तो नहीं ना सुनदा रहा, बाकी बंदे भी तो सुनदे ना। नहीं मैं गल कर रहा, मैं तुहाडे ते फैसला छड्डना वा कि तुसी दसो क्या मैं कोई ऐसे अल्फाज यूज कीते ने ਜਿਹਦੇ ਨਾਲ ਨਾਉਜ਼ ਬਿल्ला ਉਮਹਾਤੁਲ ਮੋਮਿਨੀਨ ਜਾਂ ਹਜ਼ਰਤ ਅਲੀ ਦੀ ਗੁਸਤਾਖੀ ਹੋਈ ਹੋਏ? क्या ऐसे अल्फाज कोई बंदा दस दे, अमन अजीज साहब तो अलावा अमन अजीज साहब नहीं दसणगे, कोई होर बंदा दसे। ਇੱਕ ਵੀ ਮੁਸਲਮਾਨ ਥੱਲੇ ਬੁਲਾ ਕੇ ਤੁਹਾਡੇ ਵਾਸਤੇ ਤੇ ਕੋਈ ਤੋਹੀਨ ਅਮੇਜ਼ ਲਫ਼ਜ਼ ਨਹੀਂ ਹੈ ਨਾ। ਉਹ ਭਾਈ ਮੇਰੀ ਇੱਕ ਵੀ ਮੁਸਲਮਾਨ ਥੱਲਿਓਂ ਆ ਕੇ ਕਹਿ ਦਵੇ ਕਿ ਤੂੰ ਗਾਲਾਂ ਨਹੀਂ ਕੱਢੀਆਂ ਉਮੁਲ ਮੋਮਿਨੀਨ ਨੂੰ ਤੇ ਮੇਰੀ ਇੱਥੇ ਹੀ ਧੌਣ ਲਾ ਦਿਓ। ਭਾਈ ਸਬਤ ਕਰੋ ਨਾ, ਇਹ ਸਾਬਤ ਕਰਾਂਦੇ ਜਿਸ ਵੇਲੇ ਕਿ ਕਾਨੂੰਨ ਦੇ ਸਾਹਮਣੇ ਸਾਬਤ ਕਰਾਂਦੇ ਨਾ। ਚੱਲ ਹਾਂ ਚੱਲੀਏ ਪਾਕਿਸਤਾਨ ਚੱਲੀਏ ਤੇ ਉੱਥੇ ਜੇ ਨਾ ਸਾਬਤ ਹੋਇਆ ਤਾਂ ਆਖੀ ਸਿਰਫ ਉੱਥੇ ਬਦਮਾਸ਼ੀ। ਅੱਛਾ ਕਾਨੂੰਨ ਬਦਮਾਸ਼ੀ ਹੁੰਦਾ ਹੈ? ਕਾਨੂੰਨ ਤੇ ਲੀਗਲ ਚੀਜ਼ ਹੈ। ਕਹਿੰਦਿਆਂ ਕਿ ਮੈਨੂੰ ਦੱਸ ਇੱਥੇ ਕਾਨੂੰਨ ਅਪਲਾਈ ਕਰੋ ਨਾ ਵਾਲਾ ਕਾਨੂੰਨ ਇੱਥੇ ਟਿਕਟਾਕ ਤੇ ਕਿਹੜਾ ਕਾਨੂੰਨ ਅਪਲਾਈ ਹੁੰਦਾ ਹੈ? ਇੱਥੇ ਤੇਰੇ ਮੂੰਹ ਚ ਜ਼ਬਾਨ ਹੈ, ਤੂੰ ਨਬੀ ਪਾਕ ਨੂੰ ਗਾਲਾਂ ਕੱਢ, ਤੇਰੇ ਮੂੰਹ ਚ ਜ਼ਬਾਨ ਹੈ, ਤੂੰ ਨਬੀ ਪਾਕ ਨੂੰ ਗਾਲਾਂ ਕੱਢੀ ਜਾਂ ਤੇਰਾ ਮੈਂ ਫੜ ਲਾਂਗਾ, ਤੇਰੀ ਮੈਂ ਜ਼ਬਾਨ ਰੋਕ ਲਾਂਗਾ। ਕੱਢ ਸਕਣਾ ਘਰ ਬਹਿ ਕੇ, ਤੂੰ ਨਬੀ ਪਾਕ ਨੂੰ ਕੱਢ, ਨਬੀ ਦੀ ਬੀਵੀ ਨੂੰ ਕੱਢ, ਨਬੀ ਦੇ ਸਾਹਬਾਂ ਨੂੰ, ਨਬੀ ਦੀ ਬੇਟੀ ਨੂੰ ਕੱਢ, ਜਿਹਨੂੰ ਮਰਜ਼ੀ ਕੱਢ। ਅੱਛਾ ਠੀਕ ਹੈ ਹੁਸੈਨੀ ਸਾਹਿਬ, ਜਿਹਨੇ ਕੱਲ ਗਾਲ ਕੱਢੀ ਹੈ ਉੱਥੇ ਜਾ ਕੇ ਸ਼ਹਿਨशाह ਵਾਨ ਦੀ ਬਰਾੜ ਤੇ, ਉਹਨੂੰ ਵੀ ਤੂੰ ਦਾਤ ਦਿੱਤੀ ਹੈ ਕਿ ਤੂੰ ਬੜਾ ਕੰਮ ਕਰਕੇ ਆਇਆ। ਅੱਜ ਤੂੰ ਜਿਹੜੀਆਂ ਕੱਢੀਆਂ ਨੇ ਇਹ ਤੈਨੂੰ ਸਾਬਤ ਕਰਨੇ। ਹੁਣ ਚੱਲ ਮੇਰੇ ਨਾਲ ਟਿਕਟ, ਮੈਂ ਤੇਰੀ ਟਿਕਟ ਕਰਾਣਾ ਪਾਕਿਸਤਾਨ। ਜੇ ਨਾ ਸਾਬਤ ਕੀਤਾ ਤਾਂ ਮੇਰਾ ਨਾਂ ਬਦਲ ਦੀ। ਅੱਛਾ ਹੁਸੈਨੀ ਸਾਹਿਬ ਇੱਥੇ ਟਿਕਟਾਕ ਤੇ ਕੀ ਸਾਬਤ ਕਰੀਏ? ਕਿਹਨੂੰ ਜੱਜ ਬਣਾਈਏ, ਕਿਹਨੂੰ ਵਕੀਲ ਬਣਾਈਏ? ਹੁਸੈਨੀ ਸਾਹਿਬ ਨੂੰ ਬਣਾਓ, ਤੁਹਾਡੇ ਸ਼ਾਗਿਰਦ ਵੀ ਨੇ, ਤੁਹਾਡੇ ਦੋਸਤ ਵੀ ਨੇ। ਕੋਈ ਸ਼ਾਗਿਰਦ ਨਹੀਂ, ਟਿਕਟਾਕ ਤੇ ਇਹ ਟਿਕਟਾਕ ਤੇ ਸਭ ਆਜ਼ਾਦ ਨੇ। ਤੁਸੀਂ ਜਿਹੜੇ ਕਰਤੂਤ ਪੇ ਕਰਦੇ ਹੋ ਨਾ, ਜਿਹੜੇ ਕਰਤੂਤ ਪੇ ਕਰਦੇ ਹੋ, ਆਖਰ ਇੱਕ ਦਿਨ ਮਰਨਾ ਵੀ ਆਏਗਾ।
ਅੱਜ ਸਾਰੇ ਤੁਸੀਂ ਇੱਕ ਇਸੇ ਦਿਨ ਤਰ੍ਹਾਂ ਮਰਨਾ ਮਾਰੇ ਵੀ ਨੇ। ਹੈ ਜੇ। ਇਹ ਦੁਨੀਆ ਦੀ ਜਿਹੜੀ ਬਦਮਾਸ਼ੀ ਹੈ ਦੱਸੋ ਨਾ, ਨਾ, ਇਹ ਦੱਸੋ ਟਿਕਟਾਕ ਨਾ, ਦੀ ਬਦਮਾਸ਼ੀ ਬਦਮਾਸ਼ੀ, ਦੱਸੋ। ਇਹ ਟਿਕਟਾਕ ਦੇ ਉੱਤੇ ਇਹ ਤੁਹਾਡੇ ਨਾਲੋਂ, ਮੇਰੀ ਗੱਲ ਸੁਣੋ, ਤੁਹਾਡੇ ਨਾਲ ਪਹਿਲੇ ਚਾਰਲੀ ਹੋਰੀ ਖਾਕੇ ਨਹੀਂ ਬਣਾ ਕੇ ਗਏ, ਸਵੀਡਨ ਵਾਲੇ ਨਹੀਂ ਕਰਕੇ ਗਏ, ਤੁਸੀਂ ਕਿਹੜਾ ਕੰਮ ਨਵਾਂ ਕਰਨ ਲੱਗੇ ਹੋ? ਜੇ ਤੁਸੀਂ ਨਬੀ ਦੀ ਬੀਵੀ ਨੂੰ ਗਾਲਾਂ ਕੱਢੋਗੇ ਜਾਂ ਨਬੀ ਪਾਕ ਨੂੰ ਗਾਲਾਂ ਕੱਢੋਗੇ, ਤੁਸੀਂ ਕੋਈ ਨਵਾਂ ਕੰਮ ਕਰਨ ਲੱਗੇ ਹੋ? ਅੱਗੇ ਨਬੀ ਪਾਕ ਨੂੰ ਇੱਥੇ ਸਵੀਡਨ ਵਾਲਿਆਂ, ਪੈਰਿਸ ਵਾਲਿਆਂ ਗਾਲਾਂ ਨਹੀਂ ਕੱਢੀਆਂ, ਉਹ ਗੱਲ ਖਾਕੇ ਅਗਲੇ ਨਹੀਂ ਦਿਨ ਬਣਾਏ, ਸੁਣ ਲਓ। ਬਕਵਾਸਾਂ ਨਹੀਂ ਅਗਲੇ ਦਿਨ ਕੀਤੀਆਂ? ਸੁਣ। ਕਿਆ ਰਾਜਪਾਲ ਨੇ ਆਪਣੀ ਕਿਤਾਬ 'ਚ ਬਕਵਾਸਾਂ ਨਹੀਂ ਕੀਤੀਆਂ? ਤੁਸੀਂ ਕਿਹੜਾ ਨਵਾਂ ਕੰਮ ਕਰਨ ਲੱਗੇ ਹੋ? ਹਾਂਜੀ ਕੀਤੀਆਂ ਨੇ, ਸੁਣ ਲਓ। ਤੇ ਕਰ ਲਓ ਜਿਹੜਾ ਤੁਹਾਡੇ ਕੋਲ ਹੁੰਦਾ ਹੈ। ਉਹ ਗੱਲ ਤੇ ਸੁਣ ਲਓ। ਗੱਲ ਇਹ ਵੇ ਕਿ ਹੁਸੈਨੀ ਸਾਹਿਬ ਜਿੱਥੇ ਦੀ ਗੱਲ ਏ ਉੱਥੇ ਮੁੱਕਣੀ ਚਾਹੀਦੀ ਏ ਜਾਂ ਜਾ ਕੇ 7 ਸਮੁੰਦਰ ਪਾਰ ਮੁੱਕਣੀ ਚਾਹੀਦੀ ਏ? ਇਹ ਗੱਲ ਦੱਸੋ ਮੈਨੂੰ ਹੁਸੈਨੀ ਸਾਹਿਬ। ਇੱਥੇ ਤੇ ਸਿਰਫ ਇਹੋ ਕੋਈ ਹੋ ਸਕਦਾ ਜੋ ਕਿ ਤੂੰ ਕੀਤਾ ਸਾਹਿਬ ਤੁਸੀਂ ਦੱਸਿਓ। ਇੱਥੇ ਇਹਦੇ ਤੋਂ ਇਲਾਵਾ ਕੁਝ ਨਹੀਂ ਹੋ ਸਕਦਾ। ਇੱਥੇ ਸਿਰਫ ਨਬੀ ਨੂੰ ਗਾਲਾਂ ਕੱਢੀਆਂ ਜਾ ਸਕਦੀਆਂ ਨੇ, ਨਬੀ ਪਾਕ ਦੇ ਘਰਾਣੇ ਨੂੰ ਗਾਲਾਂ ਕੱਢੀਆਂ ਜਾ ਸਕਦੀਆਂ ਨੇ, ਇੱਥੇ ਕੋਈ ਨਹੀਂ ਹੋ ਸਕਦਾ। ਮੈਂ ਬਿਜ਼ੀ ਹੋ ਜਾਣਾ, ਬਰਾਏ ਮਿਹਰਬਾਨੀ। ਕੋਈ ਗੱਲ ਨਹੀਂ, ਤੁਹਾਡੇ ਨਾਲ ਗੱਲ ਹੋ ਸਕਦੀ, ਤੁਹਾਡੇ ਨਾਲ ਗੱਲ ਹੋ ਸਕਦੀ। ਉਹ ਵੀ ਤੁਹਾਡੀ ਗੱਲ ਸੁਣ ਰਹੇ ਨੇ। ਉਹ ਸਰ ਕੋਈ ਮੈਂ ਤੁਹਾਡੇ ਕੋਲ ਆਇਆ, ਮੈਂ ਇਸ ਬਰਾੜ ਤੇ ਮੇਰੇ ਕੋਲ ਹੀ ਹੋ, ਮੈਂ ਵੀ ਇੱਥੇ ਹੀ ਹਾਂ। ਮੈਂ ਉਸ ਕਰ ਰਿਹਾ ਤੁਸੀਂ ਸੁਣ ਤੇ ਲਵੋ ਹੁਸੈਨੀ ਸਾਹਿਬ। ਮੈਂ ਹਮੇਸ਼ਾ ਅਗਰ ਗੁੱਸਾ ਕੀਤਾ ਨਾ ਆ ਕੇ, ਤੇ ਉਹ ਤੁਹਾਡੀ ਬਰਾੜ ਤੇ ਹੋਇਆ। ਪਿਛਲੀ ਵਾਰੀ ਵੀ ਇਸ ਤਰ੍ਹਾਂ ਹੋਇਆ ਸੀ, ਅੱਜ ਵੀ ਅਗਰ ਗੁੱਸਾ ਹੋਇਆ ਤੇ ਉਹ ਤੁਹਾਡੀ ਬਰਾੜ ਤੇ ਆ ਕੇ ਹੁੰਦਾ। ਤੁਸੀਂ ਬਰਾਏ ਮਿਹਰਬਾਨੀ ਮੈਨੂੰ ਇੱਕ ਚੀਜ਼ ਦਾ ਫੈਸਲਾ ਕਰਕੇ ਦਿਓ ਕਿ ਕਿਆ ਮੈਂ ਇੱਥੇ ਬਹਿ ਕੇ ਕੋਈ ਵੀ, ਨਾਉਜ਼ ਬਿੱਲਾ, ਅੱਲਾ ਮਾਫ ਕਰੇ, ਉਮਹਾਤੁਲ ਮੋਮਿਨੀਨ ਨੂੰ ਕੋਈ ਗਾਲ ਕੱਢੀ? ਇਹ ਤੇ ਜਿਨ੍ਹਾਂ ਨਾਲ ਤੁਹਾਡੀ ਗੱਲ ਹੋ ਰਹੀ, ਜਿਸ ਮਜ਼ਮੂਨ ਤੇ ਤੁਸੀਂ ਗੁਫ਼ਤਗੂ ਕਰ ਰਹੇ ਹੋ, ਜਿੱਥੋਂ ਸ਼ੁਰੂ ਹੋਈ ਉਹ ਸਾਰੇ ਸੀਕੁਐਂਸ ਦੇ ਨਾਲ, ਉਹਨਾਂ ਨਾਲ ਕਰ ਲਓ ਜਾਂ ਅਲਾਮਾ ਸਾਹਿਬ ਨਾਲ ਕਰ ਲਓ। ਪਰ ਉਹ ਗੁੱਸਾ ਕਰਦੇ ਨਾ, ਉਹ ਗੁੱਸਾ ਕਰ ਜਾਂਦੇ ਨੇ। ਕੋਈ ਗੁੱਸਾ ਨਹੀਂ ਕਰ ਰਹੇ ਉਹ ਤੇ ਅਗਰ ਉਹਨਾਂ ਦੇ ਜਿਤਨਾ ਅਮਲ ਹੈ ਕਿ ਤੁਸੀਂ ਗੱਲ ਕਰੋ, ਸੁਣਨਗੇ ਤੁਹਾਡੀ ਗੱਲ। ਠੀਕ ਹੈ ਜੀ, ਠੀਕ ਹੈ। ਤੁਸੀਂ ਭਾਵੇਂ 10 ਮਿੰਟ ਗੱਲ ਕਰੋ, ਖਾਮੋਸ਼ ਰਹਿ ਕੇ ਸੁਣਨਗੇ ਤੁਹਾਡੀ ਗੱਲ। ਕਰ ਲਓ। ਠੀਕ ਹੈ। ਹਾਂ, ਮੈਂ ਕਹਿੰਦੇ ਹਾਂ ਕਿ ਅਗਰ ਠੀਕ ਹੈ, ਅਗਰ ਕਿਸੇ ਦੇ ਭੈਣ ਨਾਲ ਜਾਂ ਧੀ ਦੇ ਅਲਫਾ ਇੱਕ ਅਸੂਲ ਕਾਇਮ ਕਰ ਲੈਣ ਸਨ ਸਭ, ਇੱਕ ਅਸੂਲ ਕਾਇਮ ਕਰਨ ਕਿ ਭਾਈ ਅਗਰ ਮੈਂ ਕਿਸੇ ਦੀ ਧੀ ਭੈਣ ਦੇ ਉੱਤੇ ਅਲਫਾਜ਼ ਉਹ ਪਾਏ ਨੇ, ਠੀਕ ਹੈ, ਤੇ ਮੈਂ ਖੁਦ ਆਪਣੇ ਮੂੰਹ ਕਹਿ ਰਿਹਾ ਵਾਂ ਕਿ ਉਹ ਗਾਲ ਨਹੀਂ ਨੇ, ਉਹਨੂੰ ਮੈਂ ਆਪਣੀ ਭੈਣ ਸਮਝ ਰਿਹਾ ਵਾਂ, ਉਹਨੂੰ ਮੈਂ ਆਪਣੇ ਬਲਾਲ ਹਨੀਫ ਸਾਹਿਬ ਖੁਦ ਭੈਣ ਸਮਝ ਰਹੇ ਸਨ, ਤੇ ਉਹ ਅਲਫਾਜ਼ ਉਹਨਾਂ ਦੇ ਦੱਸ ਰਹੇ ਸਨ ਤੇ ਕਹਿ ਰਹੇ ਸਨ ਕਿ ਇਹ ਗਲਤ ਅਲਫਾਜ਼ ਨਹੀਂ ਨੇ, ਇਹ ਗਲਤ ਅਲਫਾਜ਼ ਨਹੀਂ ਨੇ, ਇਹ ਗਲਤ ਅਲਫਾਜ਼ ਨਹੀਂ ਨੇ, ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ, ਇਹ ਚੀਖ ਚੀਖ ਕੇ ਕਹਿ ਰਹੇ ਸਨ। ਮੈਂ ਉਹੀ ਅਲਫਾਜ਼, ਉਹੀ ਤਰਜਮਾ ਜਿਹੜਾ ਇਹਨਾਂ ਨੇ ਕੀਤਾ ਆਪਣੀ ਬਰਾੜ ਤੇ ਕਿ ਮਾਰਨ ਵਾਲਾ, ਕਤਲ ਕਰਨ ਵਾਲਾ ਤਰਜਮਾ, ਮੈਂ ਉਹੀ ਲਫ਼ਜ਼ ਜਿਹੜਾ ਇਹਨਾਂ ਨੇ ਇਹਨਾਂ ਦਾ ਅਸੂਲ ਬਣਾਇਆ, ਮੈਂ ਆਪਣਾ ਅਸੂਲ ਨਹੀਂ ਬਣਾਇਆ, ਇਹਨਾਂ ਦਾ ਹੀ ਅਸੂਲ ਬਣਾਇਆ। ਉਹ ਤੁਹਾਡੇ ਹੀ ਲਫ਼ਾਜ਼ ਨੇ, ਤੁਹਾਡੀਆਂ ਹੀ ਆਵਾਜ਼ਾਂ ਨੇ, ਅਸਾਂ ਨਾ ਕੋਈ ਅਸੂਲ ਬਣਾਇਆ, ਨਾ ਅਸਾਂ ਕੋਈ ਮਹਿਨਾ ਕੱਢਿਆ, ਬਣਾਇਆ ਸੀ ਤੁਹਾਡੇ ਹੀ ਅਲਫਾਜ਼। ਉਹ ਗੱਲ ਸੁਣ ਲੈ, ਕੋਈ ਬਲਾਲ ਨੇ, ਮੈਂ ਸੁਣਦਾ ਪਿਆ ਆ, ਬਲਾਲ ਨੇ ਕੋਈ ਐਸੀ ਗੱਲ ਨਹੀਂ ਕੀਤੀ, ਕੋਈ ਮਹਿਨਾ ਨਹੀਂ ਕੱਢਿਆ, ਨਾ ਉਹ ਆਖਦਾ ਰਿਹਾ ਮੈਂ ਕੋਈ ਮੁਰਾਦ ਨਹੀਂ ਲੈ ਰਿਹਾ। ਤੂੰ ਅੰਤ ਚੁੱਕੇ ਨੇ ਤੇ ਤੂੰ ਜੋ ਗਾਲ ਕੱਢੀ ਏ ਉਮੁਲ ਮੋਮਿਨੀਨ ਨੂੰ, ਨਬੀ ਪਾਕ ਦੀ ਜ਼ੌਜਾ ਨੂੰ, ਤੂੰ ਜੇ ਕਦੇ ਪਾਕਿਸਤਾਨ ਹੁੰਦਾ ਨਾ ਹੁਣ ਤਾਈਂ, ਤੇ ਤੈਨੂੰ ਦੱਸਿਆ ਜਾਂਦਾ ਕਿ ਇਹ ਤੂੰ ਜੋ ਕੋਈ ਸ਼ਾਤਮੀਅਤ ਕੀਤੀ ਉਹਦਾ ਇਹ ਅੰਜਾਮ ਹੈ। ਅਸਲ ਮਸਲਾ ਇਹ ਵੇ ਕਿ ਤੁਸੀਂ ਆ ਗਏ ਹੋ ਯੂਰਪ, ਤੁਸਾਂ 4 ਕਮਾ ਲੀਆਂ ਨੇ ਕੌਡੀਆਂ, ਤੇ ਤੁਸੀਂ ਇਹ ਸਮਝਦੇ ਹੋ ਸਾਡੇ ਤੋਂ ਹੁਣ ਕਾਨੂੰਨ ਕੋਈ ਅਪਲਾਈ ਨਹੀਂ ਹੁੰਦਾ। ਠੀਕ ਹੈ, ਇਹ ਕਾਨੂੰਨ ਦੀ ਧਮਕੀ ਹੈ, ਇਹ ਕੋਈ ਇਲੀਗਲ ਧਮਕੀ ਨਹੀਂ ਹੈ, ਇਹਦੇ ਤੇ ਕਾਨੂੰਨ ਅਪਲਾਈ ਨਹੀਂ ਹੁੰਦਾ। ਲੇਕਿਨ ਪਾਕਿਸਤਾਨ ਇਹੋ ਜਿਹਾ ਲੋਕਾਂ ਦੇ ਉੱਤੇ ਕਾਨੂੰਨ ਅਪਲਾਈ ਹੁੰਦਾ ਹੈ। ਜਿਹੜਾ ਨਬੀ ਦੀ ਬੀਵੀ ਨੂੰ ਗਾਲ ਕੱਢੇ ਉਹਦੇ ਤੇ ਕਾਨੂੰਨ ਅਪਲਾਈ ਹੁੰਦਾ ਹੈ, ਜਿਹੜਾ ਨਬੀ ਪਾਕ ਨੂੰ ਗਾਲ ਕੱਢੇ ਨਾ ਉਹਦੇ ਤੇ ਕਾਨੂੰਨ ਅਪਲਾਈ ਹੁੰਦਾ ਹੈ। ਇਹਦੇ ਉੱਤੇ ਕੋਈ ਬਹਿਸ ਦੀ ਜ਼ਰੂਰਤ ਨਹੀਂ, ਕੋਈ ਤਨਾਜ਼ੇ ਦੀ ਜ਼ਰੂਰਤ ਨਹੀਂ। ਇੱਕ ਵੀਡੀਓ ਆਡੀਓ ਨੇ ਆ ਕੇ ਸੁਣਾਈ ਏ ਕਿ ਬਈ ਇਹ ਗੱਲ ਉਹਨਾਂ ਨੇ ਕਹੀ ਏ, ਮੈਂ ਵਾਕਈ ਉਹਨਾਂ ਨੂੰ ਹੁਣ ਵੀ ਮੈਂ ਕਹਿਣਾ ਕਿ ਅਕੀਦੇ ਦੀ ਭੈਣ ਨਹੀਂ ਤੇ ਲੇਕਿਨ ਆਦਮ ਦੀ ਬੇਟੀ, ਹਵਾ ਦੀ ਬੇਟੀ ਹੋਣ ਦੀ ਵਜ੍ਹਾ ਤੋਂ ਮੈਂ ਉਹਨਾਂ ਨੂੰ ਉੱਥੇ ਵੀ ਕਹਿੰਦਾ ਰਿਹਾ ਬਾਜੀ ਆਦੀਆ ਤੁਸੀਂ ਜ਼ਿਆਦਤੀ ਕਰ ਰਹੇ ਹੋ, ਮੈਂ ਇਸ ਤਰ੍ਹਾਂ ਦੀ ਗੱਲ ਤੁਹਾਨੂੰ ਕੋਈ ਨਹੀਂ ਕਹੀ। ਉਹ ਮੈਨੂੰ ਬਾਰ-ਬਾਰ ਇਹ ਲਫ਼ਜ਼ ਕਹੀ ਜਾ ਰਹੀ ਰਿਕਾਰਡਿੰਗ ਹੋਈ ਪਈ ਹੈ। ਐਨੀ ਗੱਲ ਹੈ। ਤੁਹਾਡੀ ਆਵਾਜ਼ ਡਬਲ ਹੋ ਰਹੀ ਹੈ ਹੁਸੈਨੀ ਸਾਹਿਬ, ਤੁਹਾਡੇ ਨੂੰ ਸ਼ਾਇਦ ਆਵਾਜ਼ ਡਬਲ ਹੋ ਰਹੀ ਹੈ। ਅੱਛਾ ਜੀ, ਤੁਹਾਡੀ ਤਰਫ ਆਵਾਜ਼ ਡਬਲ ਹੋ ਰਹੀ ਹੈ। ਤਨਾਜ਼ੇ ਦੀ ਕੋਈ ਗੱਲ ਨਾ ਤੇ ਸਾਡੇ ਚ ਕਿਸੇ ਬੰਦੇ ਨੇ ਕੋਈ ਲਫ਼ਜ਼ ਇੱਥੇ ਕਿਸੇ ਬੰਦੇ ਨੇ ਬੋਲੇ, ਨਾ ਬਿਲਾਲ ਭਾਈ ਨੇ ਨਾ ਮੈਂ, ਇਹ ਆਪੇ ਹੀ ਮੁਰਾਦ ਲੈ ਕੇ ਆਪੇ ਹੀ ਜਾ ਕੇ ਨਬੀ ਪਾਕ ਦੇ ਉੱਤੇ ਤੇ ਨਬੀ ਪਾਕ ਦੇ ਘਰਾਣੇ ਦੇ ਉੱਤੇ ਬੰਦਾ ਇਹੋ ਜਿਹੇ ਗੰਦੇ ਅਲਫਾਜ਼ ਚਸਪਾਂ ਕਰੇ। ਪਹਿਲਾਂ ਘਰ ਬੋਲੇ, ਫਿਰ ਆਪਣੇ ਮੁਖਾਲਫ ਦੇ ਸਾਹਮਣੇ ਬੋਲੇ, ਫਿਰ ਜਾ ਕੇ ਨਬੀ ਪਾਕ ਦੇ ਘਰਾਣੇ ਤੇ ਬੋਲੇ। ਭਾਈ ਬੜੀ ਚੰਗੀ ਕੌਮ ਪੈਦਾ ਕੀਤੀ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੇ, ਹੱਦ ਹੋ ਗਈ।
ਸੁਣ ਤਾਂ ਲਓ ਉਹ ਜਿਹੜਾ ਲਫ਼ਾਜ਼ ਉਹਨਾਂ ਨੇ ਬੋਲੇ ਨੇ ਤੁਹਾਡੇ, ਜਿਨ੍ਹਾਂ ਨੂੰ ਤੁਸੀਂ ਭੈਣ ਕਹਿ ਰਹੇ ਹੋ, ਠੀਕ ਹੈ, ਉਹਨਾਂ ਨੇ ਕੋਈ ਲਫ਼ਾਜ਼ ਗਲਤ ਬੋਲੇ ਸਨ, ਕੋਈ ਗੁਸਤਾਖੀ ਵਾਲੇ ਜਾਂ ਤੋਹੀਨ ਵਾਲੇ ਬੋਲੇ ਸਨ? ਬੁਰੇ ਲਫ਼ਜ਼ ਬੋਲੇ ਨੇ, ਬਹੁਤ ਬੁਰੇ ਲਫ਼ਜ਼ ਬੋਲੇ ਨੇ, ਨਹੀਂ ਸੀ ਬੋਲਣੇ ਚਾਹੀਦੇ। ਕਿਹੜੇ ਲਫ਼ਾਜ਼? ਜਿਹੜੇ ਮੈਂ ਸੁਣਾਏ ਨੇ, ਮਾਰਨ ਵਾਲੇ, ਜੋ ਵੀ ਲਫ਼ਜ਼ ਉਹਨੇ ਬੋਲੇ ਨਹੀਂ ਸੀ ਬੋਲਣੇ ਚਾਹੀਦੇ ਨਾ। ਮੈਂ ਤੁਹਾਨੂੰ ਕਹਿੰਦਾ ਬਾਜੀ ਤੁਸੀਂ ਮੇਰੀ ਆਵਾਜ਼ ਸੁਣੀ ਜੇ ਕਿਹਦੇ ਵਿੱਚ? ਬਾਜੀ ਜ਼ਿਆਦਤੀ ਨਾ ਕਰੋ, ਬਾਜੀ ਆਦੀ। ਇਹ ਜਦੋਂ ਅੱਗੇ ਵੀ ਮੈਨੂੰ ਉਹ ਦੇਖੇ ਨਾ, ਦੂਰੋਂ ਰੋਲਾ ਪਾ ਦਿੰਦੀ ਖੰਜ਼ੀਰ ਖੰਜ਼ੀਰ ਖੰਜ਼ੀਰ। ਇਹ ਯਾਰ ਆਪਣੀਆਂ ਔਰਤਾਂ ਨੂੰ, ਆਪਣੀਆਂ ਧੀਆਂ ਭੈਣਾਂ, ਸਾਡੀਆਂ ਵੀ ਭੈਣਾਂ ਲੱਗਦੀਆਂ ਨੇ। ਜਾਂ ਮੈਂ ਇਹਨਾਂ ਨੂੰ ਪਿੱਛੇ ਕਰੋ, ਉਹਨਾਂ ਨੂੰ ਮਨਾ ਕਰੋ ਕਿ ਤੁਹਾਡਾ ਇਹ ਮੈਦਾਨ ਨਹੀਂ, ਤੁਹਾਡੀ ਮਿਹਰਬਾਨੀ ਤੁਸੀਂ ਪਿੱਛੇ ਹਟ ਜਾਓ। ਠੀਕ ਹੈ, ਇਹੋ ਜਿਹੇ ਅਲਫਾਜ਼ ਉਹਨਾਂ ਨੇ ਕਿਉਂ ਇਸਤੇਮਾਲ ਕੀਤੇ ਨੇ? ਇਹ ਅਸੂਲ ਸਿਰਫ ਉਹਨਾਂ ਵਾਸਤੇ? ਜੇ ਅਸੀਂ ਤੇ ਮੈਂ ਤੇ ਕਿਸੇ ਮੁਸਲਮਾਨ ਇਸੇ ਖਾਤੂਨ ਨੂੰ, ਮੁਸਲਮਾਨ ਖਾਤੂਨ ਨੂੰ ਕਦੇ ਆਪਣੀ ਬਰਾੜ ਤੇ ਲੈਂਦਾ ਹੀ ਨਹੀਂ ਹੈ, ਸਿਵਾਏ ਉਹ ਜਿਹੜੇ ਕੋਈ ਕਾਦੀਆਨੀ ਛੋੜ ਕੇ ਇਸਲਾਮ ਚ ਆਏ ਹੋਣ ਤੇ ਇਸ ਤਰ੍ਹਾਂ ਦੀ ਹਾਲਤ ਚ। ਮੈਂ ਇਸੇ ਗੱਲੇ ਔਰਤਾਂ ਨੂੰ ਨਹੀਂ ਲੈਂਦਾ। ਸੁਣ ਤਾਂ ਲਓ, ਅਸੂਲ ਉਹ ਬਣਾਓ, ਸਾਨੂੰ ਮਿਊਟ ਕਰ ਲਓ ਯਾਰ। ਜੇ ਅਸੂਲ ਉਹ ਬਣਾਓ ਜਿਹੜਾ ਸਭ ਤੇ ਅਪਲਾਈ ਹੋ ਸਕੇ, ਤੁਸੀਂ ਉਹ ਸਾਡੇ ਤੇ ਵੀ ਅਪਲਾਈ ਕਰ ਸਕੋ, ਬਾਕੀਆਂ ਤੇ ਵੀ ਅਪਲਾਈ ਕਰ ਸਕੋ। ਅਗਰ ਤੁਸੀਂ ਇਹ ਅਸੂਲ ਬਣਾਇਆ ਹੈ ਕਿ ਤੁਸੀਂ ਕਿਸੇ ਔਰਤ ਨਾਲ ਗੱਲ ਨਹੀਂ ਕਰਨੀ, ਤੇ ਨਾਲ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਆਪਣੀਆਂ ਔਰਤਾਂ ਨੂੰ ਕਹੋ ਕਿ ਬਾਹਰ ਨਿਕਲ ਕੇ ਗੱਲਬਾਤ ਨਾ ਕਰਨ, ਠੀਕ ਹੈ, ਤੇ ਇਹ ਅਸੂਲ ਖਾਲੀ ਹਾਥੀਆਂ ਵਾਸਤੇ, ਸਭ ਬਾਜੀ ਵਾਸਤੇ ਨਹੀਂ ਬਣਨਾ। ਇਹਦੇ ਵਿੱਚ ਤੇ ਕੋਈ ਅੱਛਾ, ਇਸ ਮਸ਼ਵਰੇ ਵਿੱਚ ਅਗਰ ਤੁਹਾਨੂੰ ਨਹੀਂ ਪਸੰਦ ਤੇ ਇਹ ਨਾ ਮੰਨੋ। ਮੈਂ ਇੱਕ ਬੁਰੀ ਗੱਲ ਤੇ ਨਹੀਂ ਕਹੀ ਹੈ ਕਿ ਆ ਕੇ ਔਰਤਾਂ ਦਾ ਬਰਾਡਾਂ ਦੇ ਉੱਤੇ ਚੜ ਕੇ ਇਹੋ ਜਿਹੇ ਅਲਫਾਜ਼ ਬੋਲਨੇ, ਇਹ ਅੱਛੀ ਗੱਲ ਨਹੀਂ ਹੈ। ਜੇ ਤੁਹਾਨੂੰ ਲੱਗਦਾ ਕਿ ਨਹੀਂ ਅੱਛੀ ਹੈ ਤਾਂ ਉਹਨਾਂ ਨੂੰ ਆਖੋ ਜਾਰੀ ਰੱਖੋ। ਮੈਂ ਤੇ ਉਹਨਾਂ ਕੋਲ ਮਾਜ਼ਰਤ ਕਰ ਲਈਏ ਵੀ ਬਾਜੀ ਆਦੀਆ ਤੁਸੀਂ ਮਿਹਰਬਾਨੀ ਕਰੋ, ਮੈਂ ਤੁਹਾਨੂੰ ਕਦੇ ਵੀ ਇਹੋ ਜਿਹੀ ਗੱਲ ਨਹੀਂ ਤੂੰ ਮੈਨੂੰ WhatsApp ਤੇ ਕਹੀ ਸੀ, ਪਤਾ ਨਹੀਂ WhatsApp ਤੇ ਇਹ ਕਿਹੜੇ ਨੰਬਰ ਤੇ ਕਿਹੜੇ ਗਰੁੱਪ ਤੇ ਕਿੱਥੇ ਕਿਹੜੇ ਨਾਂ ਤੋਂ ਮੇਰੇ ਨਾਲ ਇਹਨਾਂ ਦੀ ਗੱਲ ਹੋਈ, ਮੈਨੂੰ ਤਾਂ ਯਾਦ ਵੀ ਨਹੀਂ। ਅਗਰ ਤੁਸੀਂ ਇਸੇ ਅਸੂਲ ਤੇ ਕਾਇਮ ਰਹੇ ਨਾ, ਠੀਕ ਹੈ, ਕਿ ਇਹ ਅਲਫਾਜ਼ ਗਲਤ ਬੋਲੇ ਨੇ, ਇਹ ਅਲਫਾਜ਼ ਮਨੋ ਜਾ ਕੇ ਲੋਕਾਂ ਦੀਆਂ ਬੈਠਕਾਂ 'ਚ, ਲੋਕਾਂ ਦੀਆਂ ਲਾਈਵਾਂ ਤੇ ਜਿੱਥੇ 200 400 ਬੰਦਾ ਬੈਠਾ ਸੀ, ਉੱਥੇ ਜਾ ਕੇ ਨਹੀਂ ਸੁਣਾਉਣੇ ਚਾਹੀਦੇ, ਕਿਉਂਕਿ ਗਲਤ ਅਲਫਾਜ਼ ਨੇ ਤੁਹਾਡੇ ਬਾਰੇ 'ਚ ਨਹੀਂ ਸਨ ਬੋਲਣੇ ਚਾਹੀਦੇ, ਠੀਕ ਹੈ। ਤੇ ਤੁਸੀਂ ਹੱਸ ਕੇ ਜਾਂ ਰਸੂਲ ਦੀ ਬਰਾੜ ਤੇ ਇਹਦਾ ਮਜ਼ਾਕ ਨਹੀਂ ਉਡਾਇਆ। ਇਹ ਜੋ ਤੁਸੀਂ ਯਾਰ ਅਸੀਂ ਘਰ ਬਹਿ ਕੇ ਅਸੀਂ ਮਾਤਮ ਕਰੀਏ, ਹਾਂ ਅਸੀਂ ਘਰ ਬਹਿ ਕੇ ਭਾਵੇਂ ਫੂੜੀ ਪਾਈਏ ਵੀ ਇਹ ਦੇਖੋ ਖਾਤੂਨ ਨੇ ਮੇਰੇ ਨਾਲ ਕਿੰਨੀ ਜ਼ਿਆਦਤੀ ਕੀਤੀ, ਇਹਦੇ 'ਚ ਕਿਹੜੀ ਬੁਰੀ ਗੱਲ ਹੈ? ਨਹੀਂ ਸਿਰਫ ਇਹੀ ਕਿਹਾ ਉਹਦੀ ਜ਼ਿਆਦਤੀ ਕੀਤੀ ਹੈ, ਬਿਲਕੁਲ ਇਹੀ ਕਿਹਾ ਜ਼ਿਆਦਤੀ ਕੀਤੀ ਹੈ। ਹੋਰ ਅਲਫਾਜ਼ ਨਹੀਂ ਕਹਦੇ, ਹੋਰ ਅਲਫਾਜ਼ ਜੋ ਮਰਜ਼ੀ ਕੋਈ ਬੋਲੀ, ਜੋ ਉੱਥੇ ਬਰਾੜ ਹੈ 100 ਬੰਦਾ ਬੈਠੇ ਆ, ਜੋ ਕਿਸੇ ਦੇ ਮੂੰਹ ਚ ਆਉਂਦਾ ਉਹ ਕਹੀ ਜਾਵੇ। ਲੇਕਿਨ ਅਸੀਂ ਤੇ ਇਸੇ ਇੱਕ ਮਿੰਟ ਗੱਲ ਸੁਣ ਲਓ, ਅਸੀਂ ਐਸੇ ਹੀ ਨੁਕਤਾ ਨਜ਼ਰ ਨਾਲ ਬਿਆਨ ਕੀਤੇ ਨੇ ਕਿ ਉਸ ਖਾਤੂਨ ਨੇ, ਸਾਡੀ ਭੈਣ ਨੇ ਬਹੁਤ ਬੁਰੇ ਲਫ਼ਜ਼ ਇਸਤੇਮਾਲ ਕੀਤੇ ਨੇ, ਉਹਨੂੰ ਇੰਜ ਨਹੀਂ ਸੀ ਕਹਿਣਾ ਚਾਹੀਦਾ। ਇਹ ਸਾਡਾ ਤਜਾਜ ਨਹੀਂ, ਉਹਨਾਂ ਨੂੰ ਆਖੋ ਖਿੱਚ ਪੱਟ ਕੇ ਰੱਖੋ, ਹੋਰ ਇਸਤੇਮਾਲ ਕਰੋ ਇਹੋ ਜਿਹੇ ਲਫ਼ਜ਼। ਅਗਰ ਅਲਫਾਜ਼ ਜਿਹੜੇ ਨੇ ਮੈਂ ਕਹਾਂ, ਠੀਕ ਹੈ, ਕਿ ਮੈਂ ਤੁਹਾਨੂੰ ਠੋਕ ਦਿਆਂਗਾ ਮਿਸਾਲ ਦੇ ਤੌਰ ਤੇ, ਠੀਕ ਹੈ, ਇਹਦੇ ਤੁਸੀਂ ਕੀ ਮੰਨੀ ਲਵੋਗੇ? ਯਾਰ ਮਰਦਾਂ ਦੀ ਗੱਲ ਹੋਰ ਹੁੰਦੀ ਏ, ਔਰਤਾਂ ਨੂੰ ਇਹੋ ਜਿਹੇ ਲਫ਼ਜ਼ ਨਹੀਂ ਬੋਲਣੇ। ਉਹਨਾਂ ਨੇ ਮਰਦਾਂ 'ਚ ਬਹਿ ਕੇ ਇੱਕ ਮਰਦਾਂ ਵਾਲੇ ਅਲਫਾਜ਼ ਯੂਜ਼ ਕਰ ਲਏ ਨੇ, ਠੀਕ ਹੈ। चलो चंगा, अगर तुम ठीक लगता है जनानियां को लड़ी जा रहे यार, कोई गुफ्तगू करें किसका कोई फायदा है? गल कर रहा हूं कि एक मर्दां वाले अल्फाज ने, अच्छा ठीक है, जे अच्छे ने अल्फाज तो उन्होंने आखो जारी रखो। मुक दी गल यार, मैं बहस नहीं इस गल ते करना चाहता। बलासफहमी क्यों लांदे हुण ते इस गल? बलासफहमी जेड़ा तू नबी दी बीवी दे बारे अल्फाज इस्तेमाल कीते ने, ओ ਇਹੀ ਜਿਹੜੇ ਮਰਦਾਂ ਵਾਲੇ ਅਲਫਾਜ਼ ਗਲਤ ਨੇ, ਇਹੀ ਨਾ ਅਸੀਂ ਕਹਿੰਦੇ ਆ, ਨਾ ਸਾਡੀ ਸ਼ਰੀਅਤ ਦੇ ਵਿੱਚ ਲਫ਼ਜ਼ ਜਾਇਜ਼ ਨੇ, ਨਾ ਹਜ਼ਰਤ ਅਲੀ ਨੇ ਕਿ ਜਿਹੜੇ ਤੂੰ ਬਕਵਾਸ ਕਰ ਕਰਕੇ ਉਮੁਲ ਮੋਮਿਨੀਨ ਦੇ ਬਾਰੇ ਬੋਲਦਾ ਰਿਹਾ। ਨਹੀਂ ਇਹ ਦੇਖੋ ਮੇਰੀ ਗੱਲ ਸੁਣੋ, ਆਰਾਮ ਨਾਲ ਤਹੱਮਲ ਨਾਲ ਗੱਲ ਸੁਣੋ। ਇਹ ਅਲਫਾਜ਼ ਗਲਤ ਤੇ ਨਹੀਂ ਨਾ ਹੈ ਅਗਰ ਅਸੀਂ ਆਪਸ ਵਿੱਚ ਯੂਜ਼ ਕਰ ਰਹੇ, ਗਲਤ ਲਫ਼ਜ਼ ਨੇ ਨਹੀਂ, ਮਰਦਾਂ ਵਾਸਤੇ ਇਸਤੇਮਾਲ ਕਰੋ। ਯਾਰਾ ਭਾਈ ਚੁੱਪ ਕਰ ਜਾ ਯਾਰ, ਬਸ ਛੱਡ ਦੇ ਹੁਣ ਗੱਲ, ਖਤਮ ਹੋ ਗਈ। ਮਰਦਾਂ ਨਾਲ ਲੜਦੇ ਨੇ, ਜਾਇਜ਼ ਨਜਾਇਜ਼ ਵੀ ਲਫ਼ਜ਼ ਬੋਲ ਜਾਂਦੇ ਨੇ। औरतों का क्या काम है लफ्ज़ बोलना? ये इधर कोई मर्द नहीं है, सारे ही जनाने हैं, और ज्यादा मर्द बनने की किसी को जरूरत नहीं है। तुम बहुता ना बाना, ना तेरी जुबान च इन्ना को असर है ते ना तेरी वोकैबुलरी आनी, सिवाय गालां कड्ढण दे तेरे पल्ले कख भी नहीं है। सिर्फ तू गालां कढ सकना है ते शातमियत कर सकदे हो, ओ सारे तुसीं कर, ओ तुहाडे सारिਆਂ च क्वालिटी है। ਤੇ ਤੇਰੇ ਕੋਲ ਕੀ ਹੈ? ਤੇਰੇ ਕੋਲ ਵੋਕੈਬਲਰੀ ਹੈ? ਮੇਰੇ ਕੋਲੇ ਵੋਕੈਬਲਰੀ ਹੈ, ਤੁਹਾਡੀਆਂ ਚੀਕਾਂ ਕਢਾਈਆਂ ਨੇ, ਸਾਰੇ ਰੋਂਦੇ ਹੋ ਮੇਰੀ ਜਾਨ ਨੂੰ ਪਏ। ਸਾਰੀਆਂ ਬਰਾਡਾਂ ਤੋਂ ਤੇ ਬਹਿ ਕੇ ਫੂੜੀ ਪਾ ਕੇ ਮੇਰੇ ਵੈਣ ਕਰਨ ਲੱਗੇ ਹੋ, ਜਾ ਕੇ ਪੁੱਛ ਆਪਣੇ ਭਰਾਵਾਂ ਨੂੰ। ਹਮ ਤਾਂ ਤੇਰਾ ਮਜ਼ਾਕ ਉਡਾਤੇ हैं कि ਮਜ਼ਾਕ ਨਹੀਂ ਡਾਂਦੇ, ਮਜ਼ਾਕ ਨਹੀਂ ਡਾਂਦੇ, ਮਾਤਮ ਕਰਦੇ ਹੋ ਪਏ। ਫੋਟੋਆਂ ਲਾ ਕੇ ਮੇਰੀਆਂ ਫੋਟੋਆਂ ਲਾ ਕੇ ਨਾ ਓਏ ਮਾਤਮ ਕਰਨ ਲੱਗੇ ਨੇ, ਮਰਜ਼ਾਈ ਸਾਰੇ ਪਿੱਟਣ ਲੱਗੇ ਨੇ। ਅਸੀਂ ਤੇਰਾ ਜਿਹੜਾ ਤੁਹਾਡੇ ਜੋ ਬਹੁਤਾ ਗਲਾਰ ਹੈ ਨਾ, ਜਿਹੜਾ ਬਹੁਤਾ ਗਲਾਰ ਹੈ ਉਹਨੂੰ ਲਿਆ ਮੇਰੇ ਸਾਹਮਣੇ। ਮੈਂ ਵਾ ਆ ਜਾ, ਤੂੰ ਸਿਰਫ ਗਾਲਾਂ ਕੱਢ ਸਕਣਾ ਹੈ ਤੇ ਸ਼ਾਤਮੀਅਤ ਕਰ ਸਕਣਾ ਹੈ, ਕੀ ਤੂੰ ਕਰਨੀ ਗੱਲ? ਤੇ ਤੂੰ ਬੜੇ ਆਪਣਾ ਕੁਰਾਨ ਦੀਆਂ ਆਇਤਾਂ ਪੜ੍ਹਨਾ ਸ਼ੋਰਿਆ,
ਵੇਖ गाला ਵੇਖ काटना ਜ਼ਬਾਨ ਵੇਖ पिया था। ਸ਼ੋਰੀਆ ए देखो, ਸ਼ੋਰੀਆ ये कहते कि मैं ਇਹਦੀ तेरा ਜ਼ਬਾਨ ध्यान ਵੇਖੋ देता ਪਹਿਲਾਂ। हूं। नहीं तू अपना वही ਆ ਜਾ पढ़ना, ਪਰਾਂ ऐसा ਜਾ नहीं ਜਾ होगा। ਜਾ ਜਾ ਮੇਰੇ ਨਾਲ ਮੂੰਹ ਨਾਲ ਲੱਗੀਆਂ ਮੈਂ या ਤੈਨੂੰ ਦੱਸ रसूल ਦਿਆਂ। अल्लाह, ਨਹੀਂ ਤੇਰੇ या ਚ रसूल अल्लाह, ਤਮੀਜ਼ तुसी अपना ਯਾਰ ਰਸੂਲ ਅੱਲਾਹ ਦਾ ਨਾਂ ਨਾ ਲਈ वही- ਆਪਣੀ ਗੰਦੀ ਜ਼ਬਾਨ ਨਾਲ। तुसी वही हुई है, मेरी वोकैबुलरी बड़ी है ते मैं वो ਤੂੰ ਕਿਸੇ ਭਾਂਡੇ ਦਾ ਟੱਕਣੀ, ਮੈਂ ਤੈਨੂੰ ਤੇਰਾ ਇਲਮ ਨੂੰ ਵੀ ਜਾਣਨਾ ਤੇ ਤੇਰੀ ਗੱਲ ਨੂੰ ਵੀ ਜਾਣਨਾ। ओ मैं तेरे वर्गे को ना वो ਤੂੰ ਉਹੀ ਹੈ ਜਿਹਨੇ ਆਖਿਆ ਉਹ ਨਵਾਬਾਂ ਨੇ, ਉਹ ਨਵਾਬ ਕਾਂ ਦੇ ਸਨ ਜਿਨ੍ਹਾਂ ਮਿਰਜ਼ਾ ਸਾਹਿਬ ਨੂੰ ਬੀਵੀ ਦੇ ਸਕੀ, ਉਹ ਨਵਾਬ ਕਾਂ ਦੇ ਸਨ। ਪਤਾ ਹੀ ਕੀ ਜਵਾਬ ਲੱਭਾ ਹੈ? ओ शोया, मैं जो अंडर शेव करता हूं ना तो तेरे जैसे कहीं नीचे गिरते हैं। ਇਹ ਵੇਖੋ ਇਹ ਜਿਹੀ ਦੀ ਤਮੀਜ਼, ਇਹੋ ਜਿਹੇ ਪਲੀਤ ਬੰਦੇ ਨੂੰ, ਇਹੋ ਜਿਹੇ ਪਲੀਤ ਬੰਦੇ ਨੂੰ ਬਹਾ ਕੇ ਕਿਹੜੀ ਇਲਮੀ ਗੱਲ ਕਰਵਾਣੀ ਸਾਨੀ ਸਾਹਿਬ? प्लीज ही बटवानी करनी, अंडर शेव करनी, सलाम का ਮਤਲਬ ਇਹਨਾਂ ਲੋਕਾਂ ਕੋਲੋਂ ਕਿਹੜੀ ਇਲਮੀ ਗੱਲ ਦੀ ਤਵੱਕੁ ਤੁਸੀਂ ਰੱਖਦੇ ਹੋ? ਇਹ ਇਸੇ ਤਰ੍ਹਾਂ ਦੇ ਨੇ, ਇੱਕ ਤੋਂ ਬਾਅਦ ਇੱਕ। ਸਟਿਕ ਸੇ ਵੈਸੇ ਬਿਲਕੁਲ ਹੀ ਹੱਥੋਂ ਨਿਕਲਦਾ ਹੀ ਜਾਂਦਾ ਹੈ। ਗਲਾਜ਼ਤ ਦੇ ਵਿੱਚ ਚੈਂਪੀਅਨ ਬਣਨਾ ਚਾਹੁੰਦਾ ਹੈ, ਪਤਾ ਨਹੀਂ ਕਿਉਂ। ਆਇਨਾ ਨਜ਼ਰ ਆ ਗਿਆ ਨਾ, ਸਾਰਾ ਕੋਈ ਅੱਖਾਂ ਨਾਲ ਤੱਕ ਲਿਆ ਨਾ, ਜੋ ਕੋਈ ਸਾਹਮਣੇ ਆਵੇ। ਬੜੀ ਕੀਤੀ ਹੈ ਵੀ ਕਿਸੇ ਤਰੀਕੇ ਨਾਲ ਗੱਲ ਜਿਹੜੀ ਹੈ ਉਹ ਅਮਨ ਔਰ ਸਲਾਮਤੀ ਦੀ ਤਰਫ ਆ ਜਾਏ, ਲੇਕਿਨ ਗੁੱਸਾ ਜਾ ਨਹੀਂ ਰਿਹਾ। ਬਹੁਤ ਬੁਰਾ ਹੈ। ਜਿਹੜਾ ਵੀ ਬੰਦਾ ਇਹੋ ਜਿਹੇ ਅਲਫਾਜ਼ ਇਸਤੇਮਾਲ ਕਰਦਾ ਹੈ ਹੁਸੈਨ ਸਾਹਿਬ, ਉਹਦੇ ਖਿਲਾਫ ਉਹਨੂੰ ਰੋਕਣਾ ਚਾਹੀਦਾ ਹੈ, ਉਹਨੂੰ ਥੱਲੇ ਲਾਣਾ ਚਾਹੀਦਾ ਕਿ ਬਈ ਇਹ ਨਹੀਂ, ਅਸੀਂ ਮਾਹੌਲ ਆਪਣਾ ਇਲਮੀ ਰੱਖਣਾ ਹੈ, ਇਲਮੀ ਤੌਰ ਤੇ ਗੱਲਬਾਤ ਕਰੋ, ਸੁਣੋ, ਜਵਾਬ ਲਓ, ਸਵਾਲ ਕਰੋ। ਲੇਕਿਨ ਇਹ ਕਿਹੜੇ ਅਲਫਾਜ਼ ਨੇ ਤੇ ਕਿਹੜੀ ਗੁਫ਼ਤਗੂ ਹੈ? ਬੇਸ਼ੱਕ ਇਸ ਤਰ੍ਹਾਂ ਗੱਲ ਹੈ। ਸਾਡੀਆਂ ਬਰਾਡਾਂ ਤੇ ਵੀ ਜਾਂਦੇ ਨੇ, ਵੱਲਾ ਜਾ ਕੇ ਗਾਲਾਂ ਕੱਢਦੇ ਨੇ, ਐਸੀ ਅਸੀਂ ਗੰਦੀਆਂ ਗਾਲਾਂ ਕੱਢਦੇ ਨੇ। ਅਸੀਂ ਕਈ ਵਾਰੀ ਹੱਸ ਪੈਂਦੇ ਹਾਂ ਤੇ ਰਿਕਾਰਡਿੰਗ ਪੇ ਕਰਦੇ ਹਾਂ, ਅਸੀਂ ਆਨਾ ਚਲੋ ਕੱਢਣ ਦਿਓ, ਕੋਈ ਨਾ ਬੋਲਿਓ। उसका ये मौदूद फरमाते हैं और मैं अपने खुदा की तरफ से तमाम तर कुव्वत और बरकत और इज्जत के साथ भेजा गया हूँ, और ये मेरा कदम एक ऐसे मीनार पर है जिस पर हर एक बुलंदी खत्म हो जानी। बिल्कुल बस खुदा से डरो ए जवां मर्दो और मुझे पहचानो और मेरी नाफरमानी ना करो। ਅਬਦਰ ਰੂਫ ਸਾਹਿਬ ਕਹਿੰਦੇ ਵੀ ਨਬੀ ਪਾਕ ਦਾ ਤਖਤ ਸਾਰਿਆਂ ਤੋਂ ਉੱਤੇ। ਮੈਂ ਕਿਹਾ ਮਿਰਜ਼ਾ ਸਾਹਿਬ ਆਂਦੇ ਮੇਰਾ ਤਖਤ ਸਾਰਿਆਂ ਤੋਂ ਉੱਤੇ। नहीं नबी पाक तो उत्ते ते मिर्जा साहब नहीं, मिर्जा साहब ते उन्हां दी जुत्ती दे बराबर ने। नहीं, वो आंदे ने सब तो उत्ते तख्त मेरा आसमान तो आंदे ने, मैनूं अल्लाह ताला ने आख्या है कि आसमान तो कई तख्त उतारे गए, सब तो ऊंचा तख्त तेरा बिछाया गया। ए लफ्ज ने इल्हाम दे, इल्हामी अल्फाज हाँ बिल्कुल, लेकिन वो उम्मत दे जेड़े ने उम्मत दा मुहम्मदिया जिक्र दे कोई विच नहीं, उम्मत दा जिक्र कोई नहीं है। उम्मत वाले लफ्ज तुसी पे पांदे हो। नहीं होते हैं नहीं कि लफ्ज उम्मत है नहीं, लेकिन उन्हां दा मकसद तो यही है ना, क्योंकि वो कई दफा कई जगह बयान कर चुके हैं। मकसद ते खलीफा साहब ने ਉਹਨੂੰ ਜਸਟਿਸ ਮਨੀਰ ਨੂੰ ਆਖਿਆ ਵੀ ਮਕਸਦ ਮੇਰਾ ਇਹ ਵੇ ਕਿ ਇੱਕ ਦਾਇਰੇ ਦੇ ਅੰਦਰ ਤੇ ਇੱਕ ਦਾਇਰੇ ਦੇ ਬਾਹਰ। ਉਹਨੇ ਆਖਿਆ ਵੀ ਇਹ ਮਕਸਦ ਤੁਸੀਂ ਤੇ ਬਿਆਨ ਕਰਦੇ ਹੋ ਨਾ, ਉੱਥੇ ਦੇ ਮਕਸਦ ਉਹਨਾਂ ਨੇ ਤੇ 5 ਦਾਇਰੇ ਬਣਾ ਛੱਡੇ ਨੇ। ਜੀ ਹਾਂ, ਗੱਲ ਐਸੀ ਹੈ ਕਿ ਜਿਸ ਵਕਤ ਤੁਸੀਂ ਕਿਸੇ ਆਮ ਮਜਲਿਸ ਵਿੱਚ ਬੈਠੇ ਆ, ਕਿਸੇ ਬੰਦੇ ਦੀ ਤਾਰੀਫ ਕਰਦੇ ਹੋ ਕਿ ਬਹੁਤ ਬੁਲੰਦ ਪਾਇਆ, ਬੜਾ ਨੇਕ ਸੀਰਤ, ਬਹੁਤ ਆਲਾ, ਸਭ ਤੋਂ ਆਲਾ ਬੰਦਾ ਦੇਖਿਆ ਜੀ, ਉਹਦਾ ਉਹ ਅਸਲ 'ਚ ਉਸ ਦਾਇਰੇ ਦੇ ਅੰਦਰ ਹੀ ਗੱਲ ਹੋ ਰਹੀ ਹੁੰਦੀ ਹੈ। ਉਹਦਾ ਇਹ ਮਤਲਬ ਨਹੀਂ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਉਹਨੂੰ ਮੁਆਜ਼ਨਾ ਕੀਤਾ ਜਾਏ। ਉਹਨਾਂ ਨਾਲ ਤੇ ਮੁਆਜ਼ਨਾ ਹੋ ਹੀ ਨਹੀਂ ਸਕਦਾ। ਨਹੀਂ ਇਹ ਠੀਕ ਹੈ ਗੱਲ ਹੈ ਕਿ ਅਗਰ ਕਿਸੇ ਮਖਸੂਸ ਦਾਇਰਾ ਅਹਬਾਬ ਦੇ ਵਿੱਚ ਗੱਲ ਹੋ ਰਹੀ ਹੋਵੇ, ਫਿਰ ਉਸ ਦਾਇਰਾ ਅਹਬਾਬ ਵਿੱਚ ਤੁਸੀਂ ਕਹਿ ਰਹੇ ਹੋ ਕਿ ਵੀ ਸਭ ਤੋਂ ਆਲਾ ਬੰਦਾ ਇਹ ਵੇ, ਇਹ ਗੱਲ ਠੀਕ ਹੈ। ਲੇਕਿਨ ਇੱਥੇ ਤੇ ਗੱਲ ਹੋ ਰਹੀ ਹੈ ਅਸਮਾਨ ਤੋਂ ਜਿਹੜੇ ਤਖਤ ਉਤਾਰੇ ਗਏ ਨੇ ਤੇ ਸਾਰਿਆਂ ਤੋਂ ਉੱਤੇ ਬਿਛਾਇਆ ਗਿਆ। ਅਸਮਾਨ ਤੋਂ ਤਖਤ ਤੇ ਸਭ ਤੋਂ ਵੱਡਾ ਇਨਾਮ ਅਸਮਾਨ ਤੋਂ ਕਿਹੜਾ ਨਾਜ਼ਲ ਹੋਇਆ? ਸਿਰਾਤ नहीं, जिस शख्स का बुनियादी दावा यही है कि मैनू एक मामूली जिहा भी इनाम नहीं सा मिल सकता अगर मैं हजरत मुहम्मद सल्लल्लाहु अलैहि वसल्लम दा खादिम और उन्हां दी इत्तबा करन वाला ना हुंदा, ते ਉਹ ਜਿੰਨੀਆਂ ਵੀ ਤਾਰੀਫਾਂ ਆਪਣੀਆਂ ਕਰੇਗਾ ਸਾਰੀਆਂ ਸਾਰੀਆਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਹੋਣਗੀਆਂ। ਉਹਦੀ ਆਪਣੀ ਕੋਈ ਤਾਰੀਫ ਨਹੀਂ। ਅਸਲ ਗੱਲ ਹੈ ਅਸਲ ਗੱਲ ਜੋ ਕਹਿ ਰਿਹਾ ਹੈ ਉਹ ਖੁਦ ਕਹਿ ਰਿਹਾ ਕਿ ਮੈਨੂੰ ਮਿਲੇ ਹੀ ਸਭ ਕੁਝ ਇਸ ਵਜ੍ਹਾ ਨਾਲ ਹੈ ਕਿ ਮੈਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੀ ਗੁਲਾਮੀ ਕੀਤੀ ਹੈ। ਇਹ ਤੇ ਸੁੱਖ, ਇਹ ਤੇ ਬਹੁਤ ਬਿਹਤਰੀਨ ਤਰੀਕਾ ਹੈ ਕਿ ਮੇਰੇ ਮੌਜਜ਼ੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੇ ਮੌਜਜ਼ੇ ਨੇ, ਮੇਰੇ ਸੱਚ ਸਾਰੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੇ ਸੱਚ ਨੇ। ਜੇ ਮੇਰੀਆਂ ਝੂਠੀਆਂ ਗੱਲਾਂ ਪਈਆਂ ਨਿਕਲਦੀਆਂ ਨੇ, ਪੇਸ਼ਗੋਈਆਂ ਪੂਰੀਆਂ ਨਹੀਂ ਪਈਆਂ ਹੁੰਦੀਆਂ, ਇਹ ਵੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਤੇ ਪਾਓ, ਕਿਉਂਕਿ ਮੇਰੇ ਤੇ ਉੱਤੇ ਤੁਹਾਡਾ। ਔਰ ਉਸ ਵੇਲੇ ਇਸਲਾਮ ਇੱਕ ਹਿਲਾਲ ਦੀ ਸੂਰਤ ਸੀ, ਇਸ ਵੇਲੇ 14ਵੀਂ ਦੇ ਚੰਦ ਦੀ ਸੂਰਤ। ਲੋ ਕਰੋ ਗੱਲ, ਪਿੱਛੇ ਰਹਿ ਕੀ ਗਿਆ। लेकिन हजरत मोहम्मद सल्लल्लाहु अलैहि वसल्लम दा फैज़ है ना सारा।
ਇਹ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਇਸ ਤਰ੍ਹਾਂ ਦਾ ਕੋਈ ਫੈਜ਼ ਨਹੀਂ ਛੱਡਿਆ ਜਿਹੜਾ ਉਹਨਾਂ ਦਾ ਹਿਲਾ ਲਵੇ ਤੇ ਪਿੱਛੋਂ ਚੌਦਵੀਂ ਦਾ ਚੰਨ ਬਣ ਜਾਏ। ਇਹੋ ਜਿਹਾ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਕੋਈ ਫੈਜ਼ ਨਹੀਂ ਛੱਡਿਆ। ਅੱਛਾ, ਇਹ ਟਾਕ ਮਾਸਟਰ ਸਾਹਿਬ ਤਰੋਂ ਦਿਨਾਂ ਬਾਅਦ ਨਜ਼ਰ ਆਏ ਨੇ, ਆ ਗਏ ਨੇ। ਜੇ ਕਾਲ ਪਾਣ ਤੇ ਲੈ ਲਿਆ ਜੇ ਇਹਨਾਂ ਨੂੰ, ਇਹਨਾਂ ਕੋਲੋਂ ਪੁੱਛਣਾ ਉਹ ਸਵਾਲ ਇੱਕ ਇਲਮੀ ਲੈ ਕੇ, ਬਲਕਿ 2 ਸਵਾਲ ਲੈ ਕੇ ਗਏ ਸਨ, ਇਸ਼ਤਿਹਾਰ ਦਾ ਤੇ ਲੈ ਆਏ ਸਨ। ਉਹ ਇਸ਼ਤਿਹਾਰ ਦੁਨੀਆ ਤੇ ਕੋਈ ਨਹੀਂ ਮੌਜੂਦ ਜਿਹੜਾ ਚੌਂ ਮੁੜਿਆਂ ਵਾਲਾ। ਟਾਕ ਮਾਸਟਰ ਸਾਹਿਬ ਤੇ ਮੈਨੂੰ ਕਿਤੇ ਨਜ਼ਰ ਹੀ ਨਹੀਂ ਆਉਂਦੇ। ਨਹੀਂ, ਉਹ 2-3 ਦਿਨ ਤੋਂ ਨਾ ਕਰੇ ਮੈਂ ਉਹਨਾਂ ਨੂੰ ਕਲਿੱਕ ਕਰ ਦਿੱਤਾ, ਦੇਖੋ ਹੋ ਸਕਦਾ ਆ ਜਾਏ। ਗੈਰ ਹਾਜ਼ਰ ਸਨ। ਆ ਗਏ ਨੇ। ਚਲੋ ਫਿਰ ਬੜੀ ਅੱਛੀ ਗੱਲ ਹੈ। अस्सलाम वालेकुम। वालेकुम सलाम। आप कहाँ पे होते हैं? मैं तो आपको बहुत ढूंढता रहता हूँ। भाई आप मुझे भी नजर नहीं आए, मैं भी आपको देख रहा था कि कहाँ चले गए हैं। मैं तो आमतौर पर हुसैनी साहब के ब्रॉड पे ही होता हूँ शाम को। ये दिन को होता है, दिन को अक्सर मैं नहीं होता। ਨਹੀਂ, ਤੁਸੀਂ 3 ਦਿਨ ਤੋਂ ਨਜ਼ਰ ਹੀ ਨਹੀਂ ਆ ਰਹੇ। ਮੈਂ ਤਾਂ ਕਿਹਾ ਜਾਂ ਕਿਰੇ ਬਾਹਰ ਨਿਕਲ ਗਏ ਨੇ, ਮਤਲਬ ਤੇ ਜਾਂ ਤੁਹਾਨੂੰ ਬਿਮਾਰ। ਇੰਤਜ਼ਾਰ ਸੀ ਆਮਿਰ ਨਜ਼ੀਰ ਭਾਈ, ਇਸ ਵਾਸਤੇ ਤੁਸੀਂ ਸੋਚਿਆ ਕਿ ਵੀ ਉਹ ਬੰਦਾ ਹੈ ਨਹੀਂ। ਮੈਂ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਦਿੱਤਾ ਸੀ ਔਰ ਤੁਸੀਂ ਆਪਣੀ ਆਦਤ ਦੇ ਮੁਤਾਬਕ ਉਹਦੀ ਰਿਕਾਰਡਿੰਗ ਕੀਤੀ, ਉੱਥੇ ਜਾ ਕੇ ਤੁਸੀਂ ਕੀਤੀ ਹੈ, ਤੁਹਾਡੇ ਏਜੰਟ ਨੇ ਕੀਤੀ ਔਰ ਤੁਸੀਂ ਉਹਨੂੰ ਬੜੇ ਖੂਬਸੂਰਤੀ ਨਾਲ ਇਸਤੇਮਾਲ ਕੀਤਾ ਕਿ ਜਦੋਂ ਮੈਂ ਸਵਾਲ ਕੀਤਾ ਲੋਕ ਕੁਝ ਦੇਰ ਖਾਮੋਸ਼ ਰਹੇ ਕਿ ਤੁਸੀਂ ਕਿਹਾ ਦੇਖੋ ਜੀ ਮਰਗ ਤਾਰੀ ਹੋ ਗਿਆ। ਸਕੂਤੇ ਮਰਗ ਕਿਹਾ ਨਹੀਂ, ਸਕੂਤੇ ਮਰਗ ਹੋਰ ਚੀਜ਼ ਹੈ। ਸਕੂਤੇ ਮੈਂ ਨਹੀਂ ਕਿਹਾ ਸਕੂਤੇ ਮਰਗ ਕਿਹਾ ਮੈਂ। ਅੱਛਾ ਤੁਸੀਂ ਮੇਰੀ ਵੀਡੀਓ ਕਿਉਂ ਚੈੱਕ ਕਰਦੇ ਹੋ? ਤੁਸੀਂ ਮੇਰੀ ਜਾ ਕੇ ਆਈਡੀ ਕਿਉਂ ਫੋਲਰਦੇ ਹੋ? ਤੁਹਾਨੂੰ ਕਿੰਨੇ ਇਜਾਜ਼ਤ ਦਿੱਤੀ ਟਾਕ ਮਾਸਟਰ ਸਾਹਿਬ ਤੁਸੀਂ ਮੇਰੀ ਆਈਡੀ 'ਚ ਜਾ ਕੇ ਮੇਰੀਆਂ ਵੀਡੀਓ ਫੋਲਰੋ? ਮੇਰੀ ਗੱਲ ਸੁਣ ਲਓ, ਤੁਹਾਡੀ ਵੀਡੀਓ ਵੈਸੇ ਹੀ ਆ ਜਾਂਦੀ ਹੈ, ਮੈਂ ਜਾ ਕੇ ਤੁਹਾਡੀ ਪ੍ਰੋਫਾਈਲ ਤੇ ਨਹੀਂ ਦੇਖਦਾ। ਨਹੀਂ, ਤੁਸੀਂ ਮੇਰੀਆਂ ਜਾ ਕੇ ਪ੍ਰਾਈਵੇਟ 'ਚ ਜਾ ਕੇ ਆਈਡੀ ਵੀਡੀਓ ਚੈੱਕ ਕੀਤੀਆਂ। ਬਿਲਕੁਲ ਪ੍ਰਾਈਵੇਟ ਨੇ ਜਿਹੜੀ। ਤੇ ਮੈਨੂੰ ਤੁਸੀਂ ਉਸ ਜਿਹੜਾ ਤੁਸੀਂ ਮੈਨੂੰ ਸਵਾਲ ਦਿੱਤਾ ਸੀ ਜਾਂ ਮੈਂ ਲਿਆ ਸੀ ਤੁਹਾਡੇ ਕੋਲੋਂ ਕਿ ਚਲੋ ਮੈਂ ਤੁਹਾਡੇ ਕੋਲੋਂ ਸਵਾਲ ਲਿਆ ਕਰਾਂਗਾ ਔਰ ਉਹਨਾਂ ਕੋਲੋਂ ਜਵਾਬ ਲੈ ਕੇ ਤੁਹਾਨੂੰ ਜਵਾਬ ਦੇ ਦਿਆ ਕਰਾਂਗਾ। ਮੈਂ ਇੱਕ ਅੱਛੀ ਸੋਚ ਨਾਲ ਇਹ ਗੱਲ ਸੋਚੀ ਸੀ, ਮਗਰ ਤੁਸੀਂ ਇਹ ਕੀਤਾ ਕਿ ਤੁਸੀਂ ਉਸ ਜਿਹੜਾ ਸਵਾਲ ਜਵਾਬ ਮੇਰਾ ਹੋਇਆ ਉੱਥੇ ਜਾ ਕੇ ਤੁਸੀਂ ਉਹਦੀ ਰਿਕਾਰਡਿੰਗ ਕਰਕੇ ਗਲਤ ਤਰੀਕੇ ਨਾਲ ਪੇਸ਼ ਕੀਤਾ ਔਰ ਲੋਕਾਂ ਨੂੰ ਇਹ ਲੱਗਾ ਕਿ ਇਹ ਏਜੰਟ ਹੈ ਉਹਦਾ ਆਮਿਰ ਨਜ਼ੀਰ ਦਾ, ਕਿਉਂਕਿ ਉਹਨੇ ਰਿਕਾਰਡਿੰਗ ਕਰਕੇ ਤੇ ਇਹ ਜਿਹੜੀ ਚੀਜ਼ ਹੈ ਨਾ, ਇਹ ਪੋਰਸ਼ਨ ਥੋੜਾ ਜਿਹਾ ਇਹ ਦੇ ਦਿੱਤਾ ਹੈ। ਤੁਸੀਂ ਬਾਕੀ ਦੀ ਸਾਰੀ ਰਿਕਾਰਡਿੰਗ ਜਿਹੜੀ ਉਹ ਨਹੀਂ ਦਿੱਤੀ, ਸਿਰਫ ਇਹ ਦਿੱਤੀ ਜਿਹੜੇ ਤੁਹਾਡਾ ਮਤਲਬ ਹਾਲ ਹੁੰਦਾ ਸੀ। ਮਤਲਬ ਤੁਹਾਨੂੰ ਉਹਨੇ ਦੁੱਕੀ ਕਹਿਣਾ ਸ਼ੁਰੂ ਕਰਤੇ ਵੀ ਆਮਰ ਦੀ ਦੁੱਕੀ ਹੈ। ਬਈ ਅਗਰ ਉਹ ਨਾ ਵੀ ਕਹਿਣ, ਲੇਕਿਨ ਮੈਨੂੰ ਤਾਂ ਮਹਿਸੂਸ ਹੋਇਆ ਨਾ। ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਔਰ ਸਿਰਫ ਇਹੀ ਵਜ੍ਹਾ ਹੈ ਕਿ ਮੈਂ ਦੁਬਾਰਾ ਜਿਹੜਾ ਤੁਹਾਡਾ ਦੂਸਰਾ ਤੀਸਰਾ ਸਵਾਲ ਸੀ ਉਹ ਇਸ ਵਾਸਤੇ ਕਰਨ ਦੀ ਹਿੰਮਤ ਨਹੀਂ ਕੀਤੀ ਕਿ ਤੁਸੀਂ ਫਿਰ ਤੁਹਾਡਾ ਕੋਈ ਜਾਸੂਸ ਜਿਹੜਾ ਹੈ ਨਾ ਉਹ ਰਿਕਾਰਡਿੰਗ ਕਰੇਗਾ ਔਰ ਆਪਣੇ ਮਤਲਬ ਦਾ ਪੋਰਸ਼ਨ ਜਿਹੜਾ ਹੈ ਉਹਨੂੰ ਹਾਈਲਾਈਟ ਕਰਕੇ ਰਿਕਾਰਡਿੰਗ ਕਰੇਗਾ ਔਰ ਫਿਰ ਉਹਦੇ ਨਾਲ ਮੇਰੀ ਪੋਜੀਸ਼ਨ ਜਿਹੜੀ ਉਹ ਡਾਊਨ ਹੋਏਗੀ। ਇਸ ਵਾਸਤੇ ਮੈਂ ਇਹ ਨਹੀਂ ਕਰਦਾ। ਤੁਹਾਨੂੰ ਆਪਣੀ ਪੋਜੀਸ਼ਨ ਤੋਂ ਕਿਉਂ ਡਰ ਰਹਿੰਦਾ ਹੈ ਟਾਕ ਮਾਸਟਰ ਸਾਹਿਬ? ਨਹੀਂ, ਇਹ ਤੁਸੀਂ ਡਾਊਨ ਵਾਲੀ ਗੱਲ ਹੀ ਕੋਈ ਨਹੀਂ। ਕਿਉਂ ਡਰਦੇ ਹੋ? ਪਤਾ ਨਹੀਂ ਕਿਉਂ। ਤੁਸੀਂ ਜੋ ਸਹੀ ਗੱਲ ਹੈ ਉਹ ਤੁਸੀਂ ਕਰੋ, ਕਿਸੇ ਨੂੰ ਪਸੰਦ ਆਂਦੀ ਹੈ ਆਵੇ, ਨਹੀਂ ਆਂਦੀ ਨਾ ਆਵੇ। ਮੈਂ ਆਪਣੀ ਰਿਸਪੈਕਟ ਵਾਸਤੇ ਕਰਨਾ ਹੈ, ਉਹ ਤੁਹਾਡੇ ਵਾਸਤੇ ਨਹੀਂ ਕਰਦਾ, ਨਾ ਮੈਂ ਕਿਸੇ ਕੋਲੋਂ ਡਰਨਾ ਹੈ। ਮੈਂ ਤੁਹਾਡੀ ਰਿਸਪੈਕਟ ਦੀ ਗੱਲ ਕਰ ਰਿਹਾ। ਤੁਹਾਡੀ ਰਿਸਪੈਕਟ ਤੇ ਇਹੀ ਕਿ ਤੁਹਾਨੂੰ ਆਪਣੀ ਗੱਲ ਬਿਆਨ ਕਰਨ ਦਾ ਹੋਵੇ, ਕਿਸੇ ਨੂੰ ਪਸੰਦ ਆਏ ਨਾ ਪਸੰਦ, ਉਹ ਤੁਹਾਡੀ ਰਿਸਪੈਕਟ ਤੇ ਕੀ ਫਰਕ ਪੈਂਦਾ? ਉਹ ਤੁਹਾਨੂੰ 100 ਬੰਦਾ ਕਹੇ ਟਾਕ ਮਾਸਟਰ ਬੜਾ ਹੀ ਸਮਝਦਾਰ ਹੈ, ਕੋਈ ਫਰਕ ਪਏਗਾ ਤੁਹਾਨੂੰ? 100 ਬੰਦਾ ਕਹੇ ਟਾਕ ਮਾਸਟਰ ਜਾਹਿਲ ਤਰੀਨ ਹੈ, ਕੀ ਫਰਕ ਪਏਗਾ? ਕੁਝ ਵੀ ਨਹੀਂ। ਜੋ ਤੁਸੀਂ ਹੋ ਤੁਸੀਂ ਉਹੀ ਰਹੋਗੇ। ਔਰ ਅਸਲ ਗੱਲ ਹੈ ਕਿ ਅੱਲਾਹ ਤਾਲਾ ਦੀ ਨਜ਼ਰ ਤੁਸੀਂ ਕੀ ਹੋ, ਉਹ ਹੈ ਮੇਨ ਗੱਲ। ਜੋ ਮੈਂ ਹੈ ਮੈਂ ਉਹੀ ਰਵਾਂਗਾ, ਲੇਕਿਨ ਉਹ ਜੋ ਮੈਂ ਸੋਚਣਾ ਹੈ ਉਹ ਵੀ ਸੋਚ ਵੀ ਮੇਰੀ ਹੀ ਰਹੇਗੀ, ਉਹ ਤੁਹਾਡੀ ਸੋਚ ਨਹੀਂ ਚੱਲ ਸਕਦਾ। ਹਾਂ, ਹੁਣ ਮਸਲਾ ਇਹ ਹੈ ਕਿ ਕੋਈ ਕੁਝ ਕਹਿ ਰਿਹਾ ਉਹਦੇ ਨਾਲ ਕੀ ਫਰਕ ਪੈਂਦਾ? ਮੇਰੀ ਗੱਲ ਤੇ ਸੁਣੋ ਨਾ, ਮੈਨੂੰ ਹੁਣ ਪਤਾ ਹੈ ਕਿ ਮੈਂ ਅਗਰ ਦੂਸਰਾ ਤੀਸਰਾ ਸਵਾਲ ਜਾ ਕੇ ਉੱਤੇ ਕੀਤਾ ਫਿਰ ਆਮਿਰ ਨਜ਼ੀਰ ਉਹੀ ਹਰਕਤ ਕਰਨਗੇ ਜਿਹੜੀ ਉਹਨਾਂ ਨੇ ਪਹਿਲੇ ਕੀਤੀ, ਤੇ ਮੈਂ 2 ਦਫਾ ਦੱਸਿਆ ਨਹੀਂ ਜਾਣਾ ਚਾਹੁੰਦਾ, ਇਸ ਵਾਸਤੇ ਮੈਂ ਡਰਨਾ ਇਸ ਗੱਲ ਤੋਂ। ਕਿਹੜੀ ਹਰਕਤ ਹੋ ਗਈ ਹੈ? ਅਗਰ ਤੁਸੀਂ ਕਿਤੇ ਗੱਲ ਕੀਤੀ ਹੈ ਤੁਸੀਂ ਜਾਂ ਤੇ ਤੁਸੀਂ WhatsApp ਤੇ ਕਰ ਲੈਣੀ ਸੀ, ਜਦੋਂ ਤੁਸੀਂ ਇਹਦੇ ਤੇ ਕੀਤੀ TikTok ਤੇ, ਇਹ ਹੁਣ ਅਸੀਂ ਪੇ ਕਰਨੇ ਆ, ਤੇ ਜਿਹੜੇ ਵੀ ਬੰਦੇ ਥੱਲੇ ਬੈਠੇ ਨੇ ਜਾਂ ਬਾਹਰ ਬਨੇਰਿਆਂ ਤੇ ਬੈਠੇ ਨੇ ਉਹਨੂੰ ਸੁਣ ਵੀ ਸਕਦੇ ਨੇ, ਰਿਕਾਰਡ ਵੀ ਕਰ ਸਕਦੇ ਨੇ। ਤੁਸੀਂ ਜਿਹੜੀ ਵੀਡੀਓ ਬਣਾਈ ਉਹਦੀ ਗਰਜ਼ੋ ਗਾਇਦ ਦੱਸੋ ਕੀ ਸੀ? ਨਹੀਂ, ਉਹਦੀ ਗਰਜ਼ੋ ਗਾਇਤ ਇਹੀ ਸੀ ਕਿ ਤੁਸੀਂ ਸਾਡੇ ਕੋਲ ਜਵਾਬ ਲੈ ਕੇ ਆ ਗਏ ਸੀ ਤੇ ਤੁਸੀਂ ਦੱਸਿਆ ਸੀ ਕਿ ਉਹ ਜਵਾਬ ਲੈ ਕੇ ਆ ਗਿਆ ਸੀ, ਮੈਂ ਗੱਲ ਕਰ ਲਈ ਤੁਹਾਡੇ ਨਾਲ, ਤੁਸੀਂ ਮੈਨੂੰ ਦੱਸੋ ਵੀਡੀਓ ਜਿਹੜੀ ਹੈ ਉਹਦੀ ਗਰਜ਼ੋ ਗਾਇਦ ਕੀ ਸੀ? ਉਹਦੇ ਪ੍ਰੂਫ ਦੇ ਤੌਰ ਤੇ ਇੱਕ ਐਸਾ ਇਸ਼ਤਿਹਾਰ ਕੋਈ ਮੌਜੂਦ ਨਹੀਂ ਹੈ, ਅੱਗੇ ਖਾਮੋਸ਼ੀ ਛਾ ਗਈ ਹੈ। ਇਸੇ ਵਾਸਤੇ ਮੈਂ ਤੁਹਾਨੂੰ ਖਾਤਮੁਲ ਮੁਫਸੀਦੀਨ ਕਹਿੰਦਾ, ਇਹਦੀ ਜਿਹੜੀ ਗਰਜ਼ੋ ਗਾਇਤ ਹੈ ਨਾ ਉਹ ਫਸਾਦ ਹੀ ਹੈ।
ਹੱਦ ਹੋ ਗਈ ਏ। ਅੱਛਾ, ਤੁਸੀਂ ਇਹ ਸਮਝਦੇ ਹੋ ਕਿ ਇਹ ਜਿਹੜੀ ਗੁਫ਼ਤਗੂ ਅਸੀਂ ਕਰਨੇ ਆ ਇੱਥੇ, ਇਹਦਾ ਕੋਈ ਕਿਸੇ ਨੂੰ ਇਲਮੀ ਫਾਇਦਾ ਨਹੀਂ ਪਹੁੰਚਣਾ ਚਾਹੀਦਾ? ਯਾਨੀ ਉਹ ਇੱਕ ਰਿਕਾਰਡ ਮਹਿਫੂਜ਼ ਹੋ ਜਾਏ, ਲੋਕਾਂ ਨੂੰ ਪਤਾ ਲੱਗ ਜਾਏ ਵੀ ਇਹਨੇ ਇਹ ਸਵਾਲ ਕੀਤਾ ਸੀ ਆਮਰ ਨੇ। ਇਲਮੀ ਫਾਇਦਾ ਹੈ ਕਿ ਸਵਾਲ ਜਵਾਬ ਸਾਰੇ ਦੀ ਬਜਾਏ ਤੁਸੀਂ ਇੱਕ ਥੋੜੀ ਜਿਹੀ ਗੱਲ, ਮੇਰੀ ਇੱਕ ਸਵਾਲ ਮੈਂ ਕੀਤਾ, ਉਹਦੇ ਬਾਅਦ ਖਾਮੋਸ਼ੀ ਛਾਈ ਥੋੜੀ ਦੇਰ ਮੇਰਾ ਵਾਸਤੇ। ਖਿਆਲ ਹੈ ਕਿ ਜਿਹੜੀ ਗੱਲ ਤੁਸੀਂ ਕੀਤੀ ਹੈ, ਔਰ ਅਗਰ ਕਿਸੇ ਜਗ੍ਹਾ ਉਹ ਗਲਤ ਇਸਤੇਮਾਲ ਹੋ ਗਈ ਹੈ ਤਾਂ ਤੁਸੀਂ ਉਹਦੀ ਵਜ਼ਾਹਤ ਕਰ ਦਿਓ ਤੇ ਵਜ਼ਾਹਤ ਇਹ ਪਹਿਲੇ ਤਾਂ ਸਾਨੂੰ ਸੁਣਾ ਦਿਓ, ਕਿਉਂਕਿ ਹਾਂ ਸਾਨੂੰ ਤੇ ਨਹੀਂ ਪਤਾ ਕਿਹੜੀ ਗੱਲ ਹੋਈ। ਮੈਂ ਉਹਦੀ ਵਜ਼ਾਹਤ ਕਰ ਦਿੱਤੀ ਹੈ ਤੇ ਫਿਰ ਉਹ ਵੀ ਮੰਜ਼ਰੇ ਆਮ ਤੇ ਆ ਜਾਏ, ਪੰਜਾਬ ਸਾਰੇ ਠੀਕ ਹੋ ਜਾਏਗਾ। ਰਸਾਨੀ ਭਾਈ, ਮੈਂ ਉਹਦੀ ਵਜ਼ਾਹਤ ਕਰ ਦਿੱਤੀ ਹੈ ਜਿੱਥੇ ਮੈਂ ਕਰਨੀ ਸੀ, ਅੱਛਾ, ਲੇਕਿਨ ਮੈਂ ਇਹ ਬਾਰ-ਬਾਰ ਵਜ਼ਾਹਤਾਂ ਜਿਹੜੀਆਂ ਨਾ ਉਹ ਮੈਂ ਨਹੀਂ ਕਰਾਂਗਾ। ਮੈਂ ਉਹ ਕੰਮ ਹੀ ਨਾ ਕਰਾਂਗੇ ਜੇ ਮੈਨੂੰ ਵਜ਼ਾਹਤਾਂ ਕਰਨੀਆਂ ਪੈਣ। ਅੱਛਾ, ਮੈਂ ਤੁਹਾਨੂੰ ਖੁਲਾਸਾ ਹੁਸੈਨ ਸਾਹਿਬ ਸੁਣਾ ਦਿੰਦਾ ਵਾ। ਜੀ ਜੀ, ਮਿਰਜ਼ਾ ਸਾਹਿਬ ਨੇ ਹਕੀਕਤੁਲ ਵਹੀ ਕਿਤਾਬ ਦੇ 228 ਸਫੇ ਤੇ ਲਿਖਿਆ ਹੈ ਕਿ 41 ਨੰਬਰ ਮੇਰਾ ਨਿਸ਼ਾਨ ਇਹ ਵੇ, ਕਾਫੀ ਨਿਸ਼ਾਨ ਮਿਰਜ਼ਾ ਸਾਹਿਬ ਆਪਣੇ ਲਿਖੇ। ਯਾ 41 ਨੰਬਰ ਨਿਸ਼ਾਨ ਇਹ ਵੇ ਕਿ ਅੱਜ ਤੋਂ 20-21 ਸਾਲ ਪਹਿਲੇ ਮੈਂ ਇੱਕ ਇਸ਼ਤਿਹਾਰ ਸ਼ਾਇਆ ਕੀਤਾ ਸੀ। ਉਹਦੇ ਚ ਮੈਂ ਲਿਖਿਆ ਸੀ ਕਿ ਅੱਲਾਹ ਤਾਲਾ ਨੇ ਮੇਰੇ ਨਾਲ ਵਾਅਦਾ ਕੀਤਾ ਹੈ ਕਿ ਤੈਨੂੰ 4 ਮੁੰਡੇ ਦਿਆਂਗਾ। ਫਿਰ ਅੱਲਾਹ ਤਾਲਾ ਨੇ ਉਹ 4 ਮੁੰਡੇ ਤੈਨੂੰ ਦਿਆਂਗਾ ਔਰ ਉਹ ਉਮਰ ਪਾਣਗੇ, ਔਰ ਉਹ ਇਹ 4 ਮੁੰਡੇ ਮੌਜੂਦ ਨੇ, ਇਹ ਉਹਨਾਂ ਦੇ ਨਾਂ ਨੇ। ਠੀਕ। ਮੈਂ ਇਹਨਾਂ ਨੂੰ ਸਿਰਫ ਇੰਨਾ ਸਵਾਲ ਕੀਤਾ ਹੈ ਕਿ ਉਹ ਇਸ਼ਤਿਹਾਰ ਕਿੱਥੇ ਵੇ? ਇਹ ਗਏ ਨੇ, ਇਹਨਾਂ ਨੇ ਪੁੱਛਿਆ ਕਿਸੇ ਬੰਦੇ ਨੂੰ ਜਾਂ ਕਿਸੇ ਬਰਾੜ ਤੇ, ਇਸ ਤਰ੍ਹਾਂ ਅੱਗੋਂ ਜਵਾਬ ਦੀ ਬਜਾਏ ਕਾਫੀ ਲੰਬੀ ਖਾਮੋਸ਼ੀ ਸੀ। ਮੈਂ ਇਹਨੂੰ ਕਿਸੇ ਭਾਈ ਨੇ ਰਿਕਾਰਡ ਕਰਕੇ ਵੀਡੀਓ ਭੇਜ ਦਿੱਤੀ ਤੇ ਇਹ ਵੀ ਐਨੀ ਦੇਰ ਨੂੰ ਆ ਗਏ, ਉਧਰੋਂ ਟਾਗ ਮਾਸਟਰ ਸਾਹਿਬ ਆ ਗਏ, ਉਧਰੋਂ ਵੀਡੀਓ ਆ ਗਈ, ਦੋਵੇਂ ਇਕੱਠੇ ਹੀ ਤਕਰੀਬਨ ਅੱਗੜ ਪਿਛੜੀ ਆ ਗਏ। ਇਹਨਾਂ ਨੇ ਮੈਨੂੰ ਕਿਹਾ ਕਿ ਅਮਰ ਇਹੋ ਜਿਹਾ ਇਸ਼ਤਿਹਾਰ ਕੋਈ ਨਹੀਂ ਮੈਨੂੰ ਲੱਭਾ, ਕੋਈ ਨਹੀਂ ਇਸ਼ਤਿਹਾਰ ਹੈ। ਤੇ ਇਹਨਾਂ ਦੀ ਉਹ ਜਿਹੜੀ ਵੀਡੀਓ ਮੈਨੂੰ ਪਹੁੰਚੀ ਸੀ ਕਿ ਜਿਸੇ ਇਹ ਸਵਾਲ ਕਰਨ ਗਏ ਸਨ ਤੇ ਅੱਗੋਂ ਖਾਮੋਸ਼ੀ ਲੱਭੀ, ਮੈਂ ਉਹ ਵੀ ਅਪਲੋਡ ਕਰਤੀ। ਮੈਂ ਕਿਹਾ ਵੀ ਇਹ ਦੇਖ ਲਓ, ਅਸੀਂ ਭੇਜਿਆ ਸੀ ਇਹ ਸਵਾਲ ਤੇ ਇਹ ਜਵਾਬ ਲੱਭਾ ਹੈ। ਅੱਗੋਂ ਖਾਮੋਸ਼ੀ ਜਿਹੜੀ ਹੈ ਉਹ ਤਾਰੀ ਹੋ ਗਈ ਹੈ, ਕਿਉਂਕਿ ਇਸ ਤਰ੍ਹਾਂ ਦਾ ਇਸ਼ਤਿਹਾਰ ਕੋਈ ਮੌਜੂਦ ਨਹੀਂ ਹੈ। ਐਨੀ ਕਰਕੇ ਇਹਦੇ ਚ ਕੋਈ ਨਾ ਗਾਲ ਹੈ, ਨਾ ਊਟਿੰਗ ਹੈ, ਨਾ ਤੰਜ਼ ਹੈ, ਨਾ ਕਿਸੇ ਦੀ ਕੋਈ ਇੱਜ਼ਤ ਨਫਸ ਮਜਰੂਬੀ। ਇੱਕ ਫੈਕਟ ਹੈ ਜਿਹਨੂੰ ਬਿਆਨ ਕਰਨਾ ਲੋਕਾਂ ਦੇ ਇਲਮ ਚ ਇਜ਼ਾਫੇ ਦਾ ਬਾਇਸ ਹੈ। ਇਹ ਇਲਮੇ ਨਾਫੇ ਵੀ ਮੈਂ ਤੈਨੂੰ ਸਦਕਾ ਜਾਰੀ ਸਮਝਣਾ। ਪਤਾ ਨਹੀਂ ਕਿਉਂ ਨਾਰਾਜ਼ ਵੀ ਹੁੰਦੇ ਤੁਸੀਂ। ਨਹੀਂ ਤੇ ਇਹਨਾਂ ਨੇ ਜਵਾਬ ਕੀ ਦਿੱਤਾ ਸੀ? ਇਹਨਾਂ ਕਿਹਾ ਇਸ ਤਰ੍ਹਾਂ ਦਾ ਕੋਈ ਇਸ਼ਤਿਹਾਰ ਨਹੀਂ ਹੈ, ਨਹੀਂ ਲੱਭਾ ਇਹਨਾਂ ਨੂੰ ਇਸ਼ਤਿਹਾਰ। ਹਾਂ ਹਕੀਕਤੁਲ ਵਹੀ ਛਪੀ ਨਾ 1907 ਵਿੱਚ। ਜੀ ਜੀ। ਉਹਦੇ ਤੋਂ 20-21 ਸਾਲ ਪਿਛਾਂ ਜਾਈਏ ਤੇ ਮਿਰਜ਼ਾ ਸਾਹਿਬ ਨੇ ਕੋਈ ਇਸ਼ਤਿਹਾਰ ਨਹੀਂ ਛਾਪਿਆ ਜਿਹਦੇ ਚ ਆਖਿਆ ਕਿ ਮੈਨੂੰ ਅੱਲਾਹ ਤਾਲਾ ਨੇ 4 ਮੁੰਡੇ ਦੇਣ ਦਾ ਵਾਅਦਾ ਕੀਤਾ ਹੈ ਕਿ ਉਹ 4 ਤੈਨੂੰ ਮੁੰਡੇ ਦਿਆਂਗਾ ਤੇ ਉਮਰ ਪਾਣ ਦੇ। 20 ਫਰਵਰੀ 1886 ਦਾ ਜਿਹੜਾ ਸੀ ਨਾ, ਉਹਦੇ ਚ ਕੋਈ ਨਹੀਂ। 86 ਦਾ ਸੀ ਤਾਰਕ ਸਾਹਿਬ। 86 ਮੈਂ ਸੋਚਣਾ ਮੇਰਾ ਖਿਆਲ ਹੈ ਉਹ ਮਿਲ ਜਾਂਦਾ ਯਾਰ, ਇਖਤਿਆਰ ਮਿਲ ਗਿਆ ਉਹਦੇ ਚ ਮੁੰਡਿਆਂ ਦਾ ਜ਼ਿਕਰ ਕੋਈ ਨਹੀਂ। 3 को 4 करने वाला होगा। ਉਹਦੇ ਚ ਮੁੰਡਿਆਂ ਦਾ ਜ਼ਿਕਰ ਕੋਈ ਨਹੀਂ ਹੈ। ਨਹੀਂ, ਜਿਹੜਾ ਇਸ਼ਤਿਹਾਰ 20-21 ਸਾਲ ਪਹਿਲੇ ਦਿੱਤਾ ਸੀ ਤਾਰਕ ਭਾਈ, ਤੁਹਾਡਾ ਇਹਦਾ ਕੀ ਤੁਸੀਂ ਕੀ ਜਵਾਬ 21 ਸਾਲ ਹੀ ਬਣਦੇ ਨੇ 7 ਤੋਂ ਪਿੱਛੇ। 20 फरवरी 1886 ਦੀ ਜਿਹੜੀ ਪੇਸ਼ ਹੋਈ ਸੀ ਨਾ, ਉਹਦੇ ਚ ਉਹਨਾਂ ਨੇ ਕਿਹਾ ਹੈ ਉਹਨੇ 3 को 4 करने वाला होगा। ਅੱਗੇ ਵੀ ਪੜੋ ਨਾ, ਬ੍ਰੈਕਟ ਚ ਕੀ ਲਿਖਿਆ ਹੈ? ਸਮਝ ਨਹੀਂ ਆਏ ਮਾਨੇ। ਇਸ ਮਾਨੇ ਸਮਝ ਨਹੀਂ ਆਇਆ। ਆ ਤੇ ਫਿਰ ਉਹ ਮੁੰਡੇ ਕਿੱਥੇ ਨੇ? ਉਹ ਮੁੰਡੇ 4 ਜਿਸ ਵਕਤ ਉਹਨਾਂ ਹਕੀਕਤੁਲ ਵਹੀ ਲਿਖੀ। ਨਹੀਂ ਯਾਰ, ਗੱਲ ਸੁਣੋ, ਮੇਰੀ ਗੱਲ ਸੁਣੋ। ਮੁੰਡਿਆਂ ਦਾ ਤਾਂ ਜ਼ਿਕਰ ਹੀ ਕੋਈ ਨਹੀਂ ਹੈ। ਨਹੀਂ ਅਮਰਜੀਤ ਭਾਈ, ਮੁਸ਼ਕਲ ਮੁੰਡੇ ਸ਼ਨ ਦੀ ਕੋਈ ਗੱਲ ਨਹੀਂ। ਅਸਲ ਸਵਾਲ ਹੈ ਉਹ ਇਸ਼ਤਿਹਾਰ ਕਿੱਥੇ ਹੈ ਜਿਹੜਾ ਕਿ ਕਿਹਾ ਗਿਆ ਹੈ 20-21 ਸਾਲ ਪਹਿਲੇ मैं ਇਹ वाला इश्तिहार देता सी कि मेरे 4 बेटे होंगे। देखिए, अगर मिर्जा साहब का असलूब आप नहीं ना जानेंगे तो फिर आपको समझ नहीं आएगा। मिर्जा साहब का असलूब ये है कि वो बातों से इस्तेमाल करते हैं और उससे कुछ बयान करते हैं। अब इंजील में तो बस इतना ही लिखा कि एक औरत ने उनके पाँव पे अतर मला और सर में मालिश की। मिर्जा साहब ने 3 सफ़े ਉਹਦੇ ਤੇ ਲਿਖੇ ਉਸੇ ਵਾਕਿਆ ਤੇ, ਉਹਨਾਂ ਦੇ ਉੱਤੇ ਸਾਰਾ ਕੁਝ ਉਹਨਾਂ ਨੇ ਖੁਦ ਲਿਖਿਆ ਤੇ मतलब उन्होंने इस्तेमाल ਕੀਤਾ ਹੈ कि अल्लाह ताला ने क्या सी 3 को 4 करने वाला होगा ਜਿਹੜਾ ਆਏਗਾ, यानी 3 ਪਹਿਲੇ ਹੋਣਗੇ 4 ਕਰ ਦੇਗਾ। ਤੇ ਉਸ ਵੇਲੇ ਤੇ ਉਹਨਾਂ ਲਿਖਿਆ, ਮਾਨੇ ਸਮਝ ਨਹੀਂ ਆਇਆ। ਇਹ ਤਾਂ ਗੱਲ ਸਹੀ ਹੈ, ਲੇਕਿਨ ਬਾਅਦ ਚ ਪਤਾ ਲੱਗੇ ਕਿ ਉਹਦਾ ਇਹ ਮਤਲਬ ਸੀ। ਇਹ ਮਸਲਾ ਹੀ ਨਹੀਂ ਹੈ ਤਾਰਕ ਭਾਈ। ਤਾਰਕ ਮਸਲਾ ਪਤਾ ਕੀ ਹੈ? ਉਹ ਇਹ ਹੈ ਕਿ ਜਿਹੜਾ 20-21 ਸਾਲ ਪਹਿਲੇ ਇਸ਼ਤਿਹਾਰ ਦਿੱਤਾ ਸੀ ਉਹ ਇਸ਼ਤਿਹਾਰ ਕਿੱਥੇ ਹੈ? ਅਸਲ ਮਸਲਾ ਇਹ ਹੈ। ਉਹੀ ਤੇ ਦੱਸ ਰਹੇ ਨਾ, ਇਸ਼ਤਿਹਾਰ 20 ਫਰਵਰੀ 1886। ਫਰਵਰੀ 1886। ਭਾਈ ਮੇਰੀ ਗੱਲ ਸੁਣੋ ਚੌਹਾਨ ਸਾਹਿਬ, 1886 ਵਿੱਚ, 85 ਵਿੱਚ, 84 ਵਿੱਚ, 87 ਵਿੱਚ ਮਿਰਜ਼ਾ ਸਾਹਿਬ ਨੇ ਕਈ ਇਸ਼ਤਿਹਾਰ ਦਿੱਤੇ ਨੇ। ਕਿਹੜੇ ਇਸ਼ਤਿਹਾਰ ਚੋਂ ਮੁੰਡਿਆਂ ਦਾ ਜ਼ਿਕਰ ਕੀਤਾ ਹੈ? ਦੱਸਿਆ ਤੇ ਹੈ, ਇਹਦੇ ਚ ਕੋਈ ਨਹੀਂ ਜ਼ਿਕਰ ਹੈ ਚੋਂ ਮੁੰਡਿਆਂ ਦਾ। ਐਵੇਂ ਤੁਸੀਂ ਕੋਈ ਇਸ਼ਤਿਹਾਰ 4 ਕਰਨੇ ਵਾਲਾ, ਮੇਰੀ ਗੱਲ ਸੁਣੋ, ਤੁਸੀਂ ਕੋਈ ਵੀ ਇਸ਼ਤਿਹਾਰ ਚੁੱਕ ਕੇ ਤੇ ਆਖੋ ਇਹਦੇ ਵਿੱਚ ਇਸ ਲਫ਼ਜ਼ ਆਇਆ ਮੈਂ ਨਾ ਹੀ ਭਾਈ, ਅਸੀਂ ਜਵਾਬ ਦੇ ਦਿੱਤਾ ਹੈ
ਤੁਸੀਂ ਤੇ ਨਹੀਂ ਨਾ ਉਹਨੂੰ ਮੰਨੋਗੇ, ਅਸੀਂ ਜਵਾਬ ਦੇ ਦਿੱਤਾ। ਨਹੀਂ ਨਹੀਂ ਉਹਨੂੰ ਤੁਸੀਂ ਕੌਣ ਕਹੋ ਜੀ ਮੰਨੇਗਾ? ਨਹੀਂ 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 ਇਸਮੇ ਨਹੀਂ ਇਸਮੇ ਨਹੀਂ, ਉਹਨੂੰ ਤੁਸੀਂ ਕੌਣ ਕਹਿੰਦੇ ਮੰਨੇਗਾ? ਉਹਦੇ 4 ਮੁੰਡਿਆਂ ਦਾ ਜ਼ਿਕਰ ਹੈ। ਕੋਈ ਨਾ ਮੰਨੇ, ਅਸੀਂ ਕਹਿੰਦੇ ਇੱਕ ਵੀ ਨਾ ਬੰਦਾ ਮੰਨੇ, ਮੌਜਾ ਕਰੋ। ਅੱਛਾ ਚਲੋ, ਕੀ ਕਤਲ ਵਈ ਚ ਮਿਰਜ਼ਾ ਸਾਹਿਬ ਨੇ ਇਹਨੂੰ 41 ਨੰਬਰ ਨਿਸ਼ਾਨ ਬਣਾਇਆ ਸੈਣੀ ਸਾਹਿਬ ਤੇ ਆਖਿਆ ਵੀ ਇਹ ਇਸ਼ਤਿਹਾਰ ਛਾਪਿਆ ਸੀ 20 ਸਾਲ ਪਹਿਲੇ ਤੇ ਉਹਦੇ ਚ ਮੈਂ ਲਿਖਿਆ ਸੀ ਕਿ ਮੈਨੂੰ ਖੁਦਾ 4 ਮੁੰਡੇ ਦੇਗਾ ਤੇ ਉਹ ਉਮਰ ਪਾਣਗੇ। ਯਾ ਇਹ ਮਈ 1907 ਵਿੱਚ ਗੱਲ ਲਿਖੀ ਹੈ ਤੇ 3 ਮਹੀਨਿਆਂ ਬਾਅਦ ਮੁੰਡੇ 3 ਰਹਿ ਗਏ ਨੇ, ਪਤਾ ਜੇ? ਯਾ ਅਗਸਤ ਚ ਮੁਬਾਰਕ ਅਹਿਮਦ ਫੌਤ ਹੋ ਗਿਆ। ਮਤਲਬ ਹੈ ਕਿ ਉਸ ਤੇ ਫੌਤ ਹੋਣ ਤੋਂ ਪਹਿਲੇ ਉਹਨਾਂ ਨੇ ਇਹਨੂੰ ਸੱਚਾ ਸਾਬਤ ਕਰ ਦਿੱਤਾ ਕਿ ਨਹੀਂ? ਆ ਵੀ ਉਮਰ ਪਾ ਗਏ ਨੇ। ਉਮਰ ਵੀ ਉਹ ਪਾ ਗਿਆ, 7 ਸਾਲ ਉਮਰ ਪਾ ਗਿਆ। ਤੋ ਭਾਈ ਅੱਲਾ ਠੀਕ ਹੈ ਜੀ, ਬਹੁਤੇ ਹੋ ਤੁਸੀਂ। ਬਾਕੀ ਦਾ ਜਵਾਬ ਸਹੀ ਹੈ, ਮੰਨਣਾ ਹੈ ਮੰਨਣਾ, ਨਹੀਂ ਮੰਨਣਾ ਤਾਂ ਜਾਓ। ਹਾਂ ਉਹ ਤਾਂ ਇਹਨਾਂ ਕੋ ਮਰਵਾ ਕੇ ਅਸੀਂ ਕੀ ਕਰਨਾ, ਉਹਨਾਂ ਨੇ ਕਿਹੜਾ ਮੰਨ ਲੈਣਾ। ਜਿਹਨੇ ਨਹੀਂ ਮੰਨਣਾ ਖਸਮਾਂ ਨੂੰ ਖਾਏ। ਹਾਂ ਸਾਡੇ ਸਾਡਾ ਜਵਾਬ ਤੇ ਦੇ ਦਿੱਤਾ ਸੀ, ਸਾਡੇ ਨੂੰ ਜਵਾਬ ਹੀ ਸਮਝੋ। ਹਾਂ ਤੁਹਾਡੇ ਵੱਲੋਂ ਸਾਫ਼ ਜਵਾਬ ਜੀ। ਨਹੀਂ, ਤੁਹਾਡਾ ਜਵਾਬ ਤਾਰਕ ਚੌਹਾਨ ਸਾਹਿਬ ਦੀ ਇਹ ਖੂਬੀ ਹੈ ਕਿ ਤਾਰਕ ਚੌਹਾਨ ਸਾਹਿਬ ਦਾ ਜਵਾਬ ਬਿਲਕੁਲ ਸਾਫ਼ ਹੁੰਦਾ ਹੈ, ਹਾਂ ਡਿੰਗ ਨਹੀਂ ਹੁੰਦਾ ਉਹਦੇ ਚ। ਹਾਂ ਨਹੀਂ ਇਹ ਹੈ ਜਲੇਬੀ ਜਲੂਬੀ ਨਹੀਂ ਬਣਾਉਂਦੇ, ਆਂਦੇ ਨੇ ਇਹ ਜਵਾਬ ਹੀ ਲੈਣਾ ਹੀ ਤੇ ਨਹੀਂ ਲੈਣਾ ਖਸਮਾਂ ਨਹੀਂ ਤੇ ਨਾ ਸਹੀ। ਨਹੀਂ ਇਹ ਕਿਹੜਾ ਡਿੰਗ ਜਿਹੜਾ ਹੈ ਉਹ ਨਹੀਂ ਹੈਗਾ ਕਿ 7 ਸਾਲ ਦੀ ਉਮਰ ਚ ਫੌਤ ਹੋ ਗਏ ਤੇ ਉਮਰ ਪਾਵੇਂਗੇ, ਇਹਦਾ ਕੀ ਚੱਕਰ ਹੈ? ਉਹ ਆਂਦੇ ਨੇ ਬਸ ਪਾ ਲਈ ਉਮਰ 7 ਸਾਲ ਪਾ ਲਈ ਬੜੀ ਭਾਈ ਉਮਰ ਪਾਣਗੇ ਉਹ 7 ਸਾਲ ਪਾਈ। ਨਹੀਂ ਤੇ ਮੰਨਣਾ ਤੇ ਅਗਰ ਉਹ ਪੈਦਾ ਹੁੰਦੇ ਹੀ ਫੌਤ ਹੋ ਜਾਂਦਾ ਤੇ ਉਹਨੇ ਥੋੜੀ ਉਮਰ ਪਾਣੀ ਸੀ, 7 ਸਾਲ ਪਾਈ, ਉਮਰ ਪਾਈ ਨਾ, ਬਾਕੀ ਇਹਨੇ ਜ਼ਿਆਦਾ ਪਾਈ। ਮਕਸਦ ਹੁੰਦੇ ਨੇ ਬੱਚੇ ਦੇ ਪੈਦਾ ਹੋਣ ਤੇ ਕਿ ਉਹਦੀ ਸ਼ਾਦੀ ਹੋਵੇ। ਹਾਂ ਇਹ ਸ਼ਾਦੀ ਵੀ ਹੋ ਗਈ, 9 ਵੀ ਆ ਗਈ, ਸ਼ਾਦੀ ਹੋ ਗਈ। 2.5 ਸਾਲਾ 9 ਤੇ 8 ਸਾਲਾ ਦੁੱਲਾ। ਹਾਂ ਔਰ ਬੱਚੇ ਸਾਰਿਆਂ ਨੂੰ, ਬੱਚੇ ਤੇ ਸਾਰੇ ਸ਼ਾਦੀ ਦੀ ਵਜ੍ਹਾ ਨਾਲ ਪੈਦਾ ਨਹੀਂ ਹੁੰਦੇ, ਕਈ ਲੋਕਾਂ ਨੂੰ ਬੱਚੇ ਪੈਦਾ ਵੀ ਨਹੀਂ ਹੁੰਦੇ। ਚੌਹਾਨ ਸਾਹਿਬ ਮਾਜ਼ਰਤ ਨਾਲ ਇਸ ਹਿਸਾਬ ਨਾਲ ਮਿਰਜ਼ਾ ਸਾਹਿਬ ਤੇ ਫਿਰ 5 ਮੁੰਡਿਆਂ ਨੂੰ ਉਮਰ ਪਾਈ ਹੈ, ਕਿਉਂਕਿ ਜਿਹੜਾ ਅਨਮੋਬਾਈਲ ਬਸ਼ੀਰ ਸੀ ਨਾ ਉਹਨੇ ਵੀ 18 ਮਹੀਨੇ ਤੇ ਉਮਰ ਪਾਈ ਹੈ ਨਾ। ਉਮਰ ਪਾਈ ਸੀ 18 ਮਹੀਨੇ। ਹਾਂ ਤੇ ਫਿਰ ਉਹਨੂੰ ਵੀ ਆਖੋ, ਫਿਰ 5 ਬੱਚਿਆਂ ਨੇ ਉਮਰ ਪਾਈ ਹੈ ਨਾ। ਤੇ ਉਹਨਾਂ ਦੀ ਮਿਹਰਬਾਨੀ, ਉਹਨਾਂ ਨੇ ਸਿਰਫ 4 ਦੇ ਜ਼ਿਕਰ ਕੀਤਾ, ਉਹਨਾਂ ਦੀ ਪੰਜ ਦਾ ਕਹਿੰਦੇ ਸੀ, ਉਹਨਾਂ ਰਾਇਤ ਸਾਡੇ ਕੀਤੀ ਠੀਕ ਸੀ। ਇਹ ਉਹਨਾਂ ਨੇ ਹੱਥ ਹੌਲਾ ਰੱਖਿਆ। ਅਗਰ ਜਵਾਬ ਦੇਣ ਦਾ ਸਟਾਈਲ ਤਾਰਕ ਚੌਹਾਨ ਬਾਈ ਦਾ ਹੋਵੇ ਤੇ ਕੋਈ ਸਵਾਲ ਐਸਾ ਨਹੀਂ ਜਿੱਦਾਂ ਜਵਾਬ ਨਾ ਦਿੱਤਾ ਜਾ ਸਕੇ। ਜੀ ਤੁਸੀਂ ਇਹਨਾਂ ਕੋਲ ਲਿਆ ਕਰੋ ਜੋ। ਉਹ ਇਸ ਲਈ ਉਹ ਜਮਾਤ ਅਹਿਮਦੀਆ ਦੇ ਲੋਕ ਵੀ ਕਹਿੰਦੇ ਨੇ ਤਾਰਕ ਚੌਹਾਨ ਜਵਾਬ ਦੇਗਾ। ਉਹ ਵੀ ਅੱਗੇ ਕਰਕੇ ਨਾ ਚੌਹਾਨ ਸਾਹਿਬ ਨੂੰ ਤੇ ਰਿਲੈਕਸ ਹੋ ਜਾਂਦੇ ਨੇ, ਉਹਨਾਂ ਨੇ ਆਪੇ ਚਲੋ ਚੌਹਾਨ ਸਾਹਿਬ ਜਾਣਨ ਤੇ ਆਪੇ ਨਿਬੜ ਲਏਗਾ। ਅੱਛਾ ਹੁਣ ਦੂਜੇ ਸਵਾਲਾਂ ਦੇ ਜਵਾਬ ਲਿਆ ਦਿਓ ਜੇ ਤੁਹਾਨੂੰ ਸਾਡੀ ਗੱਲ ਬੁਰੀ ਲੱਗੀ ਏ ਤੇ ਅੱਲਾਹ ਲਿਲਾਨ ਮਾਜ਼ਰਤ ਤੁਹਾਡੇ ਕੋਲ ਕਰਨੇ ਟਾਕ ਮਾਸਟਰ ਸਾਹਿਬ। ਤਾਰਕ ਚੌਹਾਨ ਬਾਈ ਬੈਠੇ ਨੇ, ਇਹਨਾਂ ਕੋਲ ਲੈ ਲਓ ਸਾਰੇ। ਸਾਰੇ ਜਵਾਬ ਮੇਰੇ ਕੋਲ। ਤੁਸੀਂ 2 ਸਵਾਲ ਹੋਰ ਲੈ ਕੇ ਗਏ ਹੋ ਤੇ ਉਹਨਾਂ ਦੇ ਜਵਾਬ ਲਿਆ ਦਿਓ ਤੇ ਪਿਛਲੀ ਜਿਹੜੀ ਕੋਈ ਜ਼ਿਆਦਤੀ ਹੋ ਗਈ ਉਹਦੀ ਮਾਜ਼ਰਤ ਕਰ ਲੈਣਾ। ਅਸੀਂ ਤਾਂ ਕਿਸੇ ਨਾਲ ਜ਼ਿਆਦਤੀ ਕਰਕੇ ਤੇ ਉਹਦੇ ਤੇ ਫਖਰ ਕਰਨ ਵਾਲੇ ਹੈ ਹੀ ਨਹੀਂ, ਜ਼ਿਆਦਤੀ ਤੇ ਕੀਤੀ ਨਹੀਂ, ਪਰ ਤੁਹਾਨੂੰ ਲੱਗੀ ਜ਼ਿਆਦਤੀ ਤੇ ਅਸੀਂ ਮਾਜ਼ਰਤ ਕਰ ਲੈਣਾ। ਤੇ ਮੈਂ ਹੁਣ ਲਗਾ ਸੌਣ ਤੇ ਸਵੇਰੇ ਤਾਈਂ ਤੁਸੀਂ ਲਿਆ ਹੀ ਆਉਣਾ ਕਿਰੋਂ ਜਵਾਬ। ਉਹ ਯਾਰ ਤੁਹਾਡੀ ਵਜ੍ਹਾ ਨਾਲ ਤੇ ਮੈਂ ਉੱਤੇ ਆਇਆ। ਸੌਂ ਜਾ ਰਹੀ ਮੇਰੇ ਕੋ 10:30 ਹੋ ਗਏ ਨੇ, ਮੈਂ ਤੇ ਉਹਨਾਂ ਦੇ ਪਹਿਲੇ ਅੱਧਾ ਘੰਟਾ ਉੱਤੇ ਹੋ ਗਿਆ ਟਾਈਮ ਹੋ ਗਿਆ ਕਾਫੀ। ਇੱਥੇ ਬੜੀ ਗਰਮੀ ਐਵੇਂ ਉਹ ਜਿਹੜਾ ਸਾਡੇ ਉੱਥੇ ਹੁੰਦੇ ਨਾ ਹੋਟਲ ਪਾਕਿਸਤਾਨ ਵਿੱਚ, ਹੁਣ ਪਤਾ ਨਹੀਂ ਕੀ ਸਿਲਸਿਲਾ ਬਣਿਆ, ਉਹ 4 ਪਾਸਿਓਂ ਖੁੱਲੇ ਹੁੰਦੇ ਨੇ ਲੋਕ, ਉਧਰੋਂ ਆ ਗਏ, ਸਾਹਮਣੇ ਆ ਗਏ, ਕੋਈ ਨਹੀਂ, ਕੋਈ ਗੇਟ ਨਹੀਂ, ਤੇ ਵਿੱਚ ਟੇਬਲ ਲੱਗੇ ਹੁੰਦੇ ਨੇ ਤੇ ਉਹਦੇ ਤੇ ਆ ਕੇ ਬਹਿ ਗਏ ਤੇ ਉਹ ਇੱਕ ਹੁੰਦਾ ਵੇਟਰ, ਉਹ ਬਾਹਰ ਵਾਲਾ ਕਹਿੰਦੇ ਨੇ, ਉਹ ਆ ਕੇ ਪੁੱਛਦਾ ਜੀ ਕੀ ਚਾਹੀਦਾ, ਖਾਣੇ ਦੀ ਲਿਸਟ ਪੜ੍ਹਦਾ ਹੈ ਤੇ ਜਿਹੜੇ ਉਹ ਖਾਣਾ ਖਾ ਕੇ ਜਾਣ ਲੱਗਦੇ ਨੇ ਤੇ ਫਿਰ ਉੱਥੇ ਕਾਊਂਟਰ ਬਣਿਆ ਹੁੰਦਾ, ਉਹ ਫਿਰ ਆਵਾਜ਼ ਦਿੰਦਾ ਵੀ ਬਾਹੂ ਹੋਰਾਂ ਕੋਲੋਂ ਇਤਨੇ ਪੈਸੇ ਲਵੋ। ਤੇ ਉਹ ਇੱਕ ਵਾਕਿਆ ਐਸਾ ਹੋਇਆ ਵੀ ਬੰਦਾ ਕੋਈ ਜਲਦੀ ਚ ਆਇਆ ਤੇ ਹੱਥ ਲੱਗਾ ਤੇ ਗਲਾਸ ਟੁੱਟ ਗਿਆ ਤੇ ਉਹ ਸ਼ਰਮਿੰਦਗੀ ਚ ਬਾਹਰ ਨਿਕਲ ਰਿਹਾ, ਕਹਿੰਦਾ ਜੀ ਖਾਇਆ ਪੀਆ ਕੁਛ ਨਹੀਂ, ਸਿਰ ਗਲਾਸ ਤੋੜਾ 10 ਸਰ ਨੇ। ਹਾਂ ਐਸੇ ਵੀ ਲੋਕ ਆਉਂਦੇ ਨੇ ਜਿਹੜੇ ਸਿਰਫ ਗਲਾਸ ਤੋੜ ਕੇ ਚਲੇ ਜਾਂਦੇ। ਤੋ ਉਹ ਕੈਫੀਅਤ ਸਾਡੀ ਬਣੀ ਹੈ, ਵੈਸੇ ਮਜਲਿਸ ਤੇ ਲੱਗੀ ਹੈ ਕੋਈ ਦੇਰ, ਲੇਕਿਨ ਅਸੀਂ ਫਿਊਟਾਈਲ ਜੀ ਗੱਲਾਂ ਸਿਰਫ। ਤੁਸੀਂ ਆਏ ਲੇਟ ਹੋ ਤੇ ਅੱਜ ਮੈਂ ਥੋੜਾ ਲੇਟ ਵੀ ਹੋ ਗਿਆ ਤੇ ਉਹ ਫਿਰ ਆਮਦੇ ਹੀ ਐਸੇ ਅਸੀਂ ਚੱਕਰ ਚ ਪਏ ਆ ਤੋਬਾ। ਅਸਲ ਗੱਲ ਕਿ ਬਹਿਸ ਇਸ ਚੀਜ਼ ਤੇ ਹੁੰਦੀ ਹੈ ਕਿ ਇੱਕ ਦੂਸਰੇ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਹਦੀ ਵਜ੍ਹਾ ਨਾਲ ਲੜਾਈ ਹੁੰਦੀ ਹੈ। ਵੀ ਤੁਸੀਂ ਆਪਣਾ ਬਸ ਗੱਲ ਦੱਸ ਦਿਓ ਕਿ ਜੀ ਸਾਡਾ ਹੈ, ਅਗਲੇ ਨੂੰ ਮਜਬੂਰ ਨਾ ਕਰੋ ਕਿ ਜੀ ਤੁਹਾਡੀ ਗੱਲ ਮੰਨੇ, ਵੀ ਉਹਦੀ ਮਰਜ਼ੀ ਹੈ, ਮੰਨੇ ਨਾ ਮੰਨੇ।
ਯਾ ਲੇਕਿਨ ਜਦੋਂ ਤੁਸੀਂ ਹਰ ਸੂਰਤ ਅਗਲੇ ਨੂੰ ਮਨਾਉਣਾ ਵੀ ਹੁੰਦਾ ਤੇ ਫਿਰ ਜ਼ਾਹਿਰ ਮੁਮਕਿਨ ਨਾਮੁਮਕਿਨ ਆ ਚ ਗੱਲ। अस्सलाम वालेकुम ਵਾਲੇਕੁਮ ਸਲਾਮ। ਜੀ ਜੀ ਮਨਸੂਰ ਸਾਹਿਬ। ਬਾਦ ਲੋਕਾਂ ਨੂੰ ਕੋਈ ਬਹਾਨਾ ਵੀ ਨਹੀਂ ਚਾਹੀਦਾ ਹੁੰਦਾ ਲੜਨ ਦਾ, ਉਹ ਆਂਦੇ ਹੀ ਲੜਨ ਨੇ। ਉਹਨਾਂ ਲਈ ਮੈਂ ਰਿਕਮੈਂਡ ਕਰਦਾ ਹਸਪੀਟਲ ਕਿਸੇ ਚੰਗੇ ਡਾਕਟਰ ਨੂੰ ਦਿਖਾਣ। ਯਾ ਤੁਸੀਂ ਆਪਣਾ ਪੂਰਾ ਚੈੱਕਅਪ ਕਰਾ ਲਿਆ ਮਨਸੂਰ ਸਾਹਿਬ? ਤੁਸੀਂ ਆ ਜਾਓ, ਤੁਹਾਨੂੰ ਚੈੱਕ ਕਰਾ ਦਿੰਦੇ ਆ। ਨਹੀਂ, ਤੁਸੀਂ ਦੂਸਰੇ ਨੂੰ ਤੇ ਇੰਜ ਕਹਿ ਰਹੇ ਹੋ ਕਿ ਤੁਹਾਡੀ ਪੂਰੀ ਚੈਕਿੰਗ ਹੋ ਗਈ ਹੈ, ਹੁਣ ਤੁਸੀਂ ਦੂਸਰਿਆਂ ਦਾ ਬੇੜਾ ਉਠਾ ਰਹੇ ਇਹਨਾਂ ਹੋ। ਦੇ ਸਾਰੇ ਟੈਸਟ ਸਹੀ ਨੇ। ਹਾਂ, ਸਾਰੇ ਟੈਸਟ ਸਹੀ ਨਿਕਲ ਆਏ ਨੇ। ਨਹੀਂ ਮੈਂ ਕਿਹਾ ਜਿਹਨੂੰ ਸ਼ੱਕ ਹੋਵੇ ਇਹ ਫਜ਼ੂਲ ਗੱਲ ਹੈ। ਇਹ ਗੱਲ ਤੇ ਮਸੀਹ ਮੌਤ ਨੂੰ ਲੋਕੀ ਕਹਿੰਦੇ ਜਾ ਕੇ ਇਹਦਾ ਦਿਮਾਗ ਚੈੱਕ ਕਰਾਓ। ਉਹ ਫਿਰ ਉੱਥੇ ਕਰਵਾ ਲੈਣਾ ਸੀ। ਬਾਅਦ ਦੇਖਿਆ ਨਾ, ਪਤਾ ਚੱਲ ਜਾਂਦਾ ਗੱਲਾਂ ਤੋਂ ਹੀ ਕਿ ਕਿਹਨੂੰ ਚੈੱਕ ਕਰਵਾਉਣਾ ਚਾਹੀਦਾ। ਹਾਂ, ਇਹ ਫਜ਼ੂਲ ਗੱਲ ਹੈਗੀ ਇਹ ਵਾਲੀ। ਆਪਣੀ ਅਕਲ ਕੁਛ ਹੈ ਨਹੀਂ ਤੇ ਦੂਸਰਿਆਂ ਦੇ ਮੈਂ ਕਹਿੰਦਾ ਕੋਈ ਬੰਦੇ ਕਈ ਦਫਾ ਫਜ਼ੂਲ ਹੁੰਦੇ ਨੇ, ਗੱਲਾਂ ਤੇ ਦੂਰ ਦੀ ਗੱਲ ਨੇ। ਗੱਲਾਂ ਨੂੰ ਤਾਂ ਕੋਈ ਅਹਿਮੀਅਤ ਹੀ ਨਹੀਂ ਦੇਣੀ ਚਾਹੀਦੀ ਜਦੋਂ ਬੰਦਾ ਹੀ ਫਜ਼ੂਲ ਹੋ ਜਾਵੇ। ਤੇ ਨਾ ਫਜ਼ੂਲ ਬੰਦੇ ਬਣੋ, ਨਾ ਫਜ਼ੂਲ ਗੱਲਾਂ ਕਰੋ। ਲਓ ਜੀ, ਅਦਨਾਨ ਮਤਲੂਬ ਸਾਹਿਬ ਵੀ ਆਏ ਨੇ। ਮੈਂ ਕਿਹਾ ਲਾਮਾ ਸਾਹਿਬ ਤੁਹਾਡੀ ਅਦਨਾਨ ਮਤਲੂਬ ਸਾਹਿਬ ਨਾਲ ਨਹੀਂ ਗੱਲ ਹੋਈ? ਇਹ ਵੀ ਲੈ ਕੇ ਗਏ ਨੇ ਸਵਾਲੇ 43 ਨੰਬਰ ਨਿਸ਼ਾਨ ਲੈ ਕੇ ਗਏ ਨੇ। ਅੱਛਾ। ਤੇ ਟਾਕ ਮਾਸਟਰ ਸਾਹਿਬ 41 ਨੰਬਰ ਲੈ ਕੇ ਗਏ। ਹਜੇ ਤੱਕ ਵਾਪਸ ਨਹੀਂ ਆਏ। ਇਹ ਵੀ ਨਹੀਂ ਆਏ, 2 ਦਿਨ ਹੋਏ ਨੇ। ਅੱਜ ਵੀ ਆਵਾਜ਼ਾਂ ਮਾਰੀਆਂ ਨੇ, ਆਖਿਆ ਅਦਨਾਨ ਸਾਹਿਬ ਆ ਜਾਓ। ਅਦਨਾਨ ਸਾਹਿਬ ਅੱਛੇ ਇਲਮੀ ਦੋਸਤ ਨੇ। टोनी भाई भी बैठे हैं ना। टोनी भाई भी टोनी भाई भी आ गए। टोनी भाई कोई बोल नहीं रहे। टोनी भाई कितने गए? वो आ नहीं रहे 4 दिनों तो। ਉਹ ਕੰਮ ਤੇ ਹੋਣੇ ਨੇ ਤੇ ਜਿਹੜੇ ਵਿਹਲੇ ਹੋਏ ਤੇ ਕਰਨਗੇ ਗੱਲ। ਕਸ਼ਤੀ ਨੂਹ ਦੇ ਨੇ 113 ਸਫੇ। ਜੀ ਜੀ। ਉਹ ਅਦਨਾਨ ਮਤਲੂਬ ਸਾਹਿਬ ਨੂੰ ਦਿੱਤੇ ਨੇ ਵੀ ਤੁਸੀਂ ਪੜ੍ਹ ਲਓ। ਵੈਸੇ ਵੀ ਤੇ ਮਿਰਜ਼ਾ ਸਾਹਿਬਾਂ ਦੇ ਨੇ 3 ਵਾਰੀ ਪੜ੍ਹਨੀਆਂ ਨੇ। ਜਾ ਇੱਕ ਵਾਰੀ ਮੇਰੇ ਆਖਣ ਤੇ ਪੜ੍ਹ ਲਓ। ਉਹਦੇ ਚ ਵੇਖ ਲਓ ਜੇ ਉਹ ਗੱਲ ਹੈ ਜਾਂ ਮਲਕਵਾਲ ਵਾਲਾ ਜਿਹੜਾ ਵਾਕਿਆ ਹੋਇਆ ਹੈ ਵੀ 19 ਬੰਦੇ ਮਰ ਗਏ ਸੀ। ਅੱਛਾ। ਟੀਕਾ ਰਿਐਕਸ਼ਨ ਕਰ ਗਿਆ ਸੀ ਨਾ ਤਾਉਨ ਵਾਲਾ। ਅੱਛਾ। ਤੇ ਮਿਰਜ਼ਾ ਸਾਹਿਬ ਨੇ ਆਖਿਆ ਵੀ ਇਹ ਮੇਰਾ ਨਿਸ਼ਾਨ ਹੈ। ਤੇ ਮੈਂ ਕਸ਼ਤੀ ਨੂਹ ਚ ਦਰਜ ਕੀਤਾ ਤੇ ਮੈਂ ਕਿਹਾ ਮੈਂ ਕਸ਼ਤੀ ਨੂਹ 113 ਸਫੇ ਮੈਂ ਤੇ ਫਰੋਲਾ ਇਹਨਾਂ ਤੇ ਮੈਨੂੰ ਤੇ ਲੱਭਾ ਕੋਈ ਨਹੀਂ, ਤੇ ਤੁਸੀਂ ਚੈੱਕ ਕਰ ਦਿਓ ਜਰਾ। ਉਹ ਅੱਜ 2-3 ਦਿਨ ਹੋਏ ਨੇ। ਇਹ ਨਿਸ਼ਾਨ ਹਕੀਕਤਲਵਈ ਵਿੱਚ ਹੈ? ਹਾਂਜੀ, 43 ਨੰਬਰ ਜਿਹੜਾ ਨਿਸ਼ਾਨ ਹੈ ਨਾ, 43 ਨੰਬਰ। ਉਹਦੇ ਚ ਕੀ ਲਿਖਿਆ ਕਿ ਮੈਂ ਹਕੀਕਤਲਵਈ ਵਿੱਚ? ਉਹਦੇ ਚ ਇਹ ਲਿਖਿਆ ਕਿ ਮੈਂ ਕਸ਼ਤੀ ਨੂਹ ਵਿੱਚ ਇਹ ਜ਼ਿਕਰ ਕੀਤਾ ਸੀ ਕਿ ਮੈਨੂੰ ਅੱਲਾਹ ਤਾਲਾ ਤਾਉਨ ਤੋਂ ਬਚਾਏਗਾ ਤੇ ਮੈਨੂੰ ਟੀਕਾ ਲਵਾਉਣ ਦੀ ਲੋੜ ਨਹੀਂ। ਜਿਹੜੇ ਬਾਕੀ ਲੋਕ ਨੇ ਉਹਨਾਂ ਚੋਂ ਵੀ ਅਗਰ ਕੋਈ ਬੰਦਾ ਟੀਕਾ ਲਵਾਏਗਾ ਤੇ ਬਾਜ਼ ਉਹਨਾਂ ਚੋਂ ਮਾਰੇ ਜਾਣਗੇ, ਜਾਨੀ ਨੁਕਸਾਨ ਉਠਾਉਣਗੇ। ਤੇ ਕਹਿੰਦੇ ਨੇ ਮੇਰੀ ਉਸ ਪੇਸ਼ਗੋਈ ਦੇ ਐਨ ਮੁਤਾਬਕ ਮਲਕਵਾਲ 19 ਬੰਦੇ ਨੇ ਉਹਨਾਂ ਨੂੰ ਟੀਕਾ ਰਿਐਕਸ਼ਨ ਕਰ ਗਿਆ ਤੇ ਮਰ ਗਏ ਨੇ। ਠੀਕ ਹੈ। ਹੁਣ ਬੰਦੇ ਤੇ ਮਰੇ ਸਨ ਮਲਕਵਾਲ, ਲੇਕਿਨ ਉਹ ਪੇਸ਼ਗੋਈ ਜਿਹੜੀ ਹੈ ਉਹਦੇ ਚ ਕਸ਼ਤੀ ਨੂੰ ਚ ਨਹੀਂ ਲੱਭਦੀ ਪਈ ਹੈ। ਮੇਰੇ ਖਿਆਲ ਉਹ ਤਬਾਦ ਦੀ ਗਲਤੀ ਹੈ। ਨਹੀਂ, ਇਹ ਤਾਂ ਬੜੀ ਵਾਜ਼ਿਹ ਗੱਲ ਹੈ। ਗੱਲ ਇਹ ਹੈ ਕਿ ਕਸ਼ਤੀ ਨੂਹ ਦੇ ਵਿੱਚ ਤੇ ਅਸੂਲ ਲਿਖਿਆ ਤੌਨ ਦੇ ਨਾਲ ਮਰਨ ਔਰ ਬਚਣ ਵਾਲਿਆਂ ਦਾ, ਉਹਦੇ ਚ ਵਾਕਿਆਤ ਨਹੀਂ ਲਿਖੇ। ਇਹ ਵਾਕਿਆ ਉਹਨਾਂ ਨੇ ਜਿਹੜਾ ਲਿਖਿਆ ਹਕੀਕਤ ਲਈ ਜਿਹਨੂੰ ਨਿਸ਼ਾਨ ਬਣਾਇਆ ਉਹਨੂੰ ਉਸ ਅਸੂਲ ਦੇ ਬਾਤਾਤ ਪਿਆ, ਇਹਦੇ ਚ ਵਾਕਿਆ ਨਹੀਂ ਦਰਜ ਕਰ ਰਹੇ। ਹਾਂ, ਉੱਥੇ ਅਸੂਲ ਨਹੀਂ ਨਾ ਲਿਖਿਆ ਕਿ ਵੀ ਜਿਹੜਾ ਲਵਾਏਗਾ ਟੀਕਾ ਮਾਰਿਆ ਜਾਏਗਾ, ਉੱਥੇ ਅਸੂਲ ਵੀ ਨਹੀਂ ਲਿਖਿਆ, ਬਲਕਿ ਉੱਥੇ ਤਾਕੀਦ ਕੀਤੀ ਹੈ ਕਿ ਟੀਕਾ ਲਵਾਓ। ਉੱਥੇ ਤਾਂ ਉਹਨੇ ਤਾਕੀਦ ਕੀਤੀ ਹੈ ਕਿ ਸਿਰਫ ਸਾਡੀ ਜਿਹੜੀ ਜਮਾਤ ਵਾਸਤੇ ਹੈ ਨਾ, ਉਹਦੇ ਵਾਸਤੇ ਚੂੰਕਿ ਅੱਲਾਹ ਤਾਲਾ ਦੀ ਵੱਲੀ ਪੇਸ਼ ਹੋਈ ਹੈ, ਉਹਨਾਂ ਨੂੰ ਟੀਕਾ ਲਗਵਾਉਣ ਦੀ ਜ਼ਰੂਰਤ ਨਹੀਂ ਹੈ। ਇਹ ਜਿਹੜੇ ਮਾਰੇ ਗਏ ਨੇ ਇਹ ਤੇ ਗੈਰ ਅਹਿਮਦੀ ਹੋਣੇ ਨਾ। ਦੂਸਰੇ ਲੋਕ ਜਿਹੜੇ ਨੇ ਉਹ ਜ਼ਰੂਰ ਟੀਕਾ ਲਗਵਾਉਣ, ਔਰ ਗਵਰਨਮੈਂਟ ਨੇ ਜਿਹੜੀ ਬੜੀ ਮਿਹਨਤ ਨਾਲ ਦਵਾਈ ਇਸਤੇਮਾਲ ਕੀਤੀ ਹੈ ਉਹਨੂੰ ਇਸਤੇਮਾਲ ਕਰਨਾ ਚਾਹੀਦਾ ਹੈ। ਅੱਲਾਹ ਤਾਲਾ ਦਾ ਹੀ ਹੁਕਮ ਹੈ। ਬਲਕਿ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਸਾਡੀ ਜਮਾਤ ਦੇ ਲੋਕ ਜਿਹੜੇ ਯਕੀਨ ਕਾਮਲ ਨਹੀਂ ਰੱਖਦੇ ਉਹ ਵੀ ਟੀਕਾ ਲਗਵਾ ਲੈਣ ਤੇ ਕੋਈ ਗੱਲ ਨਹੀਂ। ਇਹ ਵੀ ਉਹਨਾਂ ਨੇ ਲਿਖਿਆ ਉੱਥੇ। ਉਹ ਜਿਹੜਾ ਵਾਕਿਆਤ ਨੇ ਕਿ ਟੀਕਾ ਲਗਵਾਉਣ ਦੀ ਵਜ੍ਹਾ ਨਾਲ ਆਇਆ ਹੋਏਗਾ, ਟੀਕਾ ਲਗਾਓਗੇ ਤੇ ਮੇਰੇ ਖਿਆਲ ਉਹ ਹਜ਼ਫ ਹੋ ਗਏ ਨੇ, ਉਹ ਉੱਥੇ ਸ਼ਾਮਿਲ ਨਹੀਂ ਹੋਏ ਕਿਸੇ ਵਜ੍ਹਾ ਨਾਲ। ਸਾਹਵੇ ਬਸ਼ਰੀ ਆ ਲੋ, ਸਾਹਵੇ ਬਸ਼ਰੀ ਹੋਈ ਹੈ। ਸਾਰੀਆਂ ਕਿਤਾਬਾਂ ਇੰਜ ਨੇ ਬਸ ਸਾਹਵੇ ਬਸ਼ਰੀ ਤੇ ਸਬਕ ਤਿਲਸਾਨੀ ਨਾਲ। ਜਿਹੜੇ 85 ਕਿਤਾਬਾਂ ਲਿਖੋ ਤੇ ਕੋਈ ਨਾ ਕੋਈ ਸਾਹਵੇ ਬਸ਼ਰੀ ਤੇ ਹੋਈ ਜਾਂਦੀ ਹੈ। ਔਰ ਦੂਜੇ ਤੀਜੇ ਸਫੇ ਤੇ ਜਾ ਕੇ ਕੋਈ ਬੰਦੇ ਕੋ। ਅੱਛਾ, ਅਸਲ ਗੱਲ ਹੈ ਹੁਸੈਨੀ ਸਾਹਿਬ ਜੀ ਜੀ, ਅਸੀਂ ਅਕਸਰ ਗੱਲ ਕਰ ਰਹੇ ਹਾਂ ਹਜ਼ਰਤ ਮਸੀਹ ਅਲੈਹ ਇਸਲਾਮ ਦੇ ਬਿਨ ਬਾਪ ਪੈਦਾ ਹੋਣ ਤੇ। ਜੀ ਜੀ। ਤੇ ਹਜ਼ਰਤ ਮਸੀਹ ਮਊਦ ਅਲੈਹ ਇਸਲਾਮ ਨੇ ਨਾ ਇਹਦੀ ਬੜੀ ਖੂਬਸੂਰਤ ਲੌਜੀਕਲ
ਤਸ਼ਰੀਹ ਪੇਸ਼ ਕੀਤੀ ਹੈ ਖੁਤਬਾ ਇਲਹਾਮੀਆ ਦੇ ਵਿੱਚ। ਅੱਛਾ ਜੀ। कहते हैं अगर कहा जाए कि हजरत मसीह अलैहिस्सलाम बेबाप पैदा हुए थे और ये एक अमर फोकल आदत है, बस शान मुमासलत पूरी नहीं होती है और बाहम मुशाबत का होना जरूरी है जो सलीमुत्तबा लोगों पर पोशीदा नहीं है। यानी लोग उन्होंने इतराज करते जो तो बिन बाप से तुसी तो नहीं हो। आगे कहते हैं हम कहते हैं कि इंसान का बेबाप पैदा करना आदत अल्लाह में दाखिल है। हम कहते हैं कि इंसान का बेबाप पैदा करना आदत अल्लाह में दाखिल है और हम इसको कबूल नहीं करते कि ये खारिज अज आदत है और ना लायक है कि इस बात को कबूल किया जाए, इसलिए कि इंसान कभी औरत के नुत्फा से भी पैदा हो जाता है और अगरचे बात नादिर हो और ये अमर कानून कुदरत से भी खारिज नहीं है, बल्कि हर कौम में इसकी नज़ीरें पाई जाती हैं और अहले तजर्बा तबीबों ने ऐसी नज़ीरों का जिक्र किया है। हाँ, हम ये बात कबूल कर सकते हैं कि बग़ैर बाप के पैदा होना कलीलुल वकू अमर है, बनिस्बत इस अमर के इसका मुखालिफ है और इस अमर अजीब के मुशाबा मेरी पैदाइश है, इसलिए कि मैं तवाम पैदा हुआ हूँ और मेरे साथ एक लड़की पैदा हुई थी जो वो मर गई और मैं जिंदा रह गया और इसमें कोई शक नहीं है कि ये वाक़या भी निस्बतन आम पैदाइश के कायदा से अजीब है और मुशाहबत के लिए इसी कदर इश्तराक काफ़ी है, इसलिए कि मुशाहबत व मुमासलत सिवाय एक रंग की मुनासबत और कुछ नहीं। यानी कहते हैं कि मुशाहबत व मुमासलत सिवाय एक रंग की मुनासबत के और कुछ नहीं चाहती और वो इस जगह हासिल है। मसलन जब हम बतरीके मजाज और इस्तारा ये कहें कि ये मर्द शेर है, बस हमेशा ये लाजम वाजिब नहीं कि हम ये साबित कि तमाम आदा और सिफात इस मर्द के शेर में पाए जाते हैं। चुनांचे दुम व आवाज़ और बाल और खाल और तमाम दरिंदगी के लवाजम भी इसमें हों। फिर जान लो कि हज़रत ईसा अलैहिस्सलाम का बेबाप पैदा होना बनी इसराइल में से यहूद के लिए एक तंबीह है और उनके जवाल की घड़ी पर एक दलील है और इस बात की तरफ इशारा है कि ज़रूर नबुव्वत उनसे मुंतकिल हो जाएगी, मगर इस उम्मत का मसीह मुज़क्कर और मुअन्नस से तवाम पैदा हुआ है और मादाए उनसियत उससे अलहदा कर दिया गया है और इसमें इस बात की तरफ इशारा है कि खुदा ताला इस ग्रोह में बहुत मर्द पैदा करेगा जो साहिब सिद्क़ व सिफा होंगे। बस इन दोनों पैदाइशों में मुख्तलिफ अगराज हैं, इस लिहाज से तरीक़े विलादत में इख्तलाफ वाक़या हुआ है। जी, खुतबा इल्हामिया सफ़ा 75। बई दस क्यास बड़ी दूर दी कोड़ियां नूं मिलाया है कि मादा उनसीयत और मादा मुज़क्कर जो भी है, ਜਿਹੜੇ ਭੈਣ ਭਰਾ ਨੇ ਮਾਂ ਦੇ ਪੇਟ ਵਿੱਚ ਉਹਨਾਂ ਦੇ ਮੁਜ਼ੱਕਰ ਜਾਂ ਮੁਅੱਨਸ ਹੋਣ ਦੇ ਨਾਲ ਕੀ ਫਰਕ ਪੈਂਦਾ ਹੈ? ਉਹ ਦੋਏ ਲੜਕੀਆਂ ਹੋਣ, ਦੋਏ ਲੜਕੇ ਹੋਣ, ਇੱਕ ਲੜਕੀ ਤੇ ਇੱਕ ਲੜਕਾ ਹੋਵੇ। लेकिन उन्होंने शर्त रखी ना कि सिर्फ उलुल अलबाब इन्हू समझ सकते। हाँ, ये गल ठीक है कि मतलब ਜਿਹੜਾ ਇਹਨੂੰ ਮੰਨੇਗਾ ਉਹ ਅਕਸਰ उलुल अलबाब समझा जाएगा। बहुत दूर। अस्सलाम वालेकुम सनी साहब। बिस्मिल्लाह जी, बिस्मिल्लाह। आ जाओ तशरीफ। ਕੀ ਹਾਲ ਹੈ ਸਨੀ ਸਾਹਿਬ, ਠੀਕ ਹੋ? जी जी अल्हम्दुलिल्लाह। आ जाओ। ਉਹ ਬਜ਼ੇਰਾ ਸਾਹਿਬ ਕੱਲ ਤੁਹਾਡੀ ਆਪਣੀ ਪੁਰਾਣੀ ਆਈਡੀ ਕਿ ਮੈਂ ਦੇਖਿਆ ਆਪਣਾ ਉਹ ਵਾਲੀ ਛੋਟੀ ਸਰਕਾਰ ਵਾਲੀ। ਆਹੋ ਯਾਰ ਉਹ ਆਈਡੀ ਠੀਕ ਉਹ ਮੈਨੂੰ ਉਸ ਆਈਡੀ ਦੇ ਉੱਤੇ ਜਿਹੜਾ ਨਾ ਕਹਿ ਲੋ ਕਿ ਜਾਣ ਪਛਾਣ ਉਹ ਸਨੀ ਸਾਹਿਬ ਨੇ ਦਵਾਈ ਸੀ। ਹਾਂਜੀ, ਸਨੀ ਸਾਹਿਬ ਨੇ ਤੇ ਸਨੀ ਸਾਹਿਬ ਦੀ ਲਾਈਵ ਨੇ ਦਵਾਈ ਸੀ ਉਹਦੇ ਤੇ ਜਾਣ ਪਛਾਣ ਨਾ ਛੋਟੀ ਸਰਕਾਰ ਛੋਟੀ ਸਰਕਾਰ ਵਾਲੀ। ਮੈਂ ਉਹਨਾਂ ਨਾ ਸਨੀ ਸਾਹਿਬ ਕੋ ਬੈਠਣਾ 1900 ਆਈਡੀ ਤੋਂ ਤੇ ਉਹ ਸਰਕਾਰ ਸੀ ਤੇ ਸਾਰੇ ਸਰਕਾਰ ਬੁਲਾਉਣ ਲੱਗ ਪਏ। ਮੈਂ ਕਿਹਾ ਲੈ ਵੀ ਇਹ ਤੇ ਕੋਈ ਵੱਡੀ ਲੱਗਦੀ ਗੱਲ, ਕੋਈ ਸਰਕਾਰ ਬੜਾ ਵੱਡਾ। ਮੈਂ ਵੀ ਲੈ ਦਿੱਤਾ। ਮੈਂ ਕਿਹਾ ਸਨੀ ਸਾਹਿਬ ਮੈਂ ਉਹਨਾਂ ਅੱਗੋਂ ਲੈ ਦੇਣਾ ਛੋਟੀ ਸਰਕਾਰ। ਠੀਕ ਹੈ। ਐ ਤੁਹਾਡੇ ਕੋਲ ਤਾਰ ਰਮਜੇ ਸਾਹਿਬ ਨਾ ਤੁਹਾਡੀ ਬਹੁਤ ਜ਼ਿਆਦਾ ਤੁਸੀਂ ਬਰਾੜ ਦੇ ਤੁਸੀਂ ਬੈਠੇ ਸੋ ਨਾ ਉਹ ਆਈਡੀ ਤੇ ਯਾਰ
ਇਹ ਤਾਂ ਆਪਣੇ ਬਸੇਰਾ ਸਾਹਿਬ ਨੇ ਤੇ ਪੁਰਾਣੀ ਆਈਡੀ ਚ ਆ ਗਏ ਲੱਗਦਾ। ਬਿਲਕੁਲ ਬਿਲकुल ਇਹ ਬਸੇਰਾ ਸਾਹਿਬ ਜਿਹੜੇ ਨੇ ਨਾ, ਬਸੇਰਾ ਸਾਹਿਬ ਇੰਜ ਕਰਦੇ ਨੇ। ਬਸੇਰਾ ਸਾਹਿਬ ਕਿਹੜੇ ਨੇ ਬਸੇਰਾ ਸਾਹਿਬ? ਬਸ ਅਸੀਂ ਬਸੇਰਾ ਨਵਾਂ ਨਹੀਂ ਨਾ ਸੁਣਿਆ, ਬਸੇਰਾ ਸਾਹਿਬ। ਅੱਛਾ, ਕੋਈ ਨਹੀਂ, ਇੱਥੇ ਕੋਈ ਨਹੀਂ ਆਇਆ ਬਸੇਰਾ ਸਾਹਿਬ। ਯਾਰ ਮੈਂ ਬਸੇਰਾ ਸਾਹਿਬ ਆ। ਕੌਣ? ਤੁਹਾਡਾ ਤੇ 1122 ਹੈ ਤੁਹਾਡਾ ਨੰਬਰ। ਕਸ਼ਮੀਰੀ ਸਾਹਿਬ ਮੈਨੂੰ ਕਹਿ ਰਹੇ ਨੇ ਤੂੰ ਬਸੇਰਾ ਸਾਹਿਬ ਹੈ। ਆਪਣਾ ਛੋਟੀ ਸਰਕਾਰ ਵੈਸੇ ਕਾਸਟ ਤੁਹਾਡੀ ਕਾਸਟ ਤੁਹਾਨੂੰ ਬੁਲਾਉਂਦੇ ਨੇ ਬਸੇਰਾ ਸਾਹਿਬ? ਨਹੀਂ, ਮਿਲਾਉਂਦੇ ਨੇ ਸਾਰੇ। ਮੈਂ ਕਿਹਾ ਮੁਰਸ਼ਦ ਜੀ ਜਿਹੜੇ ਤਸ਼ਰੀਫ ਲਿਆਏ ਨੇ ਇਹਨਾਂ ਨੇ ਕਿਹੜੀ ਲਈ ਆ ਗੋਲੀ? ਜੀ अस्सलाम वालेकुम मुर्शिद जी साहब। मुर्शिद जी साहब मेरे बहुत था मसरूफ है। ਉਹ ਲੈਣੀ ਹੈ। हाँ म्यूट लगा हाँ हाँ जी सर। की गल सारे चले गए ने फिर? साहब अस्सलाम वालेकुम। अस्सलाम वालेकुम वरहमतुल्लाह। वालेकुम सलाम रहमतुल्लाह। तशरीफ लाए ने इदरीस साहब आ गए ने। हाँ जी जी इदरीस साहब। मैं तो बड़ी बार आया सवेर ਦਾ ਬਹਿ ਕੇ ਚਲਾ ਜਾਂਦਾ ਵਾਂ। अच्छा ਮੈਨੂੰ ਸਮਝ ਨਹੀਂ ਲੱਗਦੀ ਵੀ ਬੰਦਾ ਜਦੋਂ ਇੱਕ ਦੁਕਾਨ ਦੇ ਉੱਤੇ ਜਾਂਦਾ ਹੈ जी ਤੇ ਉਹ ਸਮਝਦਾ ਵੀ ਇੱਥੋਂ ਮੈਨੂੰ ਜਦੋਂ ਮੈਂ ਆਉਣਾ ਇੱਥੋਂ ਮੈਨੂੰ ਖਰਾਬ ਸੌਦਾ ਹੀ ਮਿਲਦਾ ਵਾ जी ਤੇ ਮੈਂ ਇਹ ਦੁਕਾਨ ਛੱਡ ਕੇ ਕੋਈ ਹੋਰ ਕਿਉਂ ਨਾ ਫੜ ਲਾਂ। ਜਦੋਂ ਤੁਹਾਨੂੰ ਤਾਂ ਪਤਾ ਵੀ ਇਹ ਬੰਦੇ ਜਿਹੜੇ ਆ ਕੇ ਮੇਰੀ ਬਰਾੜ ਖਰਾਬ ਕਰਦੇ ਨੇ ਤੇ ਫਿਰ ਤੁਸੀਂ ਬਾਰ-ਬਾਰ ਉਹਨਾਂ ਨੂੰ ਇਨਵਾਈਟ ਕਰਕੇ ਬੁਲਾਉਂਦੇ ਜੇ ਆਓ ਜੀ ਜਰਾ ਤੁਹਾਡੇ ਆਉਣ ਨਾਲ ਮੈਨੂੰ ਬੜਾ ਮਜ਼ਾ ਆਉਂਦਾ ਵਾ। ਅਬਦੁਲ ਸਾਹਿਬ ਦੀ ਗੱਲ ਕਰ ਰਹੇ ਨੇ, ਗੱਲਬਾਤ ਕਰਦੇ ਆ। ਅਬਦੁਲ ਸਾਹਿਬ ਦੀ ਗੱਲ ਕਰ ਰਹੇ। अब्दुल ਨਹੀਂ ਕੋਈ ਵੀ ਹੋਵੇ, ਅਬਦੁਲ ਹੋਵੇ ਜਾਂ ਜ਼ੈਦ ਬਕਰ ਕੋਈ ਵੀ ਹੋਵੇ, ਨਾਮ ਨਹੀਂ ਕਿਸੇ ਦਾ ਵੀ ਲੈਂਦਾ। ਇਹਨਾਂ ਨੂੰ ਪਤਾ ਸਾਨੀ ਸਾਹਿਬ ਨੂੰ ਕਿਹੜੇ ਬੰਦੇ ਨੇ ਜਿਹੜੇ ਉਹ ਮੇਰੀ ਗੱਲ ਖਰਾਬ ਕਰਦੇ ਨੇ ਆ ਕੇ ਤੇ ਆ ਕੇ ਲੜਾਈ ਮੇਰੀ ਗੱਲ ਕਰ ਰਹੇ ਹੋ ਨਾ ਐਸਐਮ ਭਾਈ ਸਾਹਿਬ, ਮੇਰੀ ਕਰ ਰਹੇ ਹੋ ਨਾ ਗੱਲ? ਨਹੀਂ ਮੈਂ ਕਿਸੇ ਦਾ ਨਾਮ ਨਹੀਂ ਲਿਆ ਯਾਰ, ਮੈਂ ਸਾਨੀ ਸਾਰਾ ਗੱਲ ਕਰ ਰਿਹਾ। ਵੈਸੇ ਮੈਨੂੰ ਗੁੱਸਾ ਵੀ ਨਹੀਂ ਲੱਗੇਗਾ ਤੁਸੀਂ ਮੈਂ ਤੁਹਾਡੀ ਗੱਲ, ਮੈਂ ਤੇਰੇ ਨਾਲ ਗੱਲ ਕਰਨਾ ਹੀ ਨਹੀਂ ਚਾਹੁੰਦਾ। ਤੂੰ ਛੱਡ ਦੇ ਆਪਣੀ ਗੱਲ ਨੂੰ। ਐਸਐਮ ਭਾਈ ਮੇਰੀ ਸਾਹਿਬ ਗੱਲ ਹਸੈਨੀ ਸਾਹਿਬ ਨਾਲ ਆ, ਤੂੰ ਹਸੈਨੀ ਸਾਹਿਬ ਦਾ ਨੁਮਾਇੰਦਾ ਹੈ ਜਾਂ ਤੂੰ ਚਮਚਾ ਹੈ ਤੇ ਕਰ ਲੈ ਗੱਲ। ਜਦੋਂ ਮੈਂ ਗੱਲ ਨਾਲ ਕਰ ਰਿਹਾ ਤੇ ਤੈਨੂੰ ਵਿੱਚ ਪੰਗਾ ਲੈਣ ਦੀ ਲੋੜ ਕਿਹੜੀ ਹੈ ਯਾਰ? ਜੇ ਤੁਹਾਨੂੰ ਮੇਰੇ ਨਾਲ ਇਤਰਾਜ਼ ਹੈ ਤੇ ਦੱਸੋ, ਮੈਂ ਥੱਲੇ ਉਤਰ ਜਾਣਾ। ਮੈਂ ਇਹ ਕਰ ਰਿਹਾ ਮੈਂ ਉਤਰ ਨਾ ਉਤਰ ਤੇਰੀ ਮਰਜ਼ੀ ਹੈ। ਮੇਰੀ ਗੱਲ ਹਸੈਨੀ ਸਾਹਿਬ ਨਾਲ ਇਹ ਦੋ ਅਗਰ ਕੋਈ ਮਸਲਾ ਹੈ ਤੇ ਮੈਂ ਉਤਰ ਕੇ ਸਾਹਿਬ ਲਾਉਣਾ ਪਿਆ। ਮੈਂ ਛੱਡ ਕੇ ਮੈਂ ਤੈਨੂੰ 2-3 ਵਾਰ ਅੱਗੇ ਵੇਖਿਆ, ਮੈਂ ਥੱਲੇ ਉਤਰ ਕੇ ਆਂਦਾ ਰਿਹਾ ਵਾਂ। ਮੈਂ ਤੇਰੇ ਨਾਲ ਨਹੀਂ ਗੱਲ ਕਰਨੀ ਬਸ। ਨਹੀਂ ਤੇ ਅਹਿਮਦੀ ਦੋਸਤ ਨੇ ਤੇ ਇਹਨਾਂ ਨਾਲ ਕਾਹਨੂੰ ਤੁਸੀਂ ਨਾਰਾਜ਼ ਉਹ ਹੋ? ਨਹੀਂ ਅਹਿਮਦੀ ਹੋਵੇ ਭਾਈ ਨੇ ਤੁਹਾਡਾ ਕੀ ਨੁਕਸਾਨ ਕੀਤਾ ਜਿਹੜਾ ਐਡੀ ਨਾਰਾਜ਼ਗੀ? ਇਦਰੀਸ ਭਾਈ ਮੈਂ ਨਹੀਂ ਸਮਝਦਾ। ਤੁਹਾਨੂੰ ਪਤਾ ਵੀ ਅਗਰ ਅਦਰੀਸ ਦੇ ਆਉਣ ਨਾਲ ਮੇਰੀ ਬਰਾੜ ਖਰਾਬ ਹੁੰਦੀ ਆ ਤੇ ਤੁਸੀਂ ਅਦਰੀਸ ਨੂੰ ਜ਼ਰੂਰ ਨਾਲ ਲੈਣਾ ਵਾ, ਛੱਡ ਦਿਓ। ਇਹ ਅਹਿਮਦੀ ਮੁਸਲਮਾਨ ਨੇ ਆਪਣਾ ਅਦਰੀਸ ਭਾਈ। ਉਹ ਯਾਰ ਅਹਿਮਦੀ ਹੋਵੇ ਜਾਂ ਗੈਰ ਅਹਿਮਦੀ ਹੋਵੇ, ਮੇਰਾ ਇਹ ਨਹੀਂ ਮਕਸਦ ਹੈਗਾ। ਇਦਰੀਸ ਮਿਰਜ਼ਾਈ ਦੀ ਗੱਲ ਕਰ ਰਹੇ ਹੋ? ਅਦਰੀਸ ਮਿਰਜ਼ਾਈ ਸਾਹਿਬ, ਮੈਂ ਤਾਂ ਇਦਰੀਸ ਮਿਰਜ਼ਾਈ ਦੀ ਗੱਲ ਕਰ ਰਹੇ ਹੋ? ਦੇਖੋ ਜੀ ਫਿਰ ਬਕਵਾਸ ਸ਼ੁਰੂ ਕਰ ਦਿੱਤੀ ਇਹਨਾਂ ਨੂੰ ਲੋਕਾਂ ਨੇ। ਇਹ ਤਾਂ ਮਿਰਜ਼ਾਈ ਨੂੰ ਮਿਰਜ਼ਾਈ ਨਾ ਕਹੀਏ ਤੇ ਕੀ ਲੱਗਦੀ ਆ ਵੀ ਇਹ ਜਿਹੜੇ ਨਾ ਇਹ ਕੁੱਤੇ ਬੰਦੇ ਨੇ, ਚਬਲ ਬੰਦੇ ਨੇ, ਫਿਰ ਮੇਰੇ ਕੋਲ ਗਾਲਾਂ ਹੀ ਸੁਣ ਸਕਦੇ ਨੇ। ਹੋਰ ਮੈਂ ਕੀ ਕਰ ਸਕਦਾ ਵਾ? ਕੋਈ ਨਹੀਂ ਇਹਨਾਂ ਦੇ ਖਲੀਫਾ ਨੇ ਮਨਾ ਕੀਤਾ, ਗਾਲੀਆਂ ਨੇ ਕੱਢੀਆਂ, ਫੌਰਨ ਗਾਲੀਆਂ ਤੇ ਆ ਜਾਂਦੇ। ਸਾਨੀ ਸਾਹਿਬ ਕਹਿੰਦੇ ਸਾਨੀ ਸਾਹਿਬ ਖਲੀਫਾ ਨੂੰ ਤੇ ਇਹ ਸਮਝਦੇ ਨੇ ਬੋਲੀ ਜਾਵੇ ਤੇਰੀ ਤੇ ਗੱਲ ਬਕਵਾਸ ਬੰਦ ਕਰਕੇ ਤੇ ਮੈਂ ਤੈਨੂੰ ਜਵਾਬ ਦੇਣਾ। ਹਸੈਨੀ ਸਾਹਿਬ ਦੇ ਕੋਲ ਇੰਨੀ ਜੁਰਤ ਨਹੀਂ ਹੈਗੀ ਕਿ ਮੈਂ ਇਹਨਾਂ ਦੇ ਮੂੰਹ ਬੰਦ ਕਰਕੇ ਮੈਂ ਜਵਾਬ ਦੇਣਾ। ਤੂੰ ਕਿਉਂਕਿ ਤੇਰੇ ਖਲੀਫਾ ਜੀ ਵੀ ਜੁਰਤ ਵਾਲੇ ਨੇ, ਉਹਨਾਂ ਨੇ ਮੋਬਾਈਲਾਂ ਦਾ ਤੇ ਚੈਲੰਜ ਦਾ ਜਵਾਬ ਦਿੱਤਾ। ਹਜੇ ਤੱਕ ਅੰਦਰ ਵੜ ਕੇ ਬੈਠੇ ਬਲਾਲ ਨੂੰ ਜਦੋਂ ਇੱਥੇ ਤੁਹਾਡੇ ਮਿਰਜ਼ਾਈਆਂ ਸਮੇਤ ਸਾਰੇ ਮੌਲਵੀਆਂ ਸਮੇਤ। ਇਹਦਾ ਸਪੀਕਰ ਹੀ ਬੰਦ ਕਰ ਛੱਡਿਆ। ਇਹ ਜੁਰਤ ਕੀ ਆ? ਉਹ ਨਹੀਂ ਤੁਹਾਡੇ ਖਲੀਫਾ ਚ ਹੈਗੀ ਕੋਈ ਮਰਦਾਨੀ ਦੀ ਟੀਕੇ ਲਾਓ। ਤੁਹਾਡੇ ਆਨੇ ਦੇ ਬੰਦੇ ਨਹੀਂ, ਤੁਸੀਂ ਉਹਨਾਂ और टीके मर्दानी दी दे लाओ। वो मैदान में निकलना किसी मुखन्नस का काम नहीं है। मसीह मौद ने क्या है तो ਤੁਹਾਡਾ खलीफा मुखन्नस बन के बैठा है। इदरीस साहब शरीफ बंदे ने पता है नहीं करते ज्यादा। हाय ये सनी साहब ਅਸੀਂ मुसलमान सारे इकट्ठे क्यों ना बैठ सकने इसमें? ਜਾ चलो ਅਸੀਂ ਸਾਰੇ ਦੇਖਿਆ ਸਾਡੇ मुसलमानों ਚ पेशे नहीं कोई। वो कुरान शरीफ के आए थे ना कि अगर अल्लाह ताला चाहता तो सब लोगों को ही नेक कर देता। ਜਾ वो की आए थे जरा तुम्हारे ज़हन च है? माशाअल्लाह हो। हाँ नहीं उस बात उतर के लफ्ज है इस तरह ही है। हाँ जी कुछ इस तरह के अल्फाज ने। हाँ वो बड़ी खूबसूरत है और अल्लाह ताला दी मशीयत और दी मंशा जाहिर हुंदी है। उन्होंने मुख्तलिफ पैराए च अल्लाह ताला ने बयान फरमाया। एक जगह भी फरमाया है नासो उम्मत वाहिदा वाहिदा। हाँ बिल्कुल। फबासल्लाहु
ਨਬੀਨਾ ਮੁਬਸ਼ਰੀਨਾ व ਮੁਨਜ਼ਰੀਨਾ ਹਾਂ ਕਿ ਉਹ ਇੱਕ ਹੀ ਹੁੰਦੇ ਨੇ, ਲੇਕਿਨ ਉਹਨਾਂ ਦੇ ਅੰਬੀਆ ਦੇ ਬਿਸਤ ਦੇ ਬਾਅਦ, ਉਹਨਾਂ ਦੇ ਅੰਜ਼ਾਰ ਔਰ ਤਬਸ਼ੀਰ ਦੇ ਬਾਅਦ ਲੋਕ ਜਿਹੜੇ ਨੇ ਉਹ ਮੁਖਤਲਿਫ ਹੋ ਜਾਂਦੇ ਨੇ। ਬਿਲਕੁਲ ਦੂਸਰਾ ਫਰਮਾਇਆ ਮਾ ਕਾਨ ਅੱਲਾਹੁ ਲਿਯਜ਼ਰ ਅਲ ਮੋमिनीना ਅਲਾ ਮਾ ਅੰਤੁਮ ਹੱਤਾ ਯਮੀਜ਼ ਅਲ ਖਬੀसा ਮਿਨ ਅਤ-तय्यब। ਹਾਂ ਬਿਲਕੁਲ। اللہ تعالیٰ خبیث تے طیب نو علیحدہ کر کے چھڑدا ہے، اور اللہ تعالیٰ وہ مومنین دے متعلق کہہ رہے ہیں۔ ہاں مومناں نو ایک حالت نہیں رہن دیندا، انہاں وچوں خبیث اور طیب نو علیحدہ کر کے دکھا دیندا ہے۔ وہ کس طرح کردا ہے وہ بھی دسے اگے۔ جا سر مسلم بھائی نو تھلو چک لو شاید کہہ رہے ہیں، مسلم بھائی نو تھلو چک لو شاید کہہ رہے ہیں مسلم کو اللہ تعالیٰ اپنا مرسل بھیج دیندا ہے۔ جا السلام علیکم سنی صاحب۔ جی وعلیکم السلام، بسم اللہ بسم اللہ، آ جاؤ۔ لو جی ملک صاحب کوئی نعت سناؤ جی، کوئی ہن تسی پکے ہو گئے سونے لے، کوئی سانو سناؤ۔ ہاں نا جو یوسفی صاحب تے تھے کاٹا نہیں کیا حسین صاحب؟ ہاں جی وہ میں لگا دیاں گا، کمال کر دیتا ہے ویسے اپنا دعا۔ ملک صاحب نے نعت سنائی ہے۔ ملک صاحب ہاں سنا رہے ہیں، کل بھی سنائی ہے۔ ਅਸੀਂ ਸਾਰੇ ਅਰਸ਼ੀ ਮਲਕ ਸਾਹਿਬ ਦੀ ਹੈ, ਉਹਨਾਂ ਦੀ ਹੈ ਨਾਤ। ਕਿਉਂ ਸੈਣੀ ਸਾਹਿਬ ਉਹਨਾਂ ਦੀ ਲਿਖੀ ਨਾ ਅਰਸ਼ੀ ਮਲਕ ਸਾਹਿਬ, ਜਿਹੜੀ ਮਲਕ ਸਾਹਿਬ ਸੁਣਾ ਜਿਹੜੀ ਮਲਕ ਸਾਹਿਬ ਕੱਲ ਸੁਣਾਈ ਹੈ ਨਾ, ਉਹ ਅਰਸ਼ੀ ਉਹ ਜਿਹੜੀ ਕੀ ਲੇਡੀ ਨਾਂ ਲੈਣੇ ਨੇ ਤੁਸੀਂ, ਅਰਸ਼ੀ ਮਲਕ ਕੀ ਅੱਛਾ ਉਹਨਾਂ ਦੀ ਹੈ ਨਾ ਉਹ ਜਿਹੜੀ ਮਲਕ ਸਾਹਿਬ ਨੇ ਸੁਣਾਈ। ਨਹੀਂ ਨਹੀਂ ਹਾਂ ਹਾਂ ਤੁਸੀਂ ਇੱਥੇ ਲਾਉਂਦੇ ਹੁੰਦੇ ਉਹ ਪੱਕੀ ਜਿਹੜੀ ਇਹਨਾਂ ਨੇ ਸੁਣਾਈ ਹੈ ਰਸੂਲullah ਤੇ ਜਿਹੜੀ ਪੜ੍ਹੀ ਉਹਨਾਂ ਨੇ। ਹਾਂ ਨਾਤ ਹੀ ਹੋਏਗੀ, ਠੀਕ ਹੈ। وہ جو بھی نظم کے نعت ہے رسول اللہ تے وہ کسی آپ کہہ کہ پتہ نہیں عرشی ملک کس طرح کی لیڈی کا نام ہے انہوں نے لکھی ہے یا پڑھی انہوں نے وہ لکھی اللہ جانے۔ عرشی صاحبہ نے ایک تازہ نظم لکھی ہے، وہ آخری حسین سب پیچھے چلے گئے۔ بندہ تھلے کہہ رہا ہے کال اس دا نا کو پڑھ کے دے دے تے نام حاصل کر لے، نا کی ہے وہ نعت بھی بڑی اچھی ہے کہ ایک رات مفاسد کی وہ تیرا اتار آئی۔ بڑی بڑی آج کل لڑکے بڑی بڑی زبردست نعت شریف پڑھتے ہیں جی، بڑی بڑی آوازاں نے، اور خاص طور تے پنجاب وچ بڑا بڑا نعت خوان بیٹھا ہے جی، بڑی پیاری پیاری آواز خوان، بچے ایسی ایسی خوبصورت آوازیں ہیں۔ جی انہوں نے لکھی ہے نا اپنے متعلق لکھی ہے نا عرشی صاحبہ نے، تو پھر تو ایک تیرا اتارا بھی سنا دینے ہیں، وہ بھی سنا دینے ہیں۔ عرشی صاحب والی سناؤ نے پہلے عرشی صاحبہ نے لکھیا ہے، تسی وہ نظم من بھیج دیتی جڑی میں ذکر کر رہے سی، وہ میں لگا دینا میرے جڑی سی جدے چ الہامی مصرا سی کیڑی؟ اچھا اچھا ہاں ٹھیک ہے ٹھیک ہے ٹھیک ہے، جزاک اللہ۔ میرے رب الورا تیری جانب چلے کر کے جگ کو سلام آتی آتی، وقت توبہ کی مہلت خدارہ ملے رہ گیا ہے یہ کام آخری آتی، تیری دنیا میں مالک بہت جی لیا زہر جو زندگی نے دیا پی لیا، ذائقے سے میں امرت کے واقف نہیں، اس سے بھرنا نہ جام آخری آخری، روح کو بوجھ دوبارہ پڑھیں یہ والا شعر، ابھی جو آپ نے پڑھا۔ تیری دنیا میں مالک بہت جی لیا زہر جو زندگی نے دیا پی لیا، جی ذائقے سے میں امرت کے واقف نہیں، اس سے بھرنا نہ جام آخری آخری، روح کو بوجھ لگنے لگا ہے بدن، خود کو محسوس کرتی ہے یہ بے وطن، اور 2-4 راتوں کے مہمان ہیں اس جگہ ہے قیام آخری آخری، گھر بھی دل کی طرح آہ ویران ہے، کوئی آیا نہ آنے کا امکان ہے، امکان رہا
घर भी दिल की तरह आह वीरां रहा, कोई आया न आने का इम्कान रहा, पूछ के वास्ते हम भी तैयार हैं, रह गई एक शाम आखिरी आखिरी। आज सच धज के महफिल में आए हैं हम, आज सच धज के महफिल में आए हैं हम, यूं समझ लो कि कल से पराए हैं हम, जिस तरह गल पड़े हमसे मिल लीजिए, आज है ये तमाम आखिरी आखिरी। जिंदगी का है मेला घड़ी दो घड़ी, सांस टूटी तो हाथों से छूटी लड़ी, जाने कल बज़ में यारां सजे ना सजे, आज सुन लो कलाम आखिरी आखिरी। क्या बात। मूंद ली हमने आंखें चले आइए, हमसे पर्दा ना अब और फरमाइए, एक आशिक के शाया नशा कीजिए, कूच का इंतजाम आखिरी आखिरी। जाने क्यों दिल ना अर्शी जहां में लगा, हम निकलने का ढूंढा कि ये रास्ता, उम्र भर जिसके तालब रहे आ गया, आखिरत को मुकाम आखिरी आखिरी। हो गए पढ़ के बाप सोचों में गुम, बोले क्यों ऐसे अशआर लिखती हो तुम, अर्ज उनसे किया छोड़िए ये बहस, ले भी लीजिए सलाम आखिरी आखिरी। है जनाब। सैन साहब थले गागा जज़ाकल्लाह। गागा हा एक आईडी कहने मेनू चको जी ਇਹ ਥੱਲੇ ਗਾਗਾ ਤੁਸੀਂ ਰਿਕੁਐਸਟ ਪਾਓ ਫਿਰ ਚੱਕ ਲੈਣਾ। कौन रिक्वेस्ट पा लें कि ਗੱਲ ਕਰਨਾ ਚਾਹ ਰਹੇ ਪਤਾ ਨਹੀਂ ਟੋਨੀ भाई ने कोई वाकफ निकला है। लो जनाब में सुन लो एक रात में क्या चीज थी। This is what the perfect gift for a man looks like. So my wife got me this weird new kitchen knife as a Christmas. मेरी जो नात जलसा सालाना इंग्लिस्तान में पढ़ी गई थी हज़रत मोहम्मद रसूलुल्लाह सल्लल्लाहु अलैहि वसल्लम की मोहब्बत में, उसके मुतालिक मुझे मुख्तलिफ जगहों से, ख़ासतौर पर पाकिस्तान से ये शिकायत मिली कि कुछ तो गालिबन मौसम की खराबी की, मास्को में मौसम की खराबी की वजह से आवाज़ उतनी साफ नहीं थी। दूसरे ये शिकायत बहुत मिली है कि बीच में लोग नारे लगा लगा कर हमारा मज़ा ख़राब कर रहे थे। हम चाहते थे खामोशी से उस मज़मून में डूब कर कलाम को सुने, और बेवजह बार बार लोग नारे लगाते थे। तो बेवजह तो नहीं कह सकते, कुछ न कुछ दिल में एक इंसान के बाद मोहब्बत भी जोश मारती है जो नारों में बदलती है। लेकिन मेरी ये दरख्वास्त है कि अब ये नज़म दोबारा पढ़ी जाएगी, तो आप खामोश रहें। हज़रत अक़दस मोहम्मद रसूलुल्लाह सल्लल्लाहु अलैहि वसल्लम के नाम के नारे बाद में लगाए जा सकते हैं, या पहले लगा लें कुछ, ताकि बीच का जो अरसा है वो खामोशी से गुजरे। हजरत मोहम्मद मुस्तफ़ा, हजरत खातमुन नबीयीन, हजरत सैयद वुल्द आदम, हजरत अक़दस मोहम्मद रसूलुल्लाह, नारे तकबीर। अब खामोशी से उस नात को दोबारा सुने। दाऊद नासिर, एक ये भी शिकायत उन्होंने की थी कि अब जल्दी जल्दी गुजर गए हैं, कहते हैं बेशक जहाँ दिल चाहे ठहर के आराम से पढ़ें, कोई घबराहट और जल्दी की बात नहीं। अच्छा चलो ज़हूरे खैरुल अंबिया सल्लल्लाहु अलैहि वसल्लम। एक रात मफासिद की वो तीर